श्री अकाल जी। हमदर्द टीवी देखने वाले सारे दर्शकों का स्वागत है प्रोग्राम न्यूज़ एंड व्यूज़ ਵਿੱਚ ਅੱਜ ਹੈ ਸੋਮਵਾਰ ਤੇ ਹਾਜ਼ਰ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਹੁਣ ਤੱਕ ਦੀ ਜੋ ਨਵੀਂ ਅਪਡੇਸ਼ਨ ਹੈ ਉਹਦੇ ਬਾਰੇ ਤੁਹਾਨੂੰ ਕਰਵਾਵਾਂਗੇ ਰੂਬਰੂ ਕੀ ਲੇਟੈਸਟ ਖਬਰਾਂ ਰਹੀਆਂ ਵੱਖ-ਵੱਖ ਮੁਲਕਾਂ ਦੀਆਂ ਉਸ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਜੇਕਰ ਤੁਹਾਡੇ ਕੋਲ ਹੈ ਕੋਈ ਅਜਿਹੀ ਜਾਣਕਾਰੀ ਜਾਂ ਫਿਰ ਕੋਈ ਅਜਿਹੀ ਖਬਰ ਜੋ ਤੁਸੀਂ ਸਾਡੇ ਤੱਕ ਜਾਂ ਸਾਡੇ ਦਰਸ਼ਕਾਂ ਨੂੰ ਜਿਸ ਤੋਂ ਰੂਬਰੂ ਕਰਵਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰੋ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਸਾਨੂੰ ਵੀ ਜਾਣਕਾਰੀ ਦਿਵੋ ਤੇ ਸਾਡੇ ਦਰਸ਼ਕਾਂ ਨੂੰ ਵੀ ਉਸ ਚੀਜ਼ ਦੇ ਬਾਰੇ ਵਿੱਚ ਜਾਣਕਾਰੀ ਦਿਵੋ। फिलहाल प्रोग्राम की शुरुआत में सब तो पहला जोड़ लेना जी मेरे सहयोगी मलकित नाची नु बहुत बहुत स्वागत है सर। दिल के मामलात से अनजान तो न था, दिल के मामलात से अनजान तो न था, इस घर का फर्द था कोई मेहमान तो न था, थी जिनके दम से रौन के शहरों में जा बसे तरन, थी जिनके दम से रौन के शहरों में जा बसे, वरना हमारा गांव यूं वीरान तो न था, बाहों में जब लिया उसे नादान था ज़रूर, जब छोड़ कर गया हमें नादान तो न था, रस्मन ही आके पूछता फारूक खाले दिल, कुछ इसमें उसकी ज़ात का नुकसान तो न था, दिल के मामलात से अनजान तो न था। मेरे वालों सकार बड़ी सत श्री अकाल, आदाब ते नमस्कार जी। सत श्री अकाल सर, की हाल चाल ने? बहुत वधिया पर मौसम देखो हजे भी वधिया, गर्मी हुई पई है, साह नहीं लै रही, कई थावां ते बहुत गर्मी है। यूएस ਦੇ ਵਿੱਚ ਰਿਕਾਰਡ ਤੋੜ ਦਿੱਤੇ ਆ, ਜਿਹੜੀ ਡੈਥ ਵੈਲੀ ਹੈ ਕਦੇ ਉੱਥੇ 130 ਡਿਗਰੀ ਫਾਰਨਹਾਈਟ ਤੱਕ ਰੈਕੋਰਡ ਹੈਗਾ ਜੀ। ਅੱਗੇ ਉੱਥੇ 129 128 ਵੀ ਗਿਆ ਹੋਇਆ, ਐਸੇ ਦਿਨਾਂ ਦੇ ਵਿੱਚ ਵੀ ਗਿਆ ਹੈ ਜੀ, ਪਰ ਹੁਣ 130 ਕੀਤਾ ਗਿਆ ਜੀ। ਕਹਿੰਦੇ ਆ ਇਸ ਵੇਲੇ ਦੁਨੀਆ ਦੇ ਵਿੱਚ ਸਭ ਤੋਂ ਗਰਮ ਜਗ੍ਹਾ यूएस ਦੇ ਵਿੱਚ ਡੈਥ ਵੈਲੀ, ਉੱਥੇ ਜੀ 130 ਡਿਗਰੀ ਫਾਰਨਹਾਈਟ ਟੈਂਪਰੇਚਰ ਹੋ ਗਿਆ ਜੀ। ਬਿਲਕੁਲ ਜੀ, ਤੇ ਗਰਮੀ ਇੱਥੇ ਵੀ ਸਰ ਅੱਜ ਬਹੁਤ ਸੀ। ਅਸੀਂ ਆਊਟਡੋਰ ਸ਼ੂਟ ਕਰਕੇ ਆਏ ਹਾਂ ਤੇ ਪੂਰੇ ਟੈਨਿੰਗ ਨਾਲ ਭਰ ਕੇ ਆਏ ਹਾਂ। ਮੈਂ ਤੁਹਾਡੀ ਗਰਮੀ ਮੈਨੂੰ ਯਾਦ ਕਰਵਾਇਆ ਜੀ, ਇੱਕ ਸਾਡੀ ਜਿਹੜੀ ਟੈਕਨੀਕਲ ਟੀਮ ਹੈ ਉਹਨਾਂ ਨੂੰ ਰਿਕੁਐਸਟ ਹੈ ਮਾੜਾ ਜਿਹਾ ਏਸੀ ਥੋੜਾ ਹੋਰ ਚੱਕ ਦਿਓ। ਬਿਲਕੁਲ ਜੀ, ਮਾਹੌਲ ਇਸ ਵਕਤ ਪੂਰਾ ਗਰਮ ਹੋ ਰਿਹਾ ਹੈ। ਤੇ ਸਰ ਖਬਰਾਂ ਤੋਂ ਰੁਕ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਜੀ ਨਿਊਜ਼ੀਲੈਂਡ ਤੋਂ। ਇਸ ਵਾਰੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਇਲੈਕਸ਼ਨਸ ਦਾ ਮਾਹੌਲ ਵੱਖ-ਵੱਖ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਿਹਾ, ਚਾਹੇ ਉਹ ਯੂਐਸ ਹੋਵੇ ਚਾਹੇ ਉਹ ਨਿਊਜ਼ੀਲੈਂਡ ਹੋਵੇ, ਪਰ ਕਰੋਨਾ ਵਾਇਰਸ ਦਾ ਅਸਰ ਵੀ ਇਹਨਾਂ ਇਲੈਕਸ਼ਨਸ ਦੇ ਉੱਤੇ ਪੈਂਦਾ ਹੋਇਆ ਸਾਫ਼ ਦਿਖ ਰਿਹਾ ਹੈ। ਨਿਊਜ਼ੀਲੈਂਡ ਵਿੱਚ ਕੋਈ ਕੇਸ ਨਹੀਂ ਸੀ, 120 ਦਿਨ ਤੋਂ ਬਾਅਦ ਕੇਸਿਸ ਆਉਣੇ ਸ਼ੁਰੂ ਹੋ ਗਏ ਨੇ ਤੇ ਹੁਣ ਆਲਮ ਇਹ ਹੈ ਕਿ ਉੱਥੇ ਇਲੈਕਸ਼ਨਸ ਜਿਹੜੀਆਂ ਨੇ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ ਨੇ। ਤਰਨ ਲਾਈਫ ਉੱਥੇ ਆਲਮੋਸਟ ਨਾਰਮਲ ਆ ਗਈ ਸੀ ਤੇ ਸਾਰੀਆਂ ਜਗ੍ਹਾ ਖੁੱਲੀਆਂ ਸੀ, ਜਿਹੜੇ ਸਪੋਰਟਸ ਇਵੈਂਟਸ ਸ਼ੁਰੂ ਹੋ ਗਏ ਸੀ, ਸਭ ਕੁਝ ਹੋ ਗਿਆ ਸੀਗਾ। ਪਰ ਕੁਝ ਇੱਕ ਹੋਰ ਜਿਹੜੇ ਕੇਸਿਸ ਆਏ ਨੇ, ਹਾਲਾਂਕਿ ਨਿਊਜ਼ੀਲੈਂਡ ਇਹ ਕਹਿ ਰਿਹਾ ਕਿ ਇਹ ਇੱਕ ਪਰਿਵਾਰ ਦੇ ਵਿੱਚ ਹੀ ਹੈ ਜਾਂ ਇੱਕ ਏਰੀਆ ਦੇ ਵਿੱਚ ਹੀ ਹੈ, ਉੱਥੇ ਸਟਿਲ ਅੰਡਰ ਕੰਟਰੋਲ ਆ। ਪਰ ਜਿਹੜੀ ਇਲੈਕਸ਼ਨ ਹੈ ਜੀ, ਜਿਹੜੀ ਆਪੋਜੀਸ਼ਨ ਆ, ਈਵਨ ਇਹਨਾਂ ਦੀ ਪਾਰਟੀ ਦੇ ਮੈਂਬਰਸ ਜਸਿੰਡਾ ਆਰਡਨ ਦੇ ਕਹਿ ਰਹੇ ਸੀਗੇ ਕਿ ਇਲੈਕਸ਼ਨ ਨੂੰ ਪੋਸਟਪੋਨ ਕੀਤਾ ਜਾਵੇ। ਪੋਸਟਪੋਨ ਕਿੰਨੀ ਕੀਤੀ ਜਾ ਸਕਦੀ ਹੈ? ਅਕੋਰਡਿੰਗ ਟੂ ਲਾਅ ਸਿਰਫ 2 ਮਹੀਨੇ ਪੋਸਟਪੋਨ ਹੋ ਸਕਦੀ ਹੈ ਜੀ। ਸੋ ਜਿਹੜੀ ਤਾਰੀਖ ਸੀਗੀ ਸਤੰਬਰ 19 ਦੀ ਸੀਗੀ ਤੇ ਹੁਣ ਜਸਿੰਡਾ ਆਰਡਨ ਜਿਹੜੀ ਪ੍ਰਾਈਮ ਮਿਨਿਸਟਰ ਹੈ ਜੀ, ਉਹਨੇ 17 ਅਕਤੂਬਰ ਦੀ ਕਰ ਦਿੱਤੀ ਹੈ ਜੀ। ਸੋ 1 ਮਹੀਨਾ ਇਲੈਕਸ਼ਨਸ ਅੱਗੇ ਚਲੇ ਗਈਆਂ ਨੇ। ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਪਿੱਛੇ ਸੀਗੀਆਂ, ਕਿਉਂਕਿ ਦੇਖੋ ਚਾਹੇ ਕੁਝ ਵੀ ਹੈ ਤਾਂ ਕੋਵਿਡ-19 ਦੇ ਵਿੱਚ ਸਿਆਸਤ ਹੁਣ ਆਵੇਗੀ, ਕਿਉਂਕਿ ਵੋਟਾਂ ਆ ਗਈਆਂ ਨੇ ਤੇ ਸਿਆਸਤ ਆਉਣੀ ਹੈ। ਕੋਵਿਡ-19 ਨੂੰ ਜਿਹੜੇ ਹਿਸਾਬ 'ਚ ਜਸਿੰਡਾ ਆਰਡਨ ਨੇ ਹੈਂਡਲ ਕੀਤਾ, ਇਹ ਜ਼ਰੂਰ ਚਾਹੁੰਦੀ ਹੈ ਕਿ ਉਹਦਾ ਇਸ ਨੂੰ ਇਵਜ਼ਾਨਾ ਮਿਲੇ। ਔਰ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹ ਇਹ ਚਾਹੁੰਦੀਆਂ ਸੀ ਕਿ ਜਿੰਨੀ ਡਿਲੇ ਹੋਰ ਹੋ ਜਾਂਦੀ ਹੈ ਤੇ ਲੋਕਾਂ ਨੂੰ ਭੁੱਲਣ ਲੱਗ ਜਾਂਦਾ ਵੀ ਇਹ ਸਰਕਾਰ ਨੇ ਕੀ ਕੀਤਾ ਸੀ, ਫਿਰ ਅਸਲੀ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਗੱਲਬਾਤ ਹੋ ਸਕਦੀ ਹੈਗੀ ਆ। ਸੋ 1 ਮਹੀਨਾ ਹੁਣ ਆਪੋਜੀਸ਼ਨ ਨੂੰ ਹੋਰ ਮਿਲ ਗਿਆ ਆਪ ਜਿਹੜੀ ਕਨਵੈਂਸਿੰਗ ਕਰਾਉਣ ਦਾ, ਪਰ ਮੈਨੂੰ ਨਹੀਂ ਲੱਗਦਾ 1 ਮਹੀਨਾ ਇਸ ਇਨਫ। ਜਿਹੜੇ ਹਿਸਾਬ 'ਚ ਜਸਿੰਡਾ ਆਰਡਨ ਦੀ ਮੇਰੇ ਖਿਆਲ ਜਿਹੜੇ ਨਿਊਜ਼ੀਲੈਂਡ ਦੇ ਹੈਗੇ ਆਪਾਂ ਨੂੰ ਫੋਨ ਕਰਕੇ ਵੀ ਦੱਸ ਸਕਦੇ ਆ। ਮੇਰੇ ਖਿਆਲ ਪੋਲਸ ਦੇ ਵਿੱਚ ਅਜੇ ਵੀ ਪ੍ਰਾਈਮ ਮਿਨਿਸਟਰ ਅੱਗੇ ਹੈਗੀ ਹੈ ਜੀ, ਚਾਂਸਸ ਦੁਬਾਰੇ ਫੇਰ ਇਹਨਾਂ ਦੀ ਪਾਰਟੀ ਫਿਰ ਜਿੱਤੇਗੀ ਜੀ। ਬਿਲਕੁਲ ਅਸੀਂ ਦੇਖ ਰਹੇ ਹਾਂ ਕਿ ਨਿਊਜ਼ੀਲੈਂਡ ਦੇ ਵਿੱਚ ਹਾਲਾਂਕਿ ਸਰ ਇੰਨੇ ਵੱਡੀ ਗਿਣਤੀ 'ਚ ਕੇਸਿਸ ਨਹੀਂ ਵਧੇ, ਹਜੇ ਕੁਝ ਕੇਸਿਸ ਸਾਹਮਣੇ ਆਏ ਨੇ, ਜਿਵੇਂ 4 ਇੱਕੋ ਹੀ ਫੈਮਿਲੀ ਦੇ ਕੇਸ ਸਾਹਮਣੇ ਆਏ ਸੀ। ਸੋ ਇਸ ਦੇ ਬਾਵਜੂਦ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉੱਥੇ ਢਾਂਚਾ ਕੰਮ ਕਰ ਰਿਹਾ ਤਾਂ ਕਿ ਜਿਹੜਾ ਕਰੋਨਾ ਵਾਇਰਸ ਹੋਰ ਨਾ ਫੈਲ ਸਕੇ। ਪਹਿਲਾਂ ਵੀ ਇਹਨਾਂ ਦੀ ਕਾਫੀ ਤਾਰੀਫ ਹੋਈ ਸੀ ਜਿਸ ਤਰੀਕੇ ਨਾਲ ਨਿਊਜ਼ੀਲੈਂਡ ਨੇ ਸਭ ਕੁਝ ਇੱਕਦਮ ਲੋਕਡਾਊਨ ਕਰਕੇ ਕਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਸੀ। ਸੋ ਹੁਣ ਵੀ ਜਿਵੇਂ ਇਲੈਕਸ਼ਨਸ ਨੂੰ ਅੱਗੇ ਡਿਲੇ ਕਰ ਦਿੱਤਾ ਗਿਆ ਹੈ, ਸੋ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਵੱਲ ਜ਼ਰੂਰ ਪਾਰਟੀ ਵੱਲ ਇਹ ਪੋਜ਼ਿਟਿਵ ਜਿਹੜੀ ਆ ਚੀਜ਼ ਜਾਏਗੀ। ਤਰਨ ਆਕਲੈਂਡ ਦੇ ਵਿੱਚ ਇਹ 49 ਇਨਫੈਕਸ਼ਨਸ ਆਈਆਂ ਨੇ ਜਿਹੜੀਆਂ ਕਿ ਇੱਕੋ ਏਰੀਏ ਦੇ ਵਿੱਚ ਕਹੀਆਂ ਜਾਂਦੀਆਂ ਨੇ, ਪਰ ਇਹਦੇ ਬਾਵਜੂਦ ਵੀ ਤੁਸੀਂ ਦੇਖੋ ਕਿੱਥੇ ਤੱਕ ਜਾਂਦੇ ਨੇ। ਆਪਾਂ ਯੂਐਸ ਦੀ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਕਿ ਉੱਥੇ ਕੀ ਹਾਲ ਹੈ ਤੇ ਉੱਥੋਂ ਦੀ ਅਥਾਰਟੀਜ਼ ਕੀ ਕਰ ਰਹੀਆਂ ਨੇ। ਮੈਂ ਇੰਡੀਆ ਦੀ ਵੀ ਦੇ ਦਿੰਦਾ ਜੀ, ਕਿਉਂਕਿ ਇੰਡੀਆ ਦੇ ਵਿੱਚ ਵੀ ਜਿਹੜੇ ਹਿਸਾਬ 'ਚ ਹੈਲਥ ਮਿਨਿਸਟਰ ਸਾਹਿਬ ਪਰਸੈਂਟੇਜ 'ਚ ਗੱਲ ਕਰਦੇ ਆ, ਇਟ ਮੀਨਸ ਦੇ ਆਰ ਨਾਟ ਸੀਰੀਅਸ। ਵੈਸੇ WHO ਨੇ ਤਾਂ ਪਾਕਿਸਤਾਨ ਦੀ ਸਿਫਤ ਕੀਤੀ ਹੈ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਨੇ ਕੋਵਿਡ-19 ਨੂੰ ਬੜੇ ਵਧੀਆ ਢੰਗ ਨਾਲ ਕੰਟਰੋਲ ਕੀਤਾ। ਇਹ ਫੈਸਲਾ ਜਸਿੰਡਾ ਆਰਡਨ ਨੇ ਲੈਣ ਤੋਂ ਪਹਿਲਾਂ
ਉਹਨੇ ਇਉਂ ਨਹੀਂ ਵੀ ਆਪਦੇ ਬੇਸ ਤੇ ਫੈਸਲਾ ਜੀ, ਉਹਨੇ ਦੂਸਰੀ ਜਿਹੜੀ ਪਾਰਟੀਆਂ ਹੈਗੀਆਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਸਭ ਦੇ ਨਾਲ ਇਹ ਗੱਲ ਕੀਤੀ ਹੈ ਪਾਰਲੀਮੈਂਟ ਦੇ ਵਿੱਚ, ਤੇ ਉਸ ਤੋਂ ਮਗਰੋਂ ਇਹ ਡੇਟ ਵਧਾਈ ਹੈ ਜੀ ਬਿਲਕੁਲ। ਤੇ ਉਧਰੋਂ ਅਗਲੀ ਖਬਰ ਦੇ ਵੱਲ ਅਸੀਂ ਰੁਖ ਕਰਦੇ ਹਾਂ। ਨਿਊਜ਼ੀਲੈਂਡ ਦੇ ਨਾਲ ਹੀ ਜੀ ਆਸਟ੍ਰੇਲੀਆ ਦੀ ਗੱਲ ਕਰ ਲਈਏ, ਜਿੱਥੇ ਅਸੀਂ ਕਹਿ ਸਕਦੇ ਹਾਂ ਮੈਲਬਨ, ਵਿਕਟੋਰੀਆ ਖਾਸ ਕਰਕੇ ਲਗਾਤਾਰ ਮਾਮਲੇ ਵੱਧ ਰਹੇ ਨੇ ਕਰੋਨਾ ਵਾਇਰਸ ਦੇ, ਜਿਸ ਤੋਂ ਬਾਅਦ ਜਿਹੜੀਆਂ ਕਾਫੀ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਨੇ। ਜਿਹੜੇ ਇਸ ਵਕਤ ਆਸਟ੍ਰੇਲੀਅਨਸ ਸਟਕ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ, ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਥੋੜਾ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਵਾਪਸ ਮੁੜਨ ਦੇ ਵਿੱਚ। ਇਹਦੇ ਨਾਲ ਹੀ ਕੁਝ ਅਲੱਗ-ਅਲੱਗ ਵੀਜ਼ਾ ਧਾਰਕ ਨੇ, ਉਹਨਾਂ ਦਾ ਵੀ ਆਸਟ੍ਰੇਲੀਆ ਵਿੱਚ ਜਾਣਾ ਹਜੇ ਮੁਸ਼ਕਿਲ ਹੋਇਆ ਸੀ। ਸੋ ਇਸ ਵਕਤ ਥੋੜੀ ਜਿਹੀ ਰਾਹਤ ਦੀ ਖਬਰ ਆ ਰਹੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ। ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੇ ਨੇ ਇਸ ਵਕਤ ਵੱਖ-ਵੱਖ ਮੁਲਕਾਂ ਵਿੱਚ ਸਟਕ ਹੋਏ ਨੇ, ਉਹਨਾਂ ਲਈ ਇੱਕ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਜੀ ਸਰ, ਕੀ ਕਹੋਗੇ? ਆਪਾਂ ਫਰਾਈਡੇ ਵੀ ਇਹ ਗੱਲ ਕੀਤੀ ਸੀਗੀ ਤੇ ਉਹਦੇ ਵਿੱਚ ਹੀ ਇਹ ਨੈਕਸਟ ਸਟੈਪ ਹੈ ਜੀ। ਐਕਚੁਅਲੀ ਇਸ ਵੀਕਐਂਡ ਤੇ 60 ਸਟੂਡੈਂਟਸ ਆਲਰੇਡੀ ਆਸਟ੍ਰੇਲੀਆ 'ਚ ਆ ਗਏ ਨੇ। ਵੈਸੇ ਤਾਂ ਜੇ ਆਪਾਂ ਹਿਸਾਬ ਲਾਈਏ ਪਿਛਲੇ ਸਾਲ ਦੇ ਨਾਲ ਕੰਪੈਰੀਜ਼ਨ ਕਰੀਏ, ਕਿਉਂਕਿ ਸੈਪਟੈਂਬਰ ਆ ਰਿਹਾ, ਇੱਥੋਂ ਨਵੇਂ ਸੈਸ਼ਨ ਸ਼ੁਰੂ ਹੁੰਦੇ ਨੇ ਜੀ। ਪਿਛਲੇ ਸਾਲ 46,000 ਸਟੂਡੈਂਟ ਆਇਆ ਸੀ ਇਹਨਾਂ ਦਿਨਾਂ ਦੇ ਵਿੱਚ, ਤੇ ਇਸ ਵੇਲੇ 60 ਆਏ ਨੇ। ਪਰ ਜਿਹੜਾ ਸਾਊਥ ਆਸਟ੍ਰੇਲੀਆ ਜਿੱਥੇ ਉੱਥੇ ਅਗਲੇ ਮਹੀਨੇ ਦੇ ਵਿੱਚ 7,000 ਤੋਂ ਉੱਪਰ ਸਟੂਡੈਂਟ ਆ ਰਿਹਾ ਜੀ। ਸੋ ਜਿਹੜੇ ਵੀ ਸਟੂਡੈਂਟ ਸਾਡੇ ਸਾਰੇ ਇੰਡੀਅਨ ਹੀ ਹੈ ਜੀ, ਨਾਟ ਫਰਮ ਇੰਡੀਆ, ਆਲ ਆਫ ਦੈਮ। ਸਰਟਨ ਜਿਹੜੇ ਹੈਗੇ ਨੇ ਕੋਰਸਿਸ ਨੇ ਉਹਨਾਂ ਦੇ ਵਿੱਚ ਜਿਹੜੇ ਰਿਲੇਟਡ ਨੇ ਜੀ, ਉੱਥੋਂ ਦੇ ਸਟੂਡੈਂਟਸ ਨੂੰ ਜਿਹੜੀ ਸਰਕਾਰ ਹੈਗੀ ਹੈ ਆਲਰੇਡੀ ਉਹ ਵੈਲਕਮ ਉਹਨਾਂ ਨੇ ਕਰਨਾ ਸ਼ੁਰੂ ਕਰਤਾ ਹੈ। ਉਹ ਚਾਹੁੰਦੇ ਨੇ ਕਿ ਜਿੰਨੀ ਛੇਤੀ ਸਟੂਡੈਂਟਸ ਇੱਥੇ ਆ ਜਾਂਦੇ ਆ ਜੀ, ਤਾਂ ਉਹਦੇ ਈਵਨ ਜਿਹੜੇ ਪ੍ਰੀਮੀਅਰ ਸਟੀਵਨ ਮਾਰਸ਼ਲ ਹੈਗੇ ਨੇ ਜੀ, ਉਹਨਾਂ ਨੇ ਵੀ ਇਹ ਗੱਲ ਕਹੀ ਵੀ ਅਸੀਂ ਚਾਹੁੰਦੇ ਜਿੰਨੀ ਛੇਤੀ ਤੋਂ ਛੇਤੀ ਸਾਡੇ ਸਟੂਡੈਂਟਸ ਇੱਥੇ ਆਉਣ ਤੇ ਆਪਦੇ ਕੋਰਸਿਸ ਛੇਤੀ ਤੋਂ ਛੇਤੀ ਸ਼ੁਰੂ ਕਰਨ ਜੀ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੀ ਤਰ੍ਹਾਂ ਹੀ ਆਸਟ੍ਰੇਲੀਆ ਨੇ ਵੀ ਜਦੋਂ ਤੋਂ ਕਰੋਨਾ ਵਾਇਰਸ ਦੇ ਮਾਮਲੇ ਸ਼ੁਰੂ ਹੋਏ ਸੀ ਤਾਂ ਆਸਟ੍ਰੇਲੀਆ ਨੇ ਵੀ ਬਹੁਤ ਜ਼ਿਆਦਾ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਹੜੀਆਂ ਵੀ ਉੱਥੇ ਫਲਾਈਟਸ ਪਹੁੰਚ ਰਹੀਆਂ ਸੀ, ਪਹਿਲਾਂ ਉੱਥੋਂ ਦੇ ਪੈਸੇਂਜਰਸ ਨੂੰ ਸਪੈਸ਼ਲ ਉਹਨਾਂ ਨੇ ਹੋਟਲ ਸੇ ਰੂਮ ਬੁੱਕ ਕਰਵਾਏ ਹੋਏ ਸੀ ਤਾਂ ਕਿ ਪਹਿਲਾਂ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਵੇ 14 ਦਿਨ ਲਈ। ਉਸ ਤੋਂ ਬਾਅਦ ਅੱਗੇ ਦੇਸ਼ ਦੇ ਹੋਰ ਬਾਕੀ ਵੱਖ-ਵੱਖ ਥਾਵਾਂ ਤੇ ਉਹ ਜਾ ਸਕਦੇ ਨੇ ਜਦੋਂ ਉਹਨਾਂ ਦੀ ਇੱਕ ਵਾਰੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆਉਂਦੀ ਹੈ। ਸਰ, ਇਸ ਤੋਂ ਬਾਅਦ ਜੇ ਅਸੀਂ ਕਹੀਏ ਤਾਂ ਇੱਕ ਸੂਬੇ ਦੇ ਵਿੱਚ ਅਜੇ ਸੈਕੰਡ ਵੇਵ ਦੀ ਸ਼ੁਰੂਆਤ ਹੋਈ ਹੈ, ਇਸ ਦੇ ਬਾਵਜੂਦ ਆਸਟ੍ਰੇਲੀਆ ਨੇ ਬਹੁਤ ਸਖਤੀ ਕਰ ਦਿੱਤੀ ਹੈ। ਤਰਨ ਵਿਕਟੋਰੀਆ ਦੇ ਵਿੱਚ ਇਹ ਪ੍ਰੋਬਲਮ ਆਈ ਸੀ। ਦੇਖੋ ਤੁਸੀਂ ਇਹ ਸਰਕਾਰਾਂ ਦਾ ਹਾਊ ਦਿਸ ਇਜ਼ ਵਾਟ ਲੀਡਰਸ਼ਿਪ ਇਜ਼। ਜਿੱਥੇ ਲੀਡਰਸ਼ਿਪ ਜਿਹਨੂੰ ਕਹਿੰਦੇ ਅਸੀਂ ਕੰਮ ਕਰ ਰਹੀ ਹੈ, ਉਹਨਾਂ ਲੀਡਰਸ਼ਿਪ ਨੇ ਕੰਮ ਕੀਤਾ ਜੀ। ਨਿਊਜ਼ੀਲੈਂਡ ਵੀ ਆਸਟ੍ਰੇਲੀਆ ਦੇ ਵਿੱਚ ਵੀ, ਹਾਲਾਂਕਿ ਉਹਨਾਂ ਨੂੰ ਇੱਕ ਸੂਬੇ 'ਚ ਇਹ ਕੁਛ ਹੈ, ਪਰ ਉਹਨਾਂ ਨੇ ਸਾਰਾ ਕੁਝ ਬੰਦ ਕਰ ਦਿੱਤਾ ਵੀ ਕਿਤੇ ਹੋਰ ਅੱਗੇ ਨਾ ਚਲਾ ਜਾਵੇ। ਮੈਂ ਇਸ ਗੱਲੋਂ ਕੈਨੇਡੀਅਨ ਗਵਰਨਮੈਂਟ ਹੈਗੀ ਜੀ, ਇਹਦੀ ਵੀ ਸਿਫਤ ਕਰਾਂਗਾ ਕਿ ਇਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਇਸ ਕੋਵਿਡ ਨੂੰ ਹੈਂਡਲ ਕੀਤਾ ਜੀ। ਯੂਰਪੀਅਨ ਕੰਟਰੀਜ਼ ਕਈ ਨੇ ਜਿਨ੍ਹਾਂ ਨੇ ਬਹੁਤ ਵਧੀਆ ਹੈਂਡਲ ਕੀਤਾ। ਆਪਾਂ ਪਹਿਲਾਂ ਵੀ ਗੱਲ ਕਰਕੇ US, ਉਹਦੇ ਵਿੱਚ ਹਜੇ ਵੀ ਇਹ ਹਾਲਤ ਮਾਰੀ ਹੈ ਜੀ। ਪਰ ਜਿਹੜੇ ਸਾਊਥ ਏਸ਼ੀਆ ਦੇ ਵਿੱਚੋਂ ਜਿਹੜੇ 300 ਜਿਹੜੇ ਫਾਈਨਲ ਈਅਰ ਦੇ ਸਟੂਡੈਂਟਸ ਹੈਗੇ ਜੀ, ਉਹਨਾਂ ਨੂੰ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਵੈਲਕਮ ਕਰੇਗੀ ਜੀ ਸੈਪਟੈਂਬਰ ਦੇ ਅਰਲੀ ਸੈਪਟੈਂਬਰ ਵਿੱਚ। ਉਹ ਜਿਹੜੀਆਂ ਫਲਾਈਟਸ ਆਉਣਗੀਆਂ ਸਿੰਗਾਪੁਰ ਤੋਂ ਐਡਲੇਡ ਨੂੰ ਚੱਲਣਗੀਆਂ ਜੀ। ਜਿਹੜੇ ਮੇਰੇ ਖਿਆਲ, ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੇ ਕੈਨੇਡੀਅਨ ਇੰਡੀਅਨ ਸਟੂਡੈਂਟਸ ਨੇ ਉਹ ਸਿੰਗਾਪੁਰ ਜਾ ਕੇ ਐਡਲੇਡ ਨੂੰ ਜਾ ਸਕਦੇ ਜਾਂ ਨਹੀਂ ਜਾ ਸਕਦੇ, ਤੁਸੀਂ ਆਪਣਾ ਜ਼ਰੂਰ ਪਤਾ ਕਰੋ। ਪਰ ਆਸਟ੍ਰੇਲੀਆ ਇਜ਼ ਰੈਡੀ ਟੂ almost ready to receive the students now। ਬਿਲਕੁਲ ਜੀ, ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜਾ ਆ ਹਾਲੇ ਕਿ ਵੱਡੀ ਗਿਣਤੀ ਵਿੱਚ ਅਜੇ ਨਹੀਂ ਆ ਸਕਦੇ। 7,000 ਦੇ ਕਰੀਬ ਸਟੂਡੈਂਟਸ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਵੀ ਇੱਕ ਸਪੈਸੀਫਿਕ ਏਰੀਆ ਦੇ ਵਿੱਚ। ਨਾਲ ਦੇ ਨਾਲ ਜਿਹੜੇ ਬਾਕੀ ਦੇ ਵੀਜ਼ਾ ਧਾਰਕ ਨੇ ਉਹਨਾਂ ਨੂੰ ਅਜੇ ਕੁਝ ਸਮੇਂ ਲਈ ਵੇਟ ਕਰਨੀ ਪੈਣੀਆਂ। ਪਰ ਜਿਸ ਪ੍ਰਕਾਰ ਨਾਲ ਅਸੀਂ ਦੇਖ ਰਹੇ ਹਾਂ ਕਿ ਹੌਲੀ-ਹੌਲੀ ਵੱਖ-ਵੱਖ ਮੁਲਕ ਜਿਹੜੇ ਆਪਣਾ 에ਅਰ ਸਪੇਸ ਥੋੜਾ-ਥੋੜਾ ਕਰਕੇ ਖੋਲ ਰਹੇ ਨੇ। ਇੰਡੀਆ ਨੇ ਵੀ ਪਿੱਛੇ ਜੇ 에ਅਰ ਬਬਲ ਕੀਤਾ, ਕੈਨੇਡਾ, US ਤੇ ਬਾਕੀ ਕੁਝ ਕੰਟਰੀਜ਼ ਦੇ ਨਾਲ। तो उम्मीद की जा रही है कि आने वाले कुछ दिनों में या कुछ महीनों ਦੇ ਵਿੱਚ ਜਿਹੜਾ ਆ ਥੋੜੇ ਜਿਹੇ ਪੋਜ਼ਿਟਿਵ ਨਿਊਜ਼ ਇਸ ਪਾਸੇ ਵੱਲ ਵੀ ਦੇਖਣ ਨੂੰ ਮਿਲ ਸਕਦੀਆਂ ਨੇ। ਇਸ ਤੋਂ ਬਾਅਦ ਈਵਨ ਤਰਨ ਮੈਂ ਥੋੜਾ ਜਿਹਾ ਇੱਕ ਹੋਰ ਐਡ ਕਰਦੇ ਹਾਂ ਇਹਦੇ ਵਿੱਚ, ਚਾਈਨਾ ਤੋਂ ਵੀ ਈਵਨ, ਹਾਲਾਂਕਿ ਚਾਈਨਾ ਦੇ ਨਾਲ ਜਿਹੜੇ ਇਸ ਵੇਲੇ ਆਸਟ੍ਰੇਲੀਆ ਦੇ ਰਿਲੇਸ਼ਨਸ ਹੈਗੇ ਆ ਇੰਨੇ ਵਧੀਆ ਨਹੀਂ ਹੈਗੇ। ਚਾਈਨਾ, ਹਾਂਗਕਾਂਗ ਤੇ ਜਾਪਾਨ ਨੂੰ ਵੀ ਉਹ ਕਹਿੰਦੇ ਅਸੀਂ ਇੱਥੋਂ ਦੇ ਸਟੂਡੈਂਟਸ ਨੂੰ ਵੀ ਅਸੀਂ ਅਲਾਉ ਕਰ ਦਿਆਂਗੇ ਜੀ। ਬਿਲਕੁਲ ਜੀ, ਚਾਈਨਾ ਦੇ ਵੈਸੇ ਸੰਬੰਧ ਕਾਫੀ ਕੰਟਰੀਜ਼ ਨਾਲ ਜਿਹੜੇ ਆ ਵਿਗੜਦੇ ਹੋਏ ਨਜ਼ਰ ਆ ਰਹੇ ਨੇ। ਪਰ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਇੱਕ ਪਾਸੇ ਆਸਟ੍ਰੇਲੀਆ ਵਿੱਚ ਸਖਤੀ ਹੋ ਰਹੀ ਹੈ, ਸਰਕਾਰ ਦੇ ਨਿਯਮਾਂ ਨੂੰ ਹਰ ਕੋਈ ਮੰਨ ਰਿਹਾ। ਉੱਥੇ ਗੱਲ ਕਰੀਏ ਸਰ, ਕੈਨੇਡਾ ਦੀ ਬਾਰਡਰ ਹਜੇ ਬੰਦ ਕਰ ਦਿੱਤਾ ਗਿਆ ਹੈ 21 ਸਤੰਬਰ ਤੱਕ। ਇਸ ਦੇ ਬਾਵਜੂਦ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਕਿਹਾ ਗਿਆ ਹੈ ਕਿ US ਦਾ ਬਾਰਡਰ ਸਿਰਫ ਉਹਨਾਂ ਲਈ ਖੁੱਲ੍ਹਾ ਜਿਨ੍ਹਾਂ ਨੇ ਵਪਾਰ ਕਰਨਾ ਆ ਜਾਂ ਫਿਰ ਜਿਨ੍ਹਾਂ ਨੂੰ ਐਮਰਜੈਂਸੀ ਜਾਂ ਵਿਜ਼ਿਟ ਕਰਨੀ ਉਹਦੇ ਲਈ। ਪਰ 에ਅਰ ਕੈਨੇਡਾ ਇਸ ਵਕਤ ਪ੍ਰਮੋਟ ਕਰ ਰਿਹਾ ਨਾ ਸਿਰਫ ਬਿਜ਼ਨਸ ਟਰੈਵਲ ਨੂੰ, ਬਲਕਿ ਜੇ ਤੁਸੀਂ ਉੱਥੇ ਘੁੰਮਣ ਫਿਰਨ ਲਈ ਜਾਣਾ, ਇਸ ਚੀਜ਼ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ। ਤਰਨ ਦੇਖੋ, 에ਅਰਲਾਈਨ ਹੈ, ਇਹ ਬਿਜ਼ਨਸ ਹੈ। ਇਹ ਚਾਹੁੰਦੇ ਵੀ ਜਿੰਨੀ ਛੇਤੀ ਤੋਂ ਛੇਤੀ ਸਾਡੇ ਲੋਕ ਆਉਣ ਲੱਗਣਗੇ ਤਾਂ ਸਾਡੀ 에ਅਰਲਾਈਨਸ ਫਲੋਟ ਕਰਨਗੀਆਂ। ਇਸ ਵੇਲੇ ਸਾਰੀਆਂ ਇਕੱਠੇ ਜਾ ਰਹੀਆਂ ਨੇ। ਔਰ ਜਿਹੜੀ ਇਹ ਪ੍ਰਮੋਸ਼ਨ ਹੈਗੀ ਆ, ਰੀਜ਼ਨ ਮੇਰੇ ਖਿਆਲ ਇਹ ਹੈ ਤਰਨ
ਤੇ ਯੂਐਸ ਨੂੰ ਸਾਡੀਆਂ ਫਲਾਈਟਸ ਬੰਦ ਨਹੀਂ ਹੈ ਤੇ ਯੂਐਸ ਵਿੱਚੋਂ ਵੀ ਫਲਾਈਟਸ ਕੈਨੇਡਾ ਨੂੰ ਆ ਰਹੀਆਂ ਨੇ। ਇਹ ਗੱਲ ਵੱਖਰੀ ਹੈ ਕਿ ਉੱਥੇ ਲੋਕ ਘੱਟ ਆ ਰਹੇ ਨੇ, ਅਸੀਂ ਉਹਨਾਂ ਤੇ ਸਖਤੀ ਕਰ ਰਹੇ ਹਾਂ। ਸੋ 에ਅਰ ਕੈਨੇਡਾ ਦੀ ਜਿਹੜੀ ਪ੍ਰੋਮੋਸ਼ਨ ਆ, ਮੈਨੂੰ ਨਹੀਂ ਪਤਾ ਕਿੱਥੇ ਤੱਕ ਜਾਵੇਗੀ, ਇਹ 'ਚ ਕਿੰਨੇ ਕੁ ਲੋਕ ਟਰੈਵਲ ਕਰਨਗੇ। ਪ੍ਰੋਬਲਮ ਇਹ ਹੈ ਕਿ ਯੂਐਸ ਦੇ ਵਿੱਚ ਹਰ ਕੋਈ ਇਸ ਵੇਲੇ ਜਾ ਕੇ ਨਹੀਂ ਰਾਜੀ ਹੈ ਤੇ ਸਾਡਾ ਖਾਸ ਕਰਕੇ ਪ੍ਰੋਵਿੰਸ, ਸਾਡਾ ਤੇ BC ਦੋਨੇ ਪ੍ਰੋਵਿੰਸ ਐਸੇ ਨੇ ਜਿਹੜੇ ਚਾਹੁੰਦੇ ਨਹੀਂ ਕੋਈ ਯੂਐਸ ਦੇ ਵਿੱਚੋਂ ਇੱਥੇ ਆਵੇ। ਜਿਹੜੀ ਉਹ ਪ੍ਰੋਮੋਸ਼ਨ 에ਅਰ ਕੈਨੇਡਾ ਨੇ ਸ਼ੁਰੂ ਕੀਤੀ ਹੈ, ਠੀਕ ਹੈ, ਐਜ਼ ਅ ਬਿਜ਼ਨਸ ਪੁਆਇੰਟ ਆਫ ਵਿਊ ਸ਼ੁਰੂ ਕੀਤੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਹੀ ਤੂਲ ਫੜੇਗੀ। ਹਾਂ, ਜਦ ਤੱਕ 에ਅਰਲਾਈਨਸ ਆਪਣੀ ਅਸਮਾਨ ਦੇ ਵਿੱਚ ਨਹੀਂ ਜਾਂਦੀਆਂ ਜੀ, ਉਦੋਂ ਤੱਕ ਨੁਕਸਾਨ ਬਹੁਤ ਹੈ ਇਹਨਾਂ ਨੂੰ, ਘਾਟਾ। ਔਰ ਕਈ ਐਸੀਆਂ 에ਅਰਲਾਈਨਸ ਵੀ ਹੋਣਗੀਆਂ ਤਰਨ, ਮੇਰਾ ਖਿਆਲ ਹੈ COVID-19 ਦੇ ਪ੍ਰਕੋਪ ਤੋਂ ਬਾਅਦ ਸ਼ਾਇਦ ਉਹ ਫਲਾਈ ਨਾ ਕਰ ਸਕਣ। ਆਪਾਂ ਐਮਿਰੇਟਸ ਦੀ ਗੱਲ ਕੀਤੀ ਸੀਗੀ, ਉਹਨਾਂ ਨੇ ਵੀ ਪ੍ਰੋਮੋਸ਼ਨ ਸ਼ੁਰੂ ਕੀਤੀ ਹੋਈ ਹੈ, ਵੱਖਰੇ ਸਿਸਟਮ ਸ਼ੁਰੂ ਕੀਤੇ ਆ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਹੈ ਵੀ ਜੇ ਕੋਈ ਬਿਮਾਰ ਹੁੰਦਾ ਸੀ ਉਹਨਾਂ ਨੂੰ ਪੈਸੇ ਵੀ ਦੇਵਾਂਗੇ। ਸੋ 에ਅਰਲਾਈਨਾਂ ਦਾ ਜ਼ੋਰ ਲੱਗਿਆ ਹੈ ਕਿ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਬਿਜ਼ਨਸ ਦੁਬਾਰਾ ਸ਼ੁਰੂ ਹੋਵੇ। ਐਂਡ ਕਈ ਲੋਕ ਵੀ ਐਸੇ ਹੈਗੇ ਨੇ ਜਿਹੜੇ ਜਾਣਾ ਚਾਹੁੰਦੇ ਨੇ, ਪਰ ਯੂਐਸ ਨੂੰ ਇਸ ਵੇਲੇ ਜਿਹੜਾ ਜਾਣਾ ਥੋੜਾ ਜਿਹਾ ਮੁਸ਼ਕਲ ਲੱਗਦਾ ਹੈ। ਜੀ ਬਿਲਕੁਲ, ਇੱਕ ਦਰਸ਼ਕ ਜੁੜ ਚੁੱਕੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤੁਸੀਂ ਗੱਲ ਕਰ ਰਹੇ ਹੋ 에ਅਰ ਕੈਨੇਡਾ ਪ੍ਰਮੋਸ਼ਨ ਕਰ ਰਿਹਾ ਟਰੈਵਲ ਲਈ ਜੀ, ਤੇ ਮੇਰਾ ਇਹ ਸਵਾਲ ਬਣਦਾ ਵੀ ਜਦੋਂ ਅਸੀਂ ਉਹ ਦਿੱਲੀ ਬੰਦੇ ਇੰਡੀਆ ਦੇ ਬੰਦੇ ਫਸੇ ਸੀ, ਉਦੋਂ 에ਅਰ ਕੈਨੇਡਾ ਨੇ ਕਿਉਂ ਨਹੀਂ ਫਲਾਈਟਾਂ ਲਗਾਈਆਂ, ਜਦਕਿ ਇੰਡੀਆ ਨੇ ਗਲੋਬਲ ਵੀ ਕ੍ਰੀਏਟ ਕਰਤਾ ਵੀ ਉਸ ਦੌਰਾਨ ਵੀ ਆ ਜਾਓ, ਕਰ ਲਓ ਗੱਲਬਾਤ, ਆ ਜਾਓ। ਪਰ 에ਅਰ ਕੈਨੇਡਾ ਨੇ ਫਲਾਈਟਾਂ ਨਹੀਂ ਲਾਈਆਂ, ਸਿਰਫ ਪ੍ਰਾਈਵੇਟ ਕੰਪਨੀ ਉੱਪਰ ਚੱਲਦੇ ਰਹੇ। $3,000 ਤੇ ਲੋਕੀ ਟਿਕਟਾਂ ਲੈ ਕੇ ਆਏ ਨੇ ਤੇ ਪਲੱਸ ਜਿਹੜੇ ਲੋਕੀ ਫੈਮਿਲੀ ਵਾਲੇ ਉਹ ਫਸੇ ਰਹੇ ਉੱਥੇ। ਉਦੋਂ 에ਅਰ ਕੈਨੇਡਾ ਵਾਲੇ ਆਪਾਂ ਕਿੰਨੀ ਵਾਰੀ ਕਾਲਸ ਕੀਤੀਆਂ ਨੇ ਵੀ 에ਅਰ ਕੈਨੇਡਾ ਦੇ ਵੀ ਕਿਉਂ ਨਹੀਂ ਲਗਾ ਰਹੀ ਫਲਾਈਟ, ਤੇ ਇਹ ਵੀ ਗੱਲ ਵੀ ਦੇਖਣੀ ਚਾਹੀਦੀ ਵੀ ਲੋਕਾਂ ਨੂੰ ਪਰੇਸ਼ਾਨੀ ਤਾਂ ਹੋਈ ਹੈ ਕਿ ਨਹੀਂ। ਅਸੀਂ ਹੁਣ ਪ੍ਰਮੋਸ਼ਨ ਕਰੀਏ, ਜੋ ਮਰਜ਼ੀ ਕਰੀ ਜਾਓ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ, ਸੋ ਨਾਈਸ ਤੁਸੀਂ ਕਾਲ ਕੀਤੀ ਹੈ ਜੀ, ਸੋ ਨਾਈਸ ਆਫ ਯੂ। ਹਾਂ, ਤੁਹਾਡੀ ਗੱਲ ਸਹੀ ਹੈ ਜੀ, ਉਦੋਂ ਵੀ ਲਾਉਣੀਆਂ ਚਾਹੀਦੀਆਂ ਸੀ, ਪਰ ਹੁਣ ਅਖੀਰ ਫਾਈਨਲੀ 에ਅਰ ਕੈਨੇਡਾ ਨੇ ਇੰਡੀਆ ਦੇ ਨਾਲ ਬਬਲ ਕ੍ਰੀਏਟ ਕਰ ਲਿਆ ਜੀ ਤੇ ਉਹਦੀਆਂ ਫਲਾਈਟਸ 15 ਤਾਰੀਖ ਤੋਂ ਲੈ ਕੇ 30 ਤਾਰੀਖ ਤੱਕ, ਇਸ ਮਹੀਨੇ ਦੇ ਅਖੀਰ ਤੱਕ ਹਰ ਹਫਤੇ 'ਚ 3 ਫਲਾਈਟਾਂ ਆਇਆ ਕਰਨਗੀਆਂ ਜੀ। ਮੇਰੇ ਖਿਆਲ ਟਿਊਜ਼ਡੇ, ਥਰਸਡੇ ਐਂਡ ਸੰਡੇ, ਠੀਕ ਹੈ ਤਰਨ, ਮੇਰੇ ਖਿਆਲ ਇਹੀ ਡੇਟ। ਹਾਂ, ਇਹਦੇ ਵਿੱਚ ਇਹਨਾਂ ਦਿਨਾਂ ਤੇ ਫਲਾਈਟਸ ਆਇਆ ਕਰਨਗੀਆਂ ਜੀ ਤੇ ਇਸ ਮਹੀਨੇ ਵਾਸਤੇ ਨੇ, ਪਰ ਹੋ ਸਕਦਾ ਜੀ ਇਹ ਠੀਕ ਠਾਕ ਰਹੇ, ਸੁੱਖ ਸਾਂਦ ਰਹੇ ਜੀ, ਹੋ ਸਕਦਾ ਅਗਲੇ ਮਹੀਨੇ ਵੀ ਚੱਲਦੇ ਇਹਨਾਂ ਨੂੰ। ਇਸ ਵੇਲੇ 에ਅਰ ਕੈਨੇਡਾ ਨੇ ਇੰਡੀਆ ਦੇ ਨਾਲ ਉਹ ਬਬਲ ਕ੍ਰੀਏਟ ਕਰ ਲਿਆ ਹੈਗਾ ਜੀ। ਜੀ ਬਿਲਕੁਲ। ਤੇ ਸਰ, ਪਰ ਅਸੀਂ ਜੇ ਗੱਲ ਕਰੀਏ ਕਰੋਨਾ ਵਾਇਰਸ ਦੀ, ਤਾਂ ਯੂਐਸ ਵਿੱਚ ਵੀ ਕਰੋਨਾ ਵਾਇਰਸ ਦੇ ਬਹੁਤ ਸਾਰੇ ਕੇਸਿਸ ਅਜੇ ਵੀ ਸਾਹਮਣੇ ਆ ਰਹੇ ਨੇ, ਉਧਰ ਇੰਡੀਆ ਵਿੱਚ ਵੀ ਸੇਮ ਹਾਲਾਤ ਨੇ। ਜੇ ਇਹ ਐਕਸਕਿਊਜ਼ ਉੱਥੇ ਚੱਲ ਸਕਦਾ ਕਿ ਇੰਡੀਆ ਵਿੱਚ ਕਰੋਨਾ ਵਾਇਰਸ ਕਰਕੇ ਫਲਾਈਟਸ ਨਹੀਂ ਚੱਲਦੀਆਂ, ਤਾਂ ਯੂਐਸ ਦੇ ਵਿੱਚ ਕਿਹੜਾ ਮਾਮਲੇ ਘਟੇ ਨੇ? ਅਸਲ ਗੱਲ ਤਰਨ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਿਹੜੀਆਂ ਇੱਥੇ ਨਿਊਜ਼ ਨੇ ਨਾ, ਆਪਣੇ ਇੱਥੇ ਮੀਡੀਆ ਦੇ ਵਿੱਚ, ਮੇਨ ਸਟ੍ਰੀਮ ਦੇ ਵਿੱਚ ਇੰਡੀਆ ਦੀ ਖਬਰ ਬਹੁਤ ਘੱਟ ਆਉਂਦੀ ਹੈ। ਇਸ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿਹੜੀ ਯੂਐਸ ਦੀ ਖਬਰ ਬਹੁਤ ਜ਼ਿਆਦਾ ਆਉਂਦੀ ਹੈ। ਸਾਨੂੰ ਯੂਐਸ ਜੋ ਕੁਛ ਹੋ ਰਿਹਾ, ਸਾਨੂੰ ਇਸ ਗੱਲ ਦਾ ਪਤਾ। ਸਾਨੂੰ ਇੱਥੇ ਸਾਰੇ ਲੋਕਾਂ ਨੂੰ ਜੋ ਇੰਡੀਆ 'ਚ ਹੋ ਰਿਹਾ, ਜਿਹੜੇ ਇੱਥੋਂ ਦੇ ਲੋਕ ਨੇ, ਉਹਨਾਂ ਨੂੰ ਨਹੀਂ ਪਤਾ ਵੀ ਉੱਥੇ ਹਾਲਾਤ ਕਿੰਨੇ ਕੁ ਮਾੜੇ ਨੇ। ਤਾਂ ਯੂਐਸ ਸਾਡੇ ਗੁਆਂਢ 'ਚ ਹੈ, ਅਸੀਂ ਚਾਹੁੰਦੇ ਵੀ ਇਹ ਬਿਲਕੁਲ ਨਾ ਆਉਣ। ਜੇ ਇਸ ਗੱਲ ਦਾ ਸ਼ਾਇਦ ਲੋਕਾਂ ਨੂੰ ਪਤਾ ਲੱਗ ਜਾਵੇ, ਇੱਥੇ ਆਮ ਲੋਕਾਂ ਨੂੰ, ਤੇ ਹੋ ਸਕਦਾ ਇਸ ਗੱਲ ਦਾ ਉੱਥੇ ਵੀ ਵਿਰੋਧ ਹੋਣ ਲੱਗ ਜਾਵੇ ਵੀ ਅਸੀਂ ਨਹੀਂ ਚਾਹੁੰਦੇ ਕਿ ਇੰਡੀਆ ਤੋਂ ਫਲਾਈਟਸ ਆਉਣ, ਕਿਉਂਕਿ ਉੱਥੇ ਹਾਲਾਤ ਹਲੇ ਬਹੁਤੇ ਚੰਗੇ ਨਹੀਂ ਹੈ। ਸਰਕਾਰੀ ਤੌਰ ਤੇ ਹਲੇ ਫੇਰ ਵੀ ਮੇਰੇ ਖਿਆਲ ਠੀਕ ਨੇ ਜੇ ਵੈਨ ਵੀ ਆਰ ਕੰਪੇਅਰਿੰਗ ਵਿਦ ਯੂਐਸ। ਮੇਰਾ ਖਿਆਲ ਇਹੀ ਇੱਕ ਕਾਰਨ ਹੈਗਾ ਜਿਹਦੇ ਕਰਕੇ ਇਸ ਗੱਲ ਨੂੰ ਹਜੇ ਰੌਲਾ ਨਹੀਂ ਪਿਆ ਵੀ ਅਸੀਂ ਇੰਡੀਆ ਤੋਂ ਫਲਾਈਟਾਂ ਨਹੀਂ ਆਉਣੀ ਚਾਹੀਦੀਆਂ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਸਰ। 15 ਅਗਸਤ ਸੀ, तो आज़ादी के जश्न जिथे जिथे भी दुनिया के कोने कोने विच भारती वास्ते सी आज़ादी के जश्न मनाए गए। तिरंगा झंडा ਵੱਖ-ਵੱਖ ਥਾਵਾਂ ਤੇ ਲਹਿਰਾਇਆ ਗਿਆ। ਸੋ ਜਿਨ੍ਹਾਂ ਨੇ ਸਪੋਰਟ ਕਰਦੇ ਨੇ ਜੀ ਆਪਣੀਆਂ ਗੱਡੀਆਂ ਤੇ ਵਿੱਚ ਤਿਰੰਗਾ ਝੰਡਾ ਲਗਾ ਕੇ ਉਹਨਾਂ ਨੇ ਗੱਡੀਆਂ ਦੇ ਵਿੱਚ ਵੀ ਇਸ ਚੀਜ਼ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ। तो खबर है इस वक्त ब्रैम्पटन तो जिथे कि 15 अगस्त वाले दिन जिवें कि असीं सर लास्ट टाइम देखा सी कि यूके दे विच 15 अगस्त वाले दिन पिछले साल जिथे एक पासे भारत की आज़ादी दिहाड़ा मनाया जा रहा सी, तो उत्थे दूजे पासे बिल्कुल सामने खालिस्तान समर्थक जिहड़े वो प्रोटेस्ट कर रहे सी इस बारे दे विच। ते इस बारी ब्रैम्पटन दे विच थोड़ा जिहा कुछ अजिहा ही देखण नूं मिलिया। कुछ खालिस्तानी समर्थक इत्थे प्रोटेस्ट कर रहे सन, अपनी गड्डी दे उत्ते खालिस्तान दा झंडा लगा के ਤੇ ਉੱਥੇ ਖੜੇ ਸਨ ਆਪਦਾ ਇੱਕ ਪਾਰਕਿੰਗ ਲੋਟ ਦੇ ਵਿੱਚ। ਉੱਥੇ ਕੁਝ ਹਿੰਦੁਸਤਾਨੀ ਸਮਰਥਕ ਪਹੁੰਚੇ ਨੇ ਜਿਨ੍ਹਾਂ ਨੇ ਗੱਡੀਆਂ ਉੱਤੇ ਤਿਰੰਗਾ ਝੰਡਾ ਲਗਾਇਆ ਹੋਇਆ ਸੀ। ਹੱਥਾਂ ਵਿੱਚ ਉਹਨਾਂ ਦੇ ਹੈਂਡਗਨ ਸੀ। ਸਾਨੂੰ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਉਹ ਹੈਂਡਗਨ ਅਸਲੀ ਸੀ ਜਾਂ ਹੈਂਡਗਨ ਨਕਲੀ ਸੀ, ਪਰ ਹੈਂਡਗਨਸ ਦੇ ਸਮੇਤ ਉੱਥੇ ਮਤਲਬ ਉਹਨਾਂ ਨੂੰ ਡਰਾਵਾ ਦੇਣ ਲਈ ਪਹੁੰਚੇ ਸਨ। ਬਟ ਉੱਥੇ ਪੁਲਿਸ ਵੀ ਪਹੁੰਚ ਗਈ। ਜਦੋਂ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਕਰਨ ਜਿਹੜੇ ਇਹ ਕੰਟਰੀਜ਼ ਨੇ ਮੋਸਟਲੀ ਵੈਸਟਰਨ ਕੰਟਰੀਜ਼ ਨੇ ਇਹ ਅਲਾਉ ਕਰਦੇ ਆ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ। ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਐਸ ਲੌਂਗ ਐਜ਼ ਤੁਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ, ਕੁੱਟਮਾਰ ਨਹੀਂ ਕਰ ਰਹੇ, ਕਿਸੇ ਪ੍ਰਾਪਰਟੀ ਦਾ ਨੁਕਸਾਨ ਨਹੀਂ ਕਰ ਰਹੇ। ਸੋ ਇਹ ਅਲਾਉ ਕਰਦੇ ਨੇ।
ਇਸੇ ਕਰਕੇ ਇਸ ਵਾਰੀ ਜਿਹੜੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਹੈਗੇ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਜਿਹੜੇ ਇੰਡੀਆ ਦੇ ਸਮਰਥਕ ਹੈਗੇ ਆ ਕਿ ਉਹਨਾਂ ਨੂੰ ਬੈਨ ਕੀਤਾ ਜਾਵੇ ਜਿਹੜੇ ਸਮਰਥਕ ਇਹਦੇ ਅਗੇਂਸਟ ਰੌਲਾ ਪਾਉਂਦੇ ਨੇ, ਖਾਲਿਸਤਾਨੀ ਸਮਰਥਕ ਹੈਗੇ ਨੇ। ਔਰ ਉਹੀ ਤਨਜ਼ ਦੇ ਵਿੱਚ ਇਹ ਹਰ ਸਾਲ ਹੋਈ ਇਹ ਹੁੰਦਾ, ਇੱਥੇ ਵੀ ਇਹ ਹੁੰਦਾ ਰਿਹਾ ਕਿ ਜਿੱਥੇ ਵੀ ਇਹ ਗੱਲ ਕੀਤੀ ਜਾਂਦੀ, ਜਦੋਂ ਖਾਸ ਕਰਕੇ ਪਬਲਿਕ ਦੇ ਵਿੱਚ ਇਹੋ ਜਿਹਾ ਕੁਛ ਕੋਈ ਪ੍ਰੋਗਰਾਮ ਕੀਤਾ ਜਾਂਦਾ ਸੀਗਾ, ਉੱਥੇ ਪ੍ਰੋਟੈਸਟ ਹੁੰਦੇ ਰਹੇ ਨੇ। ਇਸ ਵਾਰ ਵੀ ਉਹੀ ਗੱਲ ਹੋਈ ਹੈ ਕਿ ਪਰ ਪ੍ਰੋਬਲਮ ਇਹ ਹੈ ਹੁਣ ਦੂਜੇ ਪਾਸਿਓਂ ਵੀ ਪ੍ਰੋਟੈਸਟ ਵੜੇ ਆਏ ਨੇ, ਜਿਹੜਾ ਕਿ ਬੜਾ ਗਲਤ ਰੁਝਾਨ ਹੈ, ਜਿਹੜਾ ਆਪਸ ਵਿੱਚ ਠੀਕ ਆ ਸਾਰਿਆਂ ਨੇ ਪ੍ਰੋਟੈਸਟ ਕਰਨਾ, ਐਜ਼ ਲੌਂਗ ਐਜ਼ ਤੁਸੀਂ ਸ਼ਾਂਤੀ ਨਾਲ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਅਲਾਉਡ ਹੋ। ਪਰ ਜਦੋਂ ਦੋਨੇ ਧਿਰਾਂ ਵੱਲੋਂ ਪ੍ਰੋਟੈਸਟ ਸ਼ੁਰੂ ਹੋ ਜਾਂਦਾ ਤੇ ਇਹਦੇ ਨਾਲ ਜਿਹੜੀ ਖਟਪਟੀ ਹੈ ਇਹਦੇ ਚਾਂਸਸ ਵੱਧ ਜਾਂਦੇ ਨੇ। ਹੁਣ ਜਿਹੜੀ ਗੱਲ ਹੋਈ ਆ 8 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਇਸ ਕਰਕੇ ਕੀਤਾ ਗਿਆ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਨੂੰ ਹਜੇ ਪਤਾ ਨਹੀਂ ਹੈ ਜੀ ਕਿ ਉਹ ਹਥਿਆਰ ਅਸਲੀ ਸੀ ਜਾਂ ਨਕਲੀ ਸੀਗਾ, ਪਰ ਉਹਦੇ ਇਹ ਗੱਲ ਦਾ ਜ਼ਿਕਰ ਜ਼ਰੂਰ ਹੋਇਆ ਕਿ ਗਨ ਵਿੱਚ ਇਨਵੋਲਵਡ ਸੀਗੀ, ਕਿ ਉਹ ਚੱਲੀ ਨਹੀਂ ਹੈ, ਕੋਈ ਕੁਛ ਨਹੀਂ ਹੈਗਾ। ਇਸ ਕਰਕੇ 8 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਉੱਤੇ ਹੁਣ ਜਿਹੜੇ ਦੋਸ਼ ਲੱਗੇ ਨੇ ਅਜੇ ਉਹਨਾਂ ਬਾਰੇ ਸਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਹੈ ਜੀ, ਪਰ ਇਹ ਜਿਹੜਾ ਰੁਝਾਨ ਹੈ ਤਰਨ, ਇਹ ਕੋਈ ਚੰਗਾ ਰੁਝਾਨ ਨਹੀਂ ਹੈ। ਤੁਸੀਂ ਦੋਨੇ ਤਰ੍ਹਾਂ ਆਪਦਾ ਪ੍ਰੋਟੈਸਟ ਕਰਨੀਆਂ ਚਾਹੁੰਦੀਆਂ ਨੇ ਕਰੋ, ਇੱਕ ਸੈਲੀਬ੍ਰੇਟ ਕਰਨੀ ਚਾਹੁੰਦੀ ਹੈ ਅਲਾਉਡ ਆ, ਉਹ ਪ੍ਰੋਟੈਸਟ ਕਰਨਾ ਅਲਾਉਡ ਆ, ਪਰ ਜਦੋਂ ਇਹ ਤਰ੍ਹਾਂ ਆਪਸ ਵਿੱਚ ਕਿਤੇ ਭਿੜਨ ਵਾਲੀ ਗੱਲ ਤੇ ਹੋ ਗਈ, ਨੁਕਸਾਨ ਕਿਹਦਾ ਹੋ ਰਿਹਾ? ਅਖੀਰ ਦੋਨੇ ਧਿਰਾਂ ਦਾ ਸੰਬੰਧ ਇੰਡੀਆ ਨਾਲ ਹੀ ਹੈ। ਇਹ ਗੱਲ ਕਿਤੇ ਬਹਿ ਕੇ ਵੀ ਕੀਤੀ ਜਾ ਸਕਦੀ ਹੈ। ਅਸੀਂ ਬਾਹਰ ਆ ਕੇ, ਮੈਂ ਆਮ ਇਹ ਗੱਲ ਕਰਦਾ ਹੁੰਦਾ, ਕਈ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਦੀ, ਇਕੱਲਾ ਮੈਂ ਇੰਡੀਆ ਬਾਰੇ ਨਹੀਂ ਕਰ ਰਿਹਾ, ਪਾਕਿਸਤਾਨ ਬਾਰੇ ਨਹੀਂ ਗੱਲ ਕਰ ਲਿਆ, ਬਾਹਰ ਹੋਰ ਦੇਸ਼ਾਂ 'ਚੋਂ ਸਾਰੀ ਦੁਨੀਆ 'ਚੋਂ ਇੱਥੇ ਲੋਕ ਆਏ ਹੋਏ ਨੇ, ਔਰ ਉਹ ਦੁਨੀਆ ਦੇ ਵਿੱਚ ਹਰੇਕ ਥਾਂ ਦੇ ਤੇ ਕੋਈ ਨਾ ਕੋਈ ਟਰਬਲ ਸਪੌਟ ਹੈਗਾ। ਉਹ ਟਰਬਲ ਸਪੌਟ ਕਰਕੇ ਅਸੀਂ ਇਸ ਕੰਟਰੀ ਨੂੰ ਖਰਾਬ ਨਾ ਕਰੀਏ। ਇਹ ਕੰਟਰੀ ਬਹੁਤ ਵਧੀਆ ਹੈ, ਰਹਿਣ ਵਾਸਤੇ ਬਹੁਤ ਵਧੀਆ ਹੈ, ਸਾਡੇ ਫਿਊਚਰ ਵਾਸਤੇ ਬਹੁਤ ਵਧੀਆ ਹੈ। ਪ੍ਰੋਟੈਸਟ ਦਾ ਸਾਨੂੰ ਇਹਨੇ ਹੱਕ ਦਿੱਤਾ, ਉਹ ਕਰ ਲੈਣਾ ਚਾਹੀਦਾ। ਪਰ ਜਦੋਂ ਅਸੀਂ ਪ੍ਰੋਟੈਸਟ ਤੋਂ ਲਾਈਨ, ਸਾਨੂੰ ਹੱਕ ਉੱਥੇ ਤੱਕ ਹੀ ਸੋਟੀ ਘੁਮਾਉਣ ਦਾ ਹੈ ਜਦ ਤੱਕ ਅਗਲੇ ਦਾ ਨੱਕ ਨਹੀਂ ਸ਼ੁਰੂ ਹੋ ਜਾਂਦਾ। ਜਿੱਥੇ ਅਗਲੇ ਦਾ ਨੱਕ ਸ਼ੁਰੂ ਹੋ ਗਿਆ ਉੱਥੇ ਸਾਨੂੰ ਸੋਟੀ ਘੁਮਾਉਣ ਦਾ ਹੱਕ ਨਹੀਂ ਹੈ। ਸੋ ਸਭ ਵਾਸਤੇ, ਨਾਟ ਮੈਂ ਇੱਕ ਨੂੰ ਨਹੀਂ ਕਹਿ ਰਿਹਾ, ਸਾਰਿਆਂ ਵਾਸਤੇ ਇਹ ਹੈ ਕਿ ਜਿਹੜਾ ਪ੍ਰੋਟੈਸਟ ਹੈਗਾ ਉਹ ਕਰੋ, ਪਰ ਉਸ ਹੱਦ ਤੱਕ ਨਾ ਜਾਇਆ ਜਾਵੇ ਕਿ ਅਖੀਰ ਪੁਲਿਸ ਵਗੈਰਾ ਇਨਵੋਲਵ ਹੋਵੇ, ਹਥਿਆਰਬਾਜ਼ੀ ਉਹਦੇ ਵਿੱਚ ਆਉਂਦੀ ਹੋਵੇ। ਇਹ ਰੁਝਾਨ ਕੋਈ ਬਹੁਤਾ ਚੰਗਾ ਰੁਝਾਨ ਨਹੀਂ ਹੈ ਤਰਨ। ਸਰ, ਹਾਲਾਂਕਿ ਪ੍ਰੋਟੈਸਟ ਹੋਇਆ, ਰੈਫਰੈਂਡਮ 2020 ਦੀਆਂ ਟੀ-ਸ਼ਰਟਸ ਵੀ ਪਾਈਆਂ ਹੋਈਆਂ ਸੀ ਤੇ ਉੱਥੇ ਲੋਕਾਂ ਨੂੰ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉੱਥੇ ਜਿਹੜੀ ਜਨਗਣਨਾ ਹੋ ਰਹੀ ਹੈ, ਜੋ ਉੱਥੇ ਪ੍ਰੋਪਰ ਜਿਹੜੀ VOTING ਹੋ ਰਹੀ ਹੈ, ਉਹਦੇ ਵਿੱਚ ਪਾਰਟਿਸਿਪੇਟ ਕੀਤਾ ਜਾਵੇ। ਬਟ ਕੈਨੇਡਾ ਸਰਕਾਰ ਪਹਿਲਾਂ ਹੀ ਇਸ ਗੱਲ ਨੂੰ ਆਖ ਚੁੱਕੀ ਹੈ ਕਿ ਉਹ ਅਜਿਹੀ ਕਿਸੇ ਵੀ VOTING ਨੂੰ ਮਾਨਤਾ ਨਹੀਂ ਦਿੰਦੀ। ਇਸ ਦੇ ਬਾਵਜੂਦ ਤੁਹਾਨੂੰ ਕੀ ਲੱਗਦਾ ਕਿ ਐਵੇਂ ਦੇ ਪ੍ਰੋਟੈਸਟ ਕੈਨੇਡਾ ਵਿੱਚ ਕਰਨੇ ਕੀ ਸਹੀ ਨੇ ਜਾਂ ਨਹੀਂ? ਮੈਂ ਤੁਹਾਨੂੰ ਅੱਗੇ ਵੀ ਕਹਿਣਾ ਵੀ ਜਿਹੜੀਆਂ ਅਜਿਹੀਆਂ ਗੱਲਾਂ ਨੇ ਇਹ ਹੋਣੀਆਂ ਨਹੀਂ ਚਾਹੀਦੀਆਂ। ਇਹ ਤੁਸੀਂ ਜਿੱਥੇ ਪ੍ਰੋਟੈਸਟ ਕਰ ਲਓ, ਪਰ ਇਉਂ ਜਿੱਥੇ ਜਾ ਕੇ ਜੇ ਮੈਂ ਪ੍ਰੋਟੈਸਟ ਕਰਦਾ, ਮੈਂ ਹੋ ਸਕਦਾ ਸ਼ਾਂਤੀਪੂਰਵਕ ਕਰ ਰਿਹਾ, ਜਿਹੜੀ ਦੂਜੀ ਧਿਰ ਹੈਗੀ ਹੈ, ਹੁਣ ਆਹ ਜਿਹੜੀ ਗੱਲ ਹੋਈ ਹੈਗੀ ਹੈ ਦੂਸਰੀ ਧਿਰ ਵਾਲੇ ਪਾਸੇ, ਇਹ ਕਿਹਾ ਜਾ ਰਿਹਾ ਕਿ ਹਥਿਆਰ ਸੀਗਾ, ਕੱਲ ਨੂੰ ਇਹ ਦੂਜੀ ਧਿਰ ਵੀ ਹਥਿਆਰ ਲੈ ਜਾਂਦੀ ਹੈ, ਤੇ ਗੱਲ ਕਿੱਥੇ ਚਲੀ ਗਈ? ਔਰ ਬਦਨਾਮੀ ਕਿਹਦੀ ਹੋ ਰਹੀ ਹੈ? ਉਹਨਾਂ ਲੋਕਾਂ ਦੀ ਹੋ ਰਹੀ ਹੈ ਜਿਹੜੇ ਕਿ ਉੱਥੋਂ ਆਏ ਹੋਏ ਆ ਅਸੀਂ। ਇਸ ਕਰਕੇ ਜਿੰਨਾ ਇਹ ਅਵੋਇਡ ਕੀਤਾ ਜਾਵੇ, ਮੇਰਾ ਤਾਂ ਖਿਆਲ ਹੈ ਜੀ ਚੰਗੀ ਗੱਲ ਹੈਗੀ ਆ। ਇਹ ਹਾਲਾਂਕਿ ਮੇਰੀ ਇੱਕ ਪਰਸਨਲ ਮੇਰੀ ਇਹ ਓਪੀਨੀਅਨ ਹੈ, ਜਦੋਂ ਅਸੀਂ ਕਹਿੰਦੇ ਕਿ ਇਸ ਵਕਤ ਇੱਥੇ ਪਹੁੰਚਿਆ ਖਾਲਿਸਤਾਨੀ ਸਮਰਥਕ, ਤਾਂ ਉਹਨਾਂ ਨੂੰ ਡਰਾਉਣ ਦੇ ਲਈ ਜਿਹੜਾ ਉੱਥੇ ਹੈਂਡਗਨਸ ਲੈ ਕੇ ਦੂਜੇ ਲੋਕ ਪਹੁੰਚਦੇ ਨੇ। ਪਰ ਜਦੋਂ ਸਰ ਆਪਾਂ ਇੱਥੇ ਨਗਰ ਕੀਰਤਨ ਅਟੈਂਡ ਕਰਦੇ ਹਾਂ, ਉਦੋਂ ਵੀ ਅਸੀਂ ਦੇਖਦੇ ਹਾਂ ਵੀ ਕਈ ਥਾਵਾਂ ਦੇ ਉੱਤੇ ਖਾਲਿਸਤਾਨ ਦੇ ਝੰਡੇ ਜਿਹੜੇ ਉਹ ਫਹਿਰਾਏ ਜਾਂਦੇ ਨੇ। ਉਸ ਟਾਈਮ ਦੇ ਵਿੱਚ ਫਿਰ ਐਵੇਂ ਦੇ ਪ੍ਰੋਟੈਸਟ ਉਹਨਾਂ ਦੇ ਅਗੇਂਸਟ ਕਿਉਂ ਨਹੀਂ ਕੀਤੇ ਜਾਂਦੇ? ਤਰਨ ਸ਼ਾਇਦ ਹੁੰਦੇ ਹੋਣਗੇ, ਪਰ ਬਹੁਤ ਜਿਹੜੀ ਇਹ ਜੀ ਥਾਂ ਤੇ ਜਾ ਕੇ ਕਰਨਾ ਜਿੱਥੇ ਬਹੁਤ ਵੱਡਾ ਇਕੱਠ ਹੈਗਾ, ਉਹਦੇ ਅਗੇਂਸਟ ਜਾ ਕੇ ਜੇ ਕੀਤਾ ਜਾਵੇ ਤਾਂ ਉਹ ਕਈ ਵਾਰੀ ਹੋਰ ਧਾਰਨਾ ਲੈ ਜਾਂਦੀ ਹੈ, ਕਈ ਵਾਰੀ ਉਹ ਨੁਕਸਾਨ ਹੋ ਸਕਦਾ, ਕਿਸੇ ਵੀ ਇੱਕ ਧਿਰ ਦਾ ਹੋ ਸਕਦਾ। ਇੱਕ ਨੇ ਪ੍ਰੋਵੋਕ ਕੀਤਾ, ਹਾਲਾਂਕਿ ਆਪਣੇ ਜਿਹੜੇ ਇੱਥੇ ਖਾਸ ਕਰਕੇ ਮੈਂ ਟੋਰੰਟੋ ਦੀ ਗੱਲ ਕਰਦਾ ਜੀ, ਜਿਹੜਾ ਇੱਥੇ ਨਗਰ ਕੀਰਤਨ ਹੁੰਦਾ ਉਹਦੇ ਵਿੱਚ ਖਾਲਿਸਤਾਨ ਸੰਬੰਧੀ ਫਲੋਟਸ ਵੀ ਹੁੰਦੀਆਂ ਨੇ, ਔਰ ਲੋਕੀ ਜਾਂਦੇ ਨੇ। ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਜਿਹੜੇ ਜਾਂਦੇ ਉਹ ਖਾਲਿਸਤਾਨ ਦੇ ਹੱਕ ਵਿੱਚ ਹੋਣ, ਕਿ ਇਹ ਜ਼ਰੂਰੀ ਵੀ ਨਹੀਂ ਹੈ ਕਿ ਸਾਰੇ ਹੱਕ ਖਾਲਿਸਤਾਨ ਦੇ ਉਲਟ ਹੋਣ, ਪਰ ਉਹ ਜਿਹੜੀ ਫਲੋਟ ਹੈ ਪਾਰਟ ਆਫ ਦਾ ਨਗਰ ਕੀਰਤਨ ਹੁੰਦੀ ਆ, ਔਰ ਲੋਕਾਂ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਹੈ। ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਹੈ ਤਰਨ ਕਿ ਸਾਨੂੰ ਸਰਕਾਰਾਂ ਅਲਾਓ ਕਰਦੀਆਂ ਨੇ ਐਜ਼ ਲੌਂਗ ਐਜ਼ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਔਰ ਉਹ ਨੁਕਸਾਨ ਕਰਕੇ ਜੇ ਕੋਈ ਦੂਜੀ ਧਿਰ ਆਉਂਦੀ ਹੈ ਨੁਕਸਾਨ ਹੁੰਦਾ, ਦੋਨਾਂ ਤਰ੍ਹਾਂ ਦਾ ਨੁਕਸਾਨ ਹੈ, ਬਦਨਾਮੀ ਹੈ। ਇੱਕ ਗੱਲ ਹੋਰ ਤਰਨ ਮੈਂ ਇਹ ਜ਼ਰੂਰ ਕਹਾਂਗਾ ਕਿ ਕਿਸੇ ਵੀ ਦੇਸ਼ ਦੇ ਝੰਡੇ ਦਾ
ਅਪਮਾਨ ਨਹੀਂ ਕਰਨਾ ਚਾਹੀਦਾ। ਇਹ ਗੁੱਸਾ ਹੈਗਾ, ਸਾਨੂੰ ਗੁੱਸਾ ਲੀਡਰਸ਼ਿਪ ਤੇ ਹੋਏਗਾ, ਉਸ ਲੀਡਰਸ਼ਿਪ ਦੇ ਅਗੇਂਸਟ ਤੁਸੀਂ ਨਾਅਰੇਬਾਜ਼ੀ ਕਰ ਸਕਦੇ ਹੋ, ਕੁਝ ਵੀ ਕਰ ਸਕਦੇ ਹੋ। ਇਹ ਕਿਸੇ ਵੀ ਕਿਸੇ ਵੀ ਦੇਸ਼ ਦਾ, ਮੈਂ ਇੱਕ ਖਾਸ ਇੱਕ ਕੰਟਰੀ ਦੀ ਗੱਲ ਨਹੀਂ ਜੀ ਕਰ ਰਿਹਾ, ਕਿਸੇ ਦਾ ਵੀ ਇਹ ਉਸ ਤੁਸੀਂ ਜਿਹੜੇ ਲੋਕ ਉਸ ਰਹਿੰਦੇ ਨੇ ਉਸ ਮੁਲਕ ਦੇ ਵਿੱਚ, ਤੁਸੀਂ ਉਹਨਾਂ ਦਾ ਮੇਰੇ ਖਿਆਲ ਆ ਸਨਮਾਨ ਨਹੀਂ ਕਰ ਰਹੇ, ਤੁਸੀਂ ਉਹਦਾ ਝੰਡੇ ਦਾ ਨਹੀਂ ਕਰਨਾ ਚਾਹੀਦਾ। ਲੀਡਰਸ਼ਿਪ ਨਾਲ ਤੁਹਾਡੇ ਤਕਰਾਰ ਹੈ ਗਿਆ, ਉਹ ਕਰ ਲੈਣੇ ਚਾਹੀਦੇ। ਬਿਲਕੁਲ ਜੀ, ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਜਿਹੜੀ ਇਹ ਨਾਲ ਦੀ ਨਾਲ ਅਸੀਂ ਵੀਡੀਓ ਦਿਖਾ ਰਹੇ ਹਾਂ ਬ੍ਰੈਂਪਟਨ ਦੇ ਵਿੱਚ ਹੈ, ਜਿੱਥੇ 15 ਅਗਸਤ ਵਾਲੇ ਦਿਨ ਕੁਝ ਖਾਲਿਸਤਾਨੀ ਸਮਰਥਕ ਰੈਫਰੈਂਡਮ 2020 ਦੀਆਂ ਟੀ-ਸ਼ਰਟਸ ਪਾ ਕੇ ਤੇ ਹੱਥਾਂ ਵਿੱਚ ਖਾਲਿਸਤਾਨ ਦਾ ਝੰਡਾ ਲੈ ਕੇ ਆਪਣੀਆਂ ਕਾਰਸ ਦੇ ਸਮੇਤ ਉੱਥੇ ਖੜੇ ਸਨ ਇੱਕ ਪਾਰਕਿੰਗ ਲੋਟ ਦੇ ਵਿੱਚ, ਤੇ ਉੱਥੇ ਕੁਝ ਭਾਰਤੀ ਸਮਰਥਕ ਗੱਡੀਆਂ ਦੇ ਉੱਤੇ ਤਿਰੰਗਾ ਲੈ ਕੇ ਉੱਥੇ ਪਹੁੰਚੇ ਸਨ। ਸੁਣਨ ਵਿੱਚ ਆਇਆ ਕਿ ਇਹਨਾਂ ਦੇ ਹੱਥਾਂ ਵਿੱਚ ਹੈਂਡਗਨ ਵੀ ਸੀ, ਜੋ ਕਿ ਸਾਨੂੰ ਹਜੇ ਨਹੀਂ ਪੁਸ਼ਟੀ ਕਿ ਅਸਲੀ ਸੀ ਜਾਂ ਨਕਲੀ ਸੀ। ਇਹਨਾਂ ਹੈਂਡਗਨਸ ਤੋਂ ਬਾਅਦ ਜਦੋਂ ਪੁਲਿਸ ਨੂੰ ਪੂਰਾ ਮਾਮਲਾ ਪਤਾ ਲੱਗਿਆ, ਇਹਦੇ ਵਿੱਚੋਂ 8 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਬਾਈ ਚਾਂਸ, ਰੱਬ ਨਾ ਕਰੇ, ਉੱਥੇ ਕੋਈ ਅਣਹੋਣੀ ਹੋ ਜਾਂਦੀ, ਆਪਸ ਵਿੱਚ ਕੋਈ ਕਹਾ ਸੁਣੀ ਹੋ ਜਾਂਦੀ, ਜੇ ਗੋਲੀਬਾਰੀ ਵੱਧ ਜਾਂਦੀ ਤਾਂ ਕਿੰਨਾ ਵੱਡਾ ਕਮਿਊਨਿਟੀ ਦੇ ਵਿੱਚ ਇਹ ਬਦਨਾਮੀ ਵਾਲਾ ਕੰਮ ਹੋ ਸਕਦਾ ਸੀ। ਬਿਲਕੁਲ ਤਰਨ, ਕਿਉਂਕਿ ਮੈਂ ਅੱਗੇ ਵੀ ਇਹ ਗੱਲ ਕੀਤੀ ਹੈ ਕਿ ਸਾਨੂੰ ਇਸ ਅਜਿਹੇ ਧਿਰਾਂ ਤਾਂ ਦੋਨੇ ਉਹੀ ਨੇ ਨਾ, ਉੱਥੋਂ ਦੀਆਂ ਹੀ ਆਈ ਹੋਈਆਂ ਨੇ, ਉੱਥੇ ਨਾਲ ਹੀ ਸੰਬੰਧਿਤ ਨੇ ਦੋਨਾਂ ਦਾ। ਅਸੀਂ ਚਾਹੇ ਉਹ ਖਾਲਿਸਤਾਨੀ ਹੈ, ਚਾਹੇ ਕੋਈ ਇੰਡੀਅਨ ਸਮਰਥਕ ਆ, ਸਾਰਿਆਂ ਦਾ ਉਸ ਮਿੱਟੀ ਨਾਲ ਪਿਆਰ ਜ਼ਰੂਰ ਹੈ। ਉੱਥੇ ਪੈਦਾ ਹੋਏ ਆ, ਉੱਥੋਂ ਦਾ ਮੋਹ ਆਉਂਦਾ ਜਾਣ ਨੂੰ, ਇਸੇ ਕਰਕੇ ਜੀ ਕਰਦਾ। ਇਸੇ ਕਰਕੇ ਸਾਡੀ ਬਹੁਤੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਇਨਵੈਸਟਮੈਂਟ ਕੀਤੀ ਜਾਵੇ। ਹਾਲਾਂਕਿ ਹੁਣ ਹਾਲਾਤ ਬਦਲ ਰਹੇ ਨੇ, ਕਿਤੇ ਵੀ ਇੰਡੀਆ ਦੀ ਟੀਮ ਕਿਤੇ ਖੇਡਦੀ ਹੋਵੇ ਤਾਂ ਚੰਗਾ ਪਰਫਾਰਮ ਕਰਦੀ ਹੋਵੇ, ਚਾਹੇ ਹਾਕੀ ਦੀ ਹੈ ਚਾਹੇ ਕੋਈ ਵੀ ਟੀਮ ਹੈਗੀ ਆ, ਸਾਨੂੰ ਚੰਗਾ ਲੱਗਦਾ ਵੀ ਹਾਂ ਸਾਡਾ ਉਸ ਕੰਟਰੀ ਨਾਲ ਸੰਬੰਧ ਹੈਗਾ ਤੇ ਉੱਥੋਂ ਦੀ ਟੀਮ ਜਿੱਤ ਰਹੀ ਹੈ। ਜਦੋਂ ਹਾਰ ਜਾਂਦੀ ਹੈ ਸਾਨੂੰ ਅਫਸੋਸ ਹੁੰਦਾ ਕਿ ਸਾਡੀ ਹਾਕੀ ਦੀ ਟੀਮ ਹਰ ਵਾਰੀ ਕਿੰਨੀ ਦੇਰ ਹੋ ਗਈ ਹੈ ਅਸੀਂ ਓਲੰਪਿਕ ਨਹੀਂ ਜਿੱਤ ਸਕੇ। ਮੋਹ ਹੈਗਾ, ਪਰ ਜਿਹੜੀਆਂ ਇਹ ਗੱਲਾਂ ਨੇ ਅਖੀਰ ਓਵਰਆਲ ਸਾਰਿਆਂ ਵਾਸਤੇ ਹੀ ਇਹ ਸਾਡੀ ਜਿਹੜੀ ਛਵੀ ਹੈ ਉਹ ਮਾੜੀ ਹੁੰਦੀ ਹੈ ਜੀ। ਬਿਲਕੁਲ ਜੀ, ਅਗਲੀ ਖਬਰ ਵੀ ਮੰਦਭਾਗੀ ਖਬਰ ਹੈ ਜੀ ਬਰੈਂਪਟਨ ਤੋਂ, ਜਿੱਥੇ ਬੀਤੇ ਹਫਤੇ ਵਿੱਚ ਇੱਕ ਪੰਜਾਬੀ ਸਟੂਡੈਂਟ ਨੇ, ਇੰਟਰਨੈਸ਼ਨਲ ਸਟੂਡੈਂਟ ਨੇ ਸੁਸਾਈਡ ਕਰ ਲਈ। ਪਹਿਲਾਂ ਇੱਕ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਿਛਲੇ ਹਫਤੇ, ਜਿੱਥੇ ਇੱਕ 21 ਸਾਲਾ ਬਰੈਂਪਟਨ ਦੇ ਹੀ ਇੰਟਰਨੈਸ਼ਨਲ ਸਟੂਡੈਂਟ ਨੂੰ ਸਟੈਬਿੰਗ ਦੀ ਘਟਨਾ ਹੋਈ ਸੀ, ਜਿਹਦੇ ਵਿੱਚ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਵਿੱਚ ਇੱਕ ਅਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤੇ ਹੁਣ ਜਿਹੜੀ ਖਬਰ ਆ ਰਹੀ ਹੈ, ਬੁੱਧਵਾਰ ਦੇ ਕਰੀਬ ਇਸ ਇੰਟਰਨੈਸ਼ਨਲ ਸਟੂਡੈਂਟ ਨੇ ਸੁਸਾਈਡ ਕੀਤੀ ਹੈ, ਜਿਹਦੀ ਪਛਾਣ ਜੀ 21 ਸਾਲਾ ਵਿਸ਼ਾਲ ਸਿੰਘ ਰਾਏ ਦੇ ਵਜੋਂ ਹੋਈ ਹੈ। ਇਹ ਮੂਲ ਰੂਪ ਨਾਲ ਮੰਜਲੀ ਖੁਰਦ ਤਹਿਸੀਲ ਸਮਰਾਲਾ ਦਾ ਰਹਿਣ ਵਾਲਾ ਸੀ। ਜੀ ਸਰ। ਤਰਨ, ਇਹ ਜਿਹੜੀ ਘਟਨਾ ਵਾਪਰੀ ਹੈ, ਮੈਂ ਇਸ ਘਟਨਾ ਦੇ ਨਾਲ ਨਹੀਂ ਸੰਬੰਧ ਗੱਲ ਕਰ ਰਿਹਾ, ਮੈਂ ਓਵਰਆਲ ਗੱਲ ਕਰ ਰਿਹਾ। ਅੱਗੇ ਵੀ ਆਪਾਂ ਇਹ ਗੱਲ ਕੀਤੀ ਹੈ ਕਿ ਜਿਹੜੇ ਸਟੂਡੈਂਟਸ ਨੇ ਉਹ ਛੋਟੀ ਉਮਰ 'ਚ ਆ ਰਹੇ ਨੇ, ਹਜੇ ਮੈਚਿਓਰ ਨਹੀਂ ਹੋਏ ਹੁੰਦੇ। ਫਿਰ ਪ੍ਰੋਬਲਮ ਇਹ ਹੋਰ ਆ ਤਰਨ, ਕਈਆਂ ਨੂੰ ਮੇਰੀ ਸ਼ਾਇਦ ਗੱਲ ਚੰਗੀ ਨਾ ਲੱਗੇ, ਆ ਕੇ ਇੱਥੇ ਸਟੂਡੈਂਟਸ ਦੇ ਰਿਲੇਸ਼ਨ ਬਣਦੇ ਨੇ। ਪਿੱਛੇ ਉਹਨੇ ਖੁੱਲ੍ਹ ਕੇ ਰਿਲੇਸ਼ਨ ਨਹੀਂ ਹੈਗੇ, ਇੱਥੇ ਰਿਲੇਸ਼ਨ ਬਣਦੇ ਨੇ। ਔਰ ਜਿਹੜੇ ਬਣਦੇ ਨੇ, ਕਈ ਵਾਰੀ ਜਿਹੜੇ ਕਈ ਰਹਿ ਜਾਂਦੇ ਨੇ, ਉਹ ਇਸ ਫਿਰ ਹੁੰਦੇ ਆ ਕਿ ਮੇਰੇ ਨਾਲ ਦਿਆਂ ਦਾ ਰਿਲੇਸ਼ਨ ਹੋ ਗਿਆ, ਮੇਰਾ ਕਿਉਂ ਨਹੀਂ ਹੈਗਾ। ਇਹ ਮੈਂ ਦੋਨੇ ਤਰ੍ਹਾਂ ਦੀ ਗੱਲ ਕਰ ਰਿਹਾ ਜੀ, ਮੁੰਡੇ ਦੀ ਗੱਲ ਕਰ ਰਿਹਾ, ਕੁੜੀ ਦੀ ਵੀ ਗੱਲ ਕਰ ਰਿਹਾ। ਕਿਸੇ ਨੂੰ ਚੰਗੀ ਸ਼ਾਇਦ ਨਾ ਲੱਗੇ, ਔਰ ਉਹਦੇ ਵਿੱਚ ਜਦੋਂ ਕਿਸੇ ਬਿਨਾਂ ਕਿਸੇ ਸਿਰਫ ਇਸ ਕਰਕੇ ਰਿਲੇਸ਼ਨ ਬਣਿਆ ਕਿ ਮੇਰਾ ਰਿਲੇਸ਼ਨ ਹੈ ਨਹੀਂਗਾ, ਤੇ ਚਾਂਸਸ ਹੈ ਤਰਨ ਉਹਦੇ 'ਚ ਕੋਈ ਨਾ ਕੋਈ ਖਟਪਟੀ ਵੀ ਹੋਏਗੀ, ਕਿਉਂਕਿ ਤੁਹਾਡਾ ਲੈਵਲ ਇੱਕ ਨਹੀਂ ਹੈਗਾ ਉਹਦੇ 'ਚ। ਔਰ ਜਸਟ ਫॉर द ਸੇਕ ਆਫ ਹੈਵਿੰਗ ਅ ਰਿਲੇਸ਼ਨ, ਉਹ ਕਈ ਵਾਰੀ ਗਲਤ ਹੋ ਜਾਂਦਾ, ਉਲਟ ਹੋ ਜਾਂਦਾ, ਉਹਦੇ ਵੱਖਰੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਫਿਰ ਜਿਹੜਾ ਪੀਅਰ ਪ੍ਰੈਸ਼ਰ ਹੈ, ਨਾਲ ਦੇ ਦਾ ਰਿਲੇਸ਼ਨ ਹੈਗਾ, ਮੇਰਾ ਹੈ ਨਹੀਂਗਾ, ਮੇਰਾ ਕਿਉਂ ਨਹੀਂ ਹੈ, ਬੰਦਾ ਉਹਦੇ ਕਰਕੇ ਬਹੁਤ ਪ੍ਰੈਸ਼ਰ ਹੈ, ਪੜ੍ਹਾਈ ਦਾ ਪ੍ਰੈਸ਼ਰ ਹੈ। ਫਿਰ ਇੱਥੇ ਇਨਕਮ ਚਾਹੀਦੀ ਹੈ, ਬੱਚੇ ਨੇ ਇੰਨੇ ਘੰਟੇ ਕੰਮ ਕਰਨਾ, 20 ਘੰਟੇ ਅਲਾਊਡ ਹੈਗਾ, 20 ਘੰਟੇ ਦੇ ਨਾਲ ਕਈ ਵਾਰੀ ਗੁਜ਼ਾਰਾ ਨਹੀਂ ਹੁੰਦਾ। ਕਈ ਵਾਰੀ ਬੱਚੇ ਬਾਹਰ ਕੰਮ ਕਰਦੇ ਨੇ ਉਹਨਾਂ ਘੰਟਿਆਂ ਤੋਂ ਬਿਨਾਂ, ਕੈਸ਼ ਤੇ ਕੰਮ ਕਰਦੇ ਨੇ, ਇਟਸ ਅ ਫੈਕਟ। ਕੈਸ਼ ਤੇ ਕੰਮ ਕਰਦੇ ਨੇ, ਘੱਟ ਮਿਲਦਾ। ਉੱਥੇ ਜਿਹੜੇ ਜਿਨ੍ਹਾਂ ਕੋਲੇ ਕੰਮ ਕਰਦੇ ਉਹ ਐਕਸਪਲੋਇਟ ਕਰਦੇ ਨੇ। ਫਿਰ ਬੱਚੇ ਦੇ ਮਨ 'ਚ ਇਹ ਆਉਂਦਾ, ਮੈਂ ਕੰਮ ਇੰਨਾ ਕਰ ਰਿਹਾ, ਮੇਰੇ ਨਾਲ ਦੇ ਨੂੰ ਤਾਂ $14 $50 ਐਨ ਆਵਰ ਮਿਲ ਰਹੇ ਨੇ, ਮੈਨੂੰ ਨਾਟ ਈਵਨ $10। ਇਹ ਗੱਲ ਮਨ 'ਚ ਆਉਣ ਲੱਗ ਜਾਂਦੀ ਹੈ, ਬੱਚਾ ਝੁਰਨ ਲੱਗ ਜਾਂਦਾ ਹੈ, ਡਿਮੋਰਲਾਈਜ਼ ਹੋ ਜਾਂਦਾ ਹੈ। ਔਰ ਇਹ ਵੀ ਇੱਕ ਕਾਰਨ ਹੈਗਾ ਜਿਹੜਾ ਬੱਚੇ ਨੂੰ ਸੁਸਾਈਡ ਵਾਲੇ ਪਾਸੇ ਰਹਿਣ। ਸੈਕੰਡਲੀ, ਪੇਰੈਂਟਸ ਇੱਥੇ ਹੈ ਨਹੀਂ ਗਏ, ਪੇਰੈਂਟਸ ਪਿੱਛੇ ਬੈਠੇ ਆ, ਉਹਨਾਂ ਕੋਲ ਕੋਈ ਮੈਂਟਰ ਨਹੀਂ ਹੈ ਜਿਹਦੇ ਨਾਲ ਗੱਲ ਕੀਤੀ ਜਾ ਸਕੇ, ਜਿਹੜਾ ਕੋਈ ਹੌਸਲਾ ਦੇ ਸਕੇ। ਜੇ ਹੌਸਲਾ ਵੀ ਦੇਣਾ ਤਾਂ ਪੇਰੈਂਟ ਨੇ ਫੋਨ ਤੇ ਦੇਣਾ। ਕਿੰਨੀ ਦੇਰ ਫੋਨ ਤੇ ਪੇਰੈਂਟ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਇਹਦੇ ਬਾਰੇ ਪਤਾ ਲੱਗਿਆ ਜੀ, ਇਹ ਆਪਣੇ ਪੇਰੈਂਟਸ ਨੂੰ ਹੌਸਲਾ ਦਿੰਦਾ ਹੁੰਦਾ ਸੀਗਾ ਵੀ ਤੁਸੀਂ ਚੜ੍ਹਦੀ ਕਲਾ 'ਚ ਰਹੋ, ਗੱਲ ਕੁਛ ਵੀ ਨਹੀਂ ਹੈ। ਆਪ ਬੱਚਾ ਸੁਸਾਈਡ ਕਰ ਗਿਆ। ਦੇयर ਇਜ਼ ਸਮਥਿੰਗ ਇਜ਼ ਸਿਮਰਿੰਗ। ਇਸ ਸੁਸਾਇਟੀ ਦੇ ਵਿੱਚ ਸਾਡੀ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ। ਅਸੀਂ ਘਰੋਂ ਬੱਚਿਆਂ ਨੂੰ ਤਾਂ ਭੇਜਤਾ, ਚੰਗਾ ਚੜ੍ਹ ਜਾ ਜਹਾਜ਼, ਗੱਲ ਹੀ ਕੋਈ ਨਹੀਂ, ਤੈਨੂੰ PR ਮਿਲ ਜਾਣੀ ਹੈ, ਪਰ ਉਹ ਬੱਚਾ
ਕਿਹੜੀਆਂ ਕਿਹੜੀਆਂ ਮਜਬੂਰੀਆਂ ਕਿਹੜੇ ਕਿਹੜੇ ਹਾਲਾਤਾਂ ਵਿੱਚੋਂ ਜਾਂਦਾ। ਪੇਰੈਂਟਸ ਇਸ ਗੱਲ ਨੂੰ ਸੋਚ ਨਹੀਂ ਸਕਦੇ। ਤੁਸੀਂ ਪੇਰੈਂਟ ਕਹਿੰਦੇ ਸੀ ਤੈਨੂੰ ਪੈਸੇ ਭੇਜ ਰਹੇ ਆ, ਕਰਨੇ ਵੀ ਹੈ ਨਾ, ਹਾਂ ਪੈਸਾ ਤੂੰ ਬੱਚਾ ਪੈਸਾ ਮੰਗਦਾ ਅਸੀਂ ਤੈਨੂੰ ਪੈਸੇ ਭੇਜ ਰਹੇ, ਤੈਨੂੰ ਤਾਂ ਹੋਰ ਕੀ ਚਾਹੀਦਾ। ਪਰ ਇਕੱਲਾ ਪੈਸਾ ਹੀ ਇਨਫ ਨਹੀਂ ਹੈ। ਤੁਹਾਨੂੰ ਜਿਹੜੀ ਮੈਂਟਰਿੰਗ ਹੈਗੀ ਆ, ਜਿਹੜੀ ਖਾਦ ਉਹੀ ਗੱਲ ਆ ਜਾਂਦੀ ਆ, ਜਿਹੜੀ ਮਾਂ ਦੀ ਪੱਕੀ ਰੋਟੀ ਆ ਉਹ ਮਿਲਣੋਂ ਹਟ ਜਾਂਦੀ ਹੈ, ਇੱਥੋਂ ਬਾਹਰੋਂ ਲੈ ਕੇ ਆਉਣੀ ਹੈ। ਠੀਕ ਹੈ, ਉਹ ਪੇਰੈਂਟਸ ਦੇ ਕਹਿੰਦੇ ਜੀ ਤੂੰ ਆਪਦੇ ਘਰੇ ਲਵਾ ਲਾ, ਜਿਹੜੀ ਆਉਂਦੀ ਆ ਹਫਤੇ ਹਾਂ ਟਿਫਨ ਸਰਵਿਸ ਹੈਗੀ ਆ ਉਹ ਆਉਂਦੀ ਆ, ਪਰ ਤੁਸੀਂ ਕਿੰਨੀ ਦੇਰ ਟਿਫਨ ਸਰਵਿਸ ਖਾ ਸਕਦੇ ਹੋ। ਤੁਹਾਨੂੰ ਜਿਹੜੀ ਉਹ ਆਪਣਤ ਹੈਗਾ, ਪਿਆਰ ਹੈ, ਹਾਂ ਤੈਨੂੰ ਪਿਆਰ ਹੈ ਨਾ, ਜਿਹੜਾ ਆਪਣਤ ਹੈ ਉਹ ਨਹੀਂ ਹੈਗੀ। ਉਹ ਬੱਚਾ ਉਸ ਚੀਜ਼ ਨੂੰ ਮਿਸ ਕਰਦਾ ਔਰ ਕਈ ਵਾਰੀ ਉਹ ਗਾਈਡੈਂਸ ਗਲਤ ਹੋ ਜਾਂਦੀ ਹੈ ਔਰ ਇਹ ਹਾਲਾਤ ਵਾਲੇ ਪਾਸੇ ਨੂੰ ਬੱਚੇ ਤੁਰ ਜਾਂਦੇ ਨੇ। ਮੇਰੇ ਉੱਥੋਂ ਜਿਹੜੇ ਮਾਪੇ ਬੈਠੇ ਨੇ ਉਹਨਾਂ ਨੂੰ ਅਪੀਲ ਹੈ, ਪਲੀਜ਼ ਠੀਕ ਆ, ਅਸੀਂ ਸਭ ਚਾਹੁੰਦੇ ਸੀ ਕਿ ਅਸੀਂ ਇੱਥੇ ਆਈਏ, ਇੱਥੇ ਫਿਊਚਰ ਬਹੁਤ ਵਧੀਆ, ਪਰ ਬੱਚਿਆਂ ਨੂੰ ਮੈਚਿਓਰ ਕਰਕੇ ਭੇਜੋ, ਉੱਥੇ ਬੱਚਿਆਂ ਨੂੰ ਸਭ ਕੁਝ ਸਿਖਾ ਕੇ ਭੇਜੋ। ਇਕੱਲਾ ਔਨਲਾਈਨ ਪੜ੍ਹੇ ਤੇ ਗੱਲ ਨਹੀਂ ਬਣਦੀ ਹੈਗੀ ਆ, ਉੱਥੇ ਬੱਚੇ ਨੂੰ ਪਹਿਲਾਂ ਕਰੇ ਪ੍ਰੈਕਟੀਕਲ ਸਾਰਾ ਕੁਝ ਕਰਨਾ ਸਿਖਾਓ, ਹਾਊ ਟੂ ਡੀਲ ਵਿਦ ਆਲ ਦਾ ਪ੍ਰੋਬਲਮਸ। ਇਸ ਗੱਲ ਦੇ ਵਿੱਚ ਰਹੋ, ਇਸ ਤੋਂ ਉੱਤੇ ਲੁਕੋ ਰੱਖਦੇ ਆ ਬੱਚੇ ਨੂੰ, ਪ੍ਰੋਬਲਮ ਨੂੰ ਪਤਾ ਲੱਗ ਜੇ, ਉੱਥੇ ਪ੍ਰੋਬਲਮਸ ਨੂੰ ਐਕਸਪੋਜ਼ ਕਰੋ। ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਉੱਥੇ ਬਾਹਰ ਨਹੀਂ ਕੱਢਦੇ ਵੀ ਹਾਂ ਸਾਡੇ ਬੱਚੇ ਕਿਤੇ ਧੁੱਪ ਨਾ ਲੱਗ ਜਾਣ ਆਲ ਦੈਟ, ਹੈ ਨਾ, ਮਤਲਬ ਪੇਰੈਂਟਸ ਉਹਨਾਂ ਨੂੰ ਜ਼ਿਆਦਾ ਸੋਸ਼ਲ ਵਰਕਸ ਦੇ ਵਿੱਚ ਨਹੀਂ ਪਾਉਂਦੇ, ਕੋਈ ਬਾਹਰਲਾ ਕੰਮ ਨਹੀਂ ਕਰਵਾਉਂਦੇ ਕਿ ਤੂੰ ਆਹ ਕਰਿਆ ਜਾ ਕੇ ਉਹ ਕਰਿਆ। ਕੁਝ ਅਜਿਹਾ ਹੀ ਇਹਦੇ ਨਾਲ ਹੁੰਦਾ ਸੀਗਾ ਤੇ ਕਹਿੰਦੇ ਨੇ ਜਦੋਂ ਇਹਦੇ ਫਾਦਰ ਸਾਹਿਬ ਨੇ ਇੱਕ ਸਥਾਨਕ ਰੇਡੀਓ ਚੈਨਲ ਨਾਲ ਗੱਲ ਕੀਤੀ, ਉਹਨਾਂ ਦਾ ਕਹਿਣਾ ਸੀ ਕਿ ਵਿਸ਼ਾਲ ਜੇਕਰ 20 ਮਿੰਟ ਵੀ ਤੁਹਾਨੂੰ ਪਤਾ ਹੁੰਦਾ ਸੀ ਕਿ ਉਹਦਾ ਸਕੂਲ ਕਿੰਨੇ ਵਜੇ ਆਫ ਹੋਣਾ, ਜੇ 20 ਮਿੰਟ ਵੀ ਉਹ ਲੇਟ ਹੋ ਜਾਂਦਾ ਸੀ ਤਾਂ ਜਦੀ ਉਹਨੂੰ ਫੋਨ ਕਰਦੇ ਸੀ ਵੀ ਕਿੱਥੇ ਰਹਿ ਗਿਆ। ਸੋ ਜਦੋਂ ਅਜਿਹੇ ਮਾਹੌਲ 'ਚ ਤੁਸੀਂ ਉੱਠ ਕੇ ਜਦੋਂ ਕੈਨੇਡਾ US ਵਰਗੀਆਂ ਕੰਟਰੀਜ਼ ਦੇ ਵਿੱਚ ਰੁੱਖ ਕਰਦੇ ਹੋ, ਇੱਕ ਤਾਂ ਮੈਂਟਲ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਬੱਚਿਆਂ ਦੇ ਉੱਤੇ। ਪੇਰੈਂਟਸ ਨੇ ਵੀ ਕਰਜ਼ਾ ਲੈ ਕੇ ਭੇਜਿਆ ਸੀ। ਉਹਦੇ ਫਾਦਰ ਨੇ ਦੱਸਿਆ ਕਿ ਉਹਨਾਂ ਦੀ ਇਨਕਮ ਦੀ ਗੱਲ ਕੀਤੀ ਜਾਵੇ ਤਾਂ ਪਰ ਮੰਥ 10,000 ਦੇ ਕਰੀਬ ਉਹਨਾਂ ਦੀ ਜਿਹੜੀ ਆ ਇਨਕਮ ਹੈਗੀ ਹੈ। ਅਜਿਹੇ ਵਿੱਚ ਕਰਜ਼ਾ ਚੁੱਕ ਕੇ ਭੇਜਣਾ, ਕਰਜ਼ੇ ਦੀਆਂ ਕਿਸ਼ਤਾਂ ਲਾਉਣੀਆਂ, ਬੈਕ ਫੈਮਿਲੀ ਨੂੰ ਵੀ ਸਪੋਰਟ ਕਰਨੀ। ਕਹਿੰਦੇ ਵਿਸ਼ਾਲ ਅਕਸਰ ਇਹ ਕਹਿੰਦਾ ਹੁੰਦਾ ਸੀਗਾ ਆਪਣੇ ਫਾਦਰ ਨੂੰ ਕਿ ਹੁਣ ਮੇਰਾ ਵਰਕ ਪਰਮਿਟ ਵਿੱਚ ਬਹੁਤ ਛੇਤੀ ਕਨਵਰਟ ਹੋ ਜਾਣਾ, ਤਾਂ ਮੈਂ ਤੁਹਾਨੂੰ ਜੌਬ ਤੋਂ ਹਟਾ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਐਸ਼ ਕਰੋਗੇ, ਮੈਂ ਤੁਹਾਨੂੰ ਵੀ ਪੈਸੇ ਭੇਜੂੰਗਾ, ਆਪਾਂ ਕਰਜ਼ਾ ਵੀ ਛੇਤੀ ਲਾ ਦੇਣਾ। ਸੋ ਅਜਿਹੀਆਂ ਗੱਲਾਂ ਕਰਦਾ ਹੁੰਦਾ ਸੀ ਤੇ ਆਪਣੇ ਪੇਰੈਂਟਸ ਨੂੰ ਵੀ ਪੂਰਾ ਸਪੋਰਟ ਕਰਦਾ ਹੁੰਦਾ ਸੀ। 31 ਅਗਸਤ ਨੂੰ ਉਹਦਾ ਬਰਥਡੇ ਸੀ, ਜਿਹਦੇ ਲਈ ਉਹ ਇੱਕ ਨਵੀਂ ਵਾਚ ਲੈ ਕੇ ਆਇਆ ਸੀ। ਕਹਿੰਦੇ ਉਹਨੂੰ ਘੜੀਆਂ ਦਾ ਬਹੁਤ ਸ਼ੌਂਕ ਸੀਗਾ, ਸੋ ਆਪਣੇ ਬਰਥਡੇ ਲਈ ਸਪੈਸ਼ਲੀ ਉਹਨੇ ਵੀਡੀਓਜ਼ ਬਣਾਈਆਂ ਸੀ, ਵਾਚ ਵਗੈਰਾ ਲੈ ਕੇ ਆਇਆ ਸੀ ਕਿ ਆਪਣੇ ਬਰਥਡੇ ਵਾਲੇ ਦਿਨ ਇਹ ਸਭ ਕੁਝ ਮੈਂ ਯੂਜ਼ ਕਰੂੰਗਾ ਇਹਨਾਂ ਚੀਜ਼ਾਂ ਨੂੰ। ਸੋ 21 ਸਾਲ ਦਾ ਪੂਰਾ ਹੋ ਜਾਣਾ ਸੀ ਉਹਨੇ 31 ਅਗਸਤ ਨੂੰ। ਸੋ ਪਤਾ ਨਹੀਂ ਅਜਿਹਾ ਦਿਮਾਗ ਵਿੱਚ ਕੀ ਆਇਆ ਕਿ ਇਸ ਤੋਂ ਪਹਿਲਾਂ ਹੀ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਤਾ ਨਹੀਂ ਤਰਨ ਕੀ ਕਾਰਨ ਹੋਏਗਾ, ਆਪਾਂ ਇਸ ਪਾਰਟਿਕੂਲਰ ਕੇਸ ਬਾਰੇ ਕਾਰਨ ਨਹੀਂ ਜਾਣਦੇ ਹਾਂ, ਪਰ ਜਿਹੜੇ ਨੇੜੇ ਤੇੜੇ ਦੇ ਉਹਨਾਂ ਦੇ ਦੋਸਤ ਮਿੱਤਰ ਹੋਣਗੇ ਉਹਨਾਂ ਸਭ ਨੂੰ ਇਸ ਗੱਲ ਦਾ ਪਤਾ ਹੋਏਗਾ ਜੀ। ਪਰ ਫਿਰ ਵੀ ਮੇਰੀ ਉੱਥੋਂ ਪੇਰੈਂਟਸ ਨੂੰ ਅਪੀਲ ਹੈ ਜੀ, ਪਲੀਜ਼ ਬੱਚਿਆਂ ਨੂੰ ਮੈਚਿਓਰ ਕਰਕੇ ਭੇਜੋ। ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਮੰਨਿਓ ਜਾਂ ਨਾ ਮੰਨਿਓ, ਤੁਹਾਡੇ ਕੋਲ ਚਾਹੇ ਕਿੰਨੇ ਪੈਸੇ ਹੋਣ, ਬੱਚਾ ਇੱਥੇ ਆ ਕੇ ਜੀ ਉਹਨੂੰ ਕੰਮ ਕਰਨਾ ਪੈਂਦਾ ਔਰ ਸੱਚੀ ਕੰਮ ਕਰਨਾ ਪੈਂਦਾ। ਇਹ ਉਹ ਨਾ ਸਮਝੋ ਵੀ ਜੇ ਤੁਸੀਂ ਆਫਿਸਰਸ ਹੈਗੇ ਹੋ ਦੈਟਸ ਫਾਈਨ, ਬੱਚੇ ਇੱਥੇ ਆ ਕੇ ਆਫਿਸਰਸ ਨਹੀਂ ਹੈਗੇ, ਆ ਕੇ ਜੀ ਉਹਨਾਂ ਨੂੰ ਜਿਹੜੀ ਵੀ ਕੋਈ ਜੌਬ ਮਿਲਦੀ ਹੈ। ਪ੍ਰੋਬਲਮ ਇਹ ਹੈ ਜੀ ਜੌਬਸ ਘੱਟ ਨੇ, ਜੌਬਸ ਇੱਕ ਜੌਬ ਪਿੱਛੇ ਕਈ ਬੱਚੇ ਜਾਂਦੇ ਆ ਜੀ ਕੰਮ ਕਰਨ ਵਾਸਤੇ, ਇੰਨਾ ਮੁਕਾਬਲਾ ਹੈਗਾ, ਇਟਸ ਨਾਟ ਈਜ਼ੀ। ਬੱਚਿਆਂ ਦਾ ਪਲੀਜ਼ ਮੈਚਿਓਰ ਕਰਕੇ ਭੇਜੋ, ਖਿਆਲ ਰੱਖੋ ਉਹਨਾਂ ਦਾ, ਉਹਨਾਂ ਨਾਲ ਪੂਰਾ ਕਨੈਕਸ਼ਨ ਰੱਖੋ ਵੀ ਬੱਚਾ ਕਿਸੇ ਡਿਮੋਰਲਾਈਜ਼ ਨਾ ਹੋਵੇ। ਸਭ ਤੋਂ ਵੱਡੀ ਗੱਲ ਇਹ ਹੈ ਜੀ, ਡਿਮੋਰਲਾਈਜ਼ ਕਦੋਂ ਹੁੰਦੇ ਜੀ, ਜਦੋਂ ਮੈਚਿਓਰ ਨਹੀਂ ਹੈ ਬੱਚਾ। ਪਲੀਜ਼ ਉਹਨਾਂ ਦੀ ਸੋਚ, ਉਹਨਾਂ ਦੀ ਗੱਲਬਾਤ, ਉਹਨਾਂ ਨੂੰ ਮੈਚਿਓਰ ਕਰਕੇ ਭੇਜੋ ਜੀ। ਕੋਸ਼ਿਸ਼ ਕਰੋ ਕਿ ਬਹੁਤ ਛੋਟੀ ਉਮਰ 'ਚ ਬੱਚਾ ਨਾ ਭੇਜੋ। ਬਿਲਕੁਲ ਜੀ, ਤੇ ਆਪਣੇ ਦਰਸ਼ਕਾਂ ਨੂੰ ਅਪੀਲ ਹੈ ਕਿ ਵਿਸ਼ਾਲ ਸਿੰਘ ਰਾਏ ਦੇ ਨਾਮ ਦੇ ਉੱਤੇ GoFundMe ਪੇਜ ਦੇ ਉੱਤੇ ਉਹਦੀ ਹੁਣ ਮ੍ਰਿਤਕ ਦੇ ਜਿਹੜੀ ਆ ਵਾਪਸ ਉਸ ਦੇ ਪਿੰਡ ਭੇਜਣੀਆਂ। ਸੋ ਉਸ ਦੇ ਮਾਤਾ ਪਿਤਾ ਆਪਣੇ ਬੇਟੇ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਨੇ। ਸੋ GoFundMe ਪੇਜ ਦੇ ਉੱਤੇ ਤੁਸੀਂ ਡਾਲਰ ਇਸ ਵਕਤ ਬਹੁਤ ਕੀਮਤੀ ਆ, ਸੋ ਉਹਨਾਂ ਨੇ ਫੰਡ ਦੇ ਲਈ GoFundMe ਪੇਜ ਦੇ ਉੱਤੇ ਇੱਕ ਮੁਹਿੰਮ ਚਲਾਈ ਹੈ। ਸੋ ਜੇਕਰ ਤੁਸੀਂ ਵਿੱਚ ਥੋੜੀ ਬਹੁਤ ਸਪੋਰਟ ਕਰ ਸਕਦੇ ਹੋ, 5-5, 10-10 ਡਾਲਰ ਵੀ ਬਹੁਤ ਸਹਾਈ ਹੋਣਗੇ। ਸੋ GoFundMe ਪੇਜ ਦੇ ਉੱਤੇ ਜਾ ਕੇ ਤੁਸੀਂ ਵਿਸ਼ਾਲ ਸਿੰਘ ਰਾਏ ਦੇ ਪੇਜ ਤੇ ਕੁਝ ਡੋਨੇਟ ਕਰ ਸਕਦੇ ਹੋ ਤਾਂ ਜ਼ਰੂਰ ਡੋਨੇਟ ਕਰਿਓ। ਅਗਲੀ ਖਬਰ ਵੱਲ ਵਧਦੇ ਹਾਂ ਸਰ, ਸਾਈਬਰ ਅਟੈਕਸ ਦੀ ਗੱਲ ਕਰੀਏ। CRA ਦੇ ਪੇਜ ਦੇ ਉੱਤੇ ਅਸੀਂ ਅਕਸਰ ਗੱਲ ਕੀਤੀ ਆ ਸਰਵਿਸ ਬੈਨੀਫਿਟ ਵੇਲੇ ਵੀ ਕਿ ਸਾਈਬਰ ਅਟੈਕ ਬਹੁਤ ਜ਼ਿਆਦਾ ਹੋ ਰਿਹਾ, ਪਰ ਹੁਣ ਕੈਨੇਡਾ ਦੀ ਗਵਰਨਮੈਂਟ ਕਹਿ ਰਹੀ ਹੈ ਕਿ ਉਹਨੇ ਇਹਨਾਂ ਸਭ ਚੀਜ਼ਾਂ ਨਾਲ ਡੀਲ ਕਰ ਲਿਆ ਤੇ ਸਭ ਕੁਝ ਅੰਡਰ ਕੰਟਰੋਲ ਹੈ। ਤਰਨ ਇਹ ਕੱਲ੍ਹ ਇਹ ਗੱਲ ਹੋਈ ਆ, ਕੱਲ੍ਹ ਸਵੇਰ ਦੇ ਕੰਮ ਚੱਲ ਰਿਹਾ ਜਿਸ ਜੀ ਸਾਈਬਰ ਅਟੈਕ ਹੋਇਆ ਜੀ। ਲੋਕੀ ਦੇਖੋ ਕੁਛ ਵੀ ਹੈ ਤਰਨ, ਚਾਹੇ ਕਿੰਨੀਆਂ ਫਾਇਰਵਾਲਸ ਕ੍ਰੀਏਟ ਕੀਤੇ ਜਾਣ, ਕੁਛ ਵੀ ਕੀਤਾ ਜਾਵੇ, ਅਖੀਰ ਕੋਈ ਵੀ ਕੋਡ ਹੈ ਉਹ ਇਨਸਾਨ ਨੇ ਬਣਾਇਆ ਔਰ ਇਨਸਾਨ ਨੇ ਬ੍ਰੇਕ ਕਰਨਾ ਔਰ ਕਿਸੇ ਨੇ ਬ੍ਰੇਕ ਕਰ ਲਿਆ ਜੀ। ਔਰ ਬ੍ਰੇਕ ਵੀ ਉਹਨਾਂ ਨੇ ਪਤਾ ਕੀ ਕੀਤਾ ਤਰਨ, ਪਹਿਲਾਂ ਹੈਕਰਸ ਨੇ ਜਿਹੜਾ ਪਹਿਲਾਂ ਹੈਕ ਕੀਤੇ ਹੋਏ ਸੀ ਜਿਹੜੇ ਨਾਮ, ਉਹਨਾਂ ਦੇ ਵਿੱਚੋਂ ਹੀ ਉਹਨਾਂ ਨੇ ਲਿੰਕ ਲੱਭ ਕੇ ਅੱਗੇ ਜਾ ਕੇ ਹੈਕ ਕਰ ਲਿਆ। ਤੁਸੀਂ ਫਿਰ
ਤੁਹਾਨੂੰ ਇੱਕ ਰਿਕੁਐਸਟ ਹੈ ਜੀ, ਕਿਤੇ ਹੈਕ ਹੋਇਆ ਹੋਇਆ ਤੁਹਾਡਾ ਅਕਾਊਂਟ ਤਾਂ ਪਲੀਜ਼ ਉਹਦੇ ਜਿਹੜੇ ਪਾਸਵਰਡਸ ਵਗੈਰਾ ਹੈਗਾ ਉਹ ਬਹੁਤ ਜ਼ਿਆਦਾ ਸਟਰੋਂਗ ਚਾਹੀਦੇ ਕਿ ਮੁੜ ਕੇ ਉਹ ਤੁਹਾਡੇ ਅਕਾਊਂਟ ਨੂੰ ਹੈਕ ਨਾ ਕਰ ਸਕੇ। CRA ਦੇ ਅਕਾਊਂਟ ਦੇ ਵਿੱਚ ਜੀ ਲੋਕਾਂ ਨੇ 9000 ਤੋਂ ਉੱਪਰ ਤਰਨ ਜਿਹੜੇ ਅਕਾਊਂਟਸ ਨੇ ਉਹਦੇ ਵਿੱਚ ਇਹ ਹੈਕਿੰਗ ਹੋਈ ਆ। ਔਰ ਹੈਕਿੰਗ ਜਿਹੜੀ ਹੈਗੀ ਹੈ ਜੀ, ਜਿਹੜਾ ਆਪਾਂ ਮਾਈ ਅਕਾਊਂਟ ਹੈ ਜਿਹੜਾ CRA ਦਾ ਜੀ, ਉਹਦੇ ਵਿੱਚ ਜਾ ਕੇ ਹੋਈ ਆ, CRA ਦੇ ਦੂਸਰੇ ਅਕਾਊਂਟਸ ਦੇ ਵਿੱਚ ਹੋਈ ਆ। ਪਰ ਇਸ ਵੇਲੇ ਹੁਣ ਜਿਹੜਾ CRA ਜੀ ਕੈਨੇਡੀਅਨ ਰੈਵਨਿਊ ਏਜੰਸੀ ਹੈ ਜੀ, ਇਸ ਵੇਲੇ ਉਹਦੇ ਵਿੱਚ ਜੀ ਜ਼ਰੂਰ ਸਾਡੀ CRA ਕਹਿ ਰਹੀ ਹੈ ਕਿ ਅਸੀਂ ਉਹ ਕੰਟਰੋਲ ਦੇ ਵਿੱਚ ਕਰ ਰਿਹਾ, ਪਰ ਫਿਰ ਵੀ ਜੀ ਕੁਛ ਵੀ ਹੈ, ਤੁਸੀਂ ਜਦੋਂ ਵੀ ਕੋਈ ਪਾਸਵਰਡਸ ਵਗੈਰਾ ਵਰਤਦੇ ਹੋ ਉਹਦੇ ਕਰਕੇ ਇਹ ਆਨਲਾਈਨ ਜਾ ਕੇ ਜਿਨ੍ਹਾਂ ਨੇ CERP ਆਨਲਾਈਨ ਮਿਲ ਰਿਹਾ ਜੀ, ਜਿਨ੍ਹਾਂ ਨੂੰ ਉਹਨਾਂ ਦੇ ਕਈ ਅਕਾਊਂਟ ਕੰਪਰੋਮਾਈਜ਼ ਹੋਏ ਨੇ ਜੀ। ਔਰ ਉਹ ਤੁਹਾਨੂੰ ਜਿਹੜੀ CRA ਕੰਟੈਕਟ ਕਰ ਰਹੀ ਆ ਤੁਹਾਨੂੰ, ਉਹ ਵੀ ਫੋਨ ਤੇ ਨਹੀਂ ਜੀ ਹੋਣਾ ਪਲੀਜ਼, ਕਿਉਂਕਿ ਤੁਹਾਨੂੰ ਹੋਰ ਨਾ ਕਾਲਾਂ ਇਹ ਵੀ ਆਉਣ ਲੱਗ ਜਾਣ। ਉਹ CRA ਤੁਹਾਨੂੰ ਕੰਟੈਕਟ ਕਰ ਰਹੀ ਹੈ ਜੀ, ਤੇ ਉਹ ਉਸ ਚੀਜ਼ ਦਾ ਜਵਾਬ ਦਿਓ ਪ੍ਰੋਪਰਲੀ। ਤੇ ਉਹ ਦੱਸ ਰਹੀ ਹੈ ਕਿ ਤੁਹਾਡਾ ਇਸ ਵੇਲੇ ਅਕਾਊਂਟ ਅਸੀਂ ਫ੍ਰੀਜ਼ ਕੀਤਾ ਹੈ, ਕਦੋਂ ਖੁੱਲ੍ਹੇਗਾ ਸਾਰਾ CRA ਤੁਹਾਨੂੰ, ਜੇ ਤੁਹਾਡਾ ਕੰਪਰੋਮਾਈਜ਼ ਹੋਇਆ ਹੈ ਜੀ, ਤੁਹਾਡੇ ਅਕਾਊਂਟ ਵਿੱਚ ਕੋਈ ਨੁਕਸ ਆਇਆ ਹੋਇਆ ਤਾਂ CRA ਤੁਹਾਨੂੰ ਕੰਟੈਕਟ ਕਰੇਗਾ ਜੀ। ਬਿਲਕੁਲ ਜੀ, ਸੋ ਇਹਨਾਂ ਚੀਜ਼ਾਂ ਤੋਂ ਵੀ ਸਾਵਧਾਨ ਰਹੋ, ਕਿਉਂਕਿ ਅਜੇ ਤੱਕ ਇਸ ਚੀਜ਼ ਦੀ ਬਹੁਤ ਪਰਮਾਰ ਹੋ ਰਹੀ ਹੈ ਕਿ ਸਰ ਵਾਰ-ਵਾਰ SIM ਨੰਬਰ ਨੂੰ ਲੈ ਕੇ, ਫਰੋਡ ਨੂੰ ਲੈ ਕੇ ਜਿਹੜੀਆਂ ਕਾਲਸ ਆ ਰਹੀਆਂ ਨੇ, ਸੋ ਕਾਲਸ ਦਾ ਕੋਈ ਵੀ ਰਿਪਲਾਈ ਨਾ ਕਰੋ, ਕੋਈ ਆਪਣੀ ਇਨਫੋਰਮੇਸ਼ਨ ਨਾ ਦਿਵੋ। ਉਸ ਤੋਂ ਅਗਲੀ ਖਬਰ ਸ਼ੇਅਰ ਕਰਦੇ ਹਾਂ ਸਰ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਸੀਨੀਅਰ ਜਿਹੜੇ ਨੇ, ਉਹਨਾਂ ਦੇ ਜਿਹੜਾ ਬੁੱਤ ਲੱਗਾ ਹੋਇਆ ਟੋਰਾਂਟੋ ਦੇ ਵਿੱਚ, ਉਹਨੂੰ ਦੂਸਰੀ ਵਾਰ ਡਿਫੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਾਨ ਦੇ ਵਿੱਚ ਤਰਨ ਇਹਨਾਂ ਦਾ ਬੁੱਤ ਲੱਗਿਆ ਹੈ ਜੀ। ਪਹਿਲਾਂ ਕੁਛ ਦੇਰ ਪਹਿਲਾਂ ਇਹਨਾਂ ਦੇ ਉੱਤੇ ਕਾਲਾ ਪੇਂਟ ਕਰ ਦਿੱਤਾ ਗਿਆ ਸੀਗਾ ਜੀ, ਤੇ ਹੁਣ ਇਹਨਾਂ ਦੇ ਉੱਤੇ ਸਪਰੇਅ ਕੀਤਾ ਗਿਆ ਜੀ ਪੇਂਟ ਬੁੱਤ ਦੇ ਉੱਤੇ। ਮੈਨੂੰ ਸਿਰਫ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਏਰੀਏ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਉਹ ਮੋਸਟਲੀ ਲਿਬਰਲ ਏਰੀਆ, ਮੋਸਟਲੀ ਉੱਥੋਂ ਲਿਬਰਲ ਹੋਈ ਜਿੱਤਦੇ ਰਹੇ ਨੇ, ਉਹਨਾਂ ਏਰੀਆ ਦੇ ਵਿੱਚੋਂ ਸਵਿਚ ਹੋ ਜਾਂਦਾ, ਦੈਟਸ ਡਿਫਰੈਂਟ ਸਟੋਰੀ। ਪਰ ਇੰਨੀ ਹੇਟ ਵਾਲਾ ਏਰੀਆ ਨਹੀਂ ਹੈ ਜੀ ਕਿ ਪੀਅਰ ਐਲੀਅਟ ਟਰੂਡੋ, ਜਿਹੜੇ ਕਿ ਹੁਣ ਟਰੂਡੋ ਸਾਹਿਬ ਨੇ ਉਹਨਾਂ ਦੇ ਫਾਦਰ ਨੇ ਜੀ। ਹਾਂ, ਵੈਸਟ ਦੇ ਵਿੱਚ ਉਹਨਾਂ ਨੂੰ ਜ਼ਰੂਰ ਉਹਨਾਂ ਦਿਨਾਂ ਵਿੱਚ ਕਈ ਵਾਰੀ ਪਸੰਦ ਨਹੀਂ ਕੀਤਾ ਗਿਆ, ਕਿਉਂਕਿ ਇੱਕ ਜਗ੍ਹਾ ਤੇ ਪ੍ਰੋਟੈਸਟ ਦੇ ਉੱਤੇ ਕਰ ਰਹੇ ਸੀਗੇ ਜੀ, ਤੇ ਪੀਅਰ ਐਲੀਅਟ ਟਰੂਡੋ ਸਾਹਿਬ ਨੇ ਮਿਡਲ ਫਿੰਗਰ ਰੇਜ਼ ਕਰਤੀ ਸੀਗੀ, ਫਾਰਮਰਸ ਪ੍ਰੋਟੈਸਟ ਕਰ ਰਹੇ ਸੀ ਐਜ਼ ਅ ਪ੍ਰਾਈਮ ਮਿਨਿਸਟਰ। ਉੱਥੇ ਤਾਂ ਮੈਂ ਮੰਨ ਲੈਂਦਾ ਵੀ ਇਹੋ ਜਿਹੀ ਗੱਲ ਹੋਈ ਹੈ, ਪਰ ਇਸ ਜਗ੍ਹਾ ਤੇ ਇਹ ਹੋਣਾ, ਦੁਬਾਰੇ ਹੋ ਜਾਣਾ, ਇਹ ਜਾਂ ਤਾਂ ਲੋਕਾਂ ਦੇ ਸੈਂਟੀਮੈਂਟਸ ਨੇ ਇਸ ਵੇਲੇ ਜਿਹੜੇ ਸਾਡੇ ਹੁਣ ਦੇ ਪ੍ਰਾਈਮ ਮਿਨਿਸਟਰ ਨੇ, ਸ਼ਾਇਦ ਇਹਨਾਂ ਤੇ ਕੋਈ ਰੰਜਿਸ਼ ਹੋਏਗੀ ਤੇ ਇਹਨਾਂ ਦੇ ਫਾਦਰ ਦੇ ਸਟੈਚੂ ਤੇ ਨਿਕਲ ਰਹੀ ਹੈ, ਡੋਂਟ ਨੋ ਵਾਟ ਇਟ ਇਜ਼। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਹੈ ਕਿ ਇਸ ਏਰੀਏ ਦੇ ਵਿੱਚ ਥੋੜੀ ਦੇਰ ਵਿੱਚ ਵੀ 2 ਵਾਰੀ ਡਿਫੇਸ ਕੀਤਾ ਗਿਆ। ਸਮਥਿੰਗ ਇਜ਼ ਬਰੂਇੰਗ ਇਹਦੇ ਬਾਰੇ ਜੀ। ਬਿਲਕੁਲ ਜੀ, ਅਗਲੀ ਖਬਰ ਹੈ US ਦੀ। ਅਮਰੀਕਾ ਦੇ ਵੱਲ ਰੁਖ ਕਰ ਲਈਏ। ਇਲੈਕਸ਼ਨਸ ਲਗਾਤਾਰ ਸੈੱਟ ਨੇ, ਨਵੰਬਰ ਦੇ ਵਿੱਚ ਇਲੈਕਸ਼ਨਸ ਨੇ। ਸੋ ਜਿਹੜੀ ਬੈਲਟ ਦੀ ਗੱਲ ਕਰੀਏ ਸਰ, ਇਸ ਵਕਤ ਕੁਝ ਏਰੀਆਸ ਅਜਿਹੇ ਨੇ ਜਿੱਥੇ ਕਿ ਸਪੈਸ਼ਲੀ ਨਾਰਥ ਕੈਰੋਲੀਨਾ, ਜਿੱਥੇ ਕਿ ਬੈਲਟਸ ਨੂੰ ਲੈ ਕੇ ਇਸ ਵਕਤ ਕਾਫੀ ਸ਼ਸ਼ੋਪੰਜ ਵਿੱਚ ਇਸ ਵਕਤ ਪਏ ਹੋਏ ਨੇ ਜਿਹੜੇ ਵੋਟਰਸ ਨੇ। ਕਹਿੰਦੇ ਨੇ ਕਿ ਉਹਨਾਂ ਦੇ ਕੋਲ ਜਿਹੜੇ ਬੈਲਟਸ ਪਹੁੰਚ ਰਹੇ ਨੇ ਉਹਦੇ ਵਿੱਚ ਸਿਰਫ ਅਤੇ ਸਿਰਫ ਟਰੰਪ ਸਾਹਿਬ ਦਾ ਫੇਸ ਹੀ ਨਜ਼ਰ ਆ ਰਿਹਾ। ਤਰਨ ਦੇਖੋ, ਜਿਹੜੀ ਯੂਨਾਈਟਿਡ ਸਟੇਟਸ ਦੀ ਪੋਸਟਲ ਸਰਵਿਸ ਹੈ, ਐਸੇ ਉਹਨਾਂ ਨੂੰ $25 ਬਿਲੀਅਨ ਚਾਹੀਦਾ ਜਿਹੜਾ ਆਪਰੇਸ਼ਨ ਨੂੰ ਸਾਰਾ ਕੁਝ ਚੱਲਣ ਵਾਸਤੇ, ਤੇ ਟਰੰਪ ਸਾਹਿਬ ਦੇ ਹੱਥ 'ਚੋਂ $25 ਬਿਲੀਅਨ ਹੈ। ਟਰੰਪ ਸਾਹਿਬ ਉਹ ਰਿਲੀਜ਼ ਨਹੀਂ ਕਰ ਰਹੇ। ਡੈਮੋਕ੍ਰੈਟਸ ਇਹਨਾਂ ਦੇ ਨਾਲ ਹੁਣ ਪੰਗਾ ਪਿਆ ਹੈ, 80 ਦਿਨ ਤੋਂ ਘੱਟ ਰਹਿ ਗਏ ਨੇ ਇਲੈਕਸ਼ਨ ਦੇ ਵਿੱਚ। ਹੁਣ ਜਿਹੜੀਆਂ ਬੈਲਟਸ ਤੁਸੀਂ, ਕਿਉਂਕਿ ਬਿਕਾਜ਼ ਆਫ ਦਾ ਕੋਵਿਡ-19 ਜੀ, ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪੋਲਿੰਗ ਸਟੇਸ਼ਨ 'ਤੇ ਜਾਣਾ ਪਵੇ, ਤੁਸੀਂ ਆਪਣੀ ਬੈਲਟ ਪਹਿਲਾਂ ਆਰਡਰ ਕਰ ਸਕਦੇ ਹੋ, ਤੁਸੀਂ ਉਹ ਬੈਲਟ ਨੂੰ ਪਾ ਕੇ ਤੁਸੀਂ ਬਾਈ ਮੇਲ ਭੇਜ ਸਕਦੇ ਹੋ। ਦੈਟਸ ਵਾਟ ਇਟ ਇਜ਼, ਐਬਸੈਂਟੀ ਬੈਲਟਸ, ਇਹ ਸਿਸਟਮ ਹੈਗਾ ਜੀ। ਸੋ ਲੋਕੀ ਮੰਗਵਾ ਰਹੇ ਨੇ ਬੈਲਟਸ, ਮੰਗਵਾ ਕੌਣ ਰਿਹਾ, ਜੋ ਕੁਛ ਹਿਸਾਬ ਕਿਤਾਬ ਐਸੇ ਜਿਹੜੀ ਪੋਲਿੰਗ ਚੱਲ ਰਹੀ ਹੈ ਉਹਦੇ 'ਚ ਬਹੁਤੇ ਡੈਮੋਕ੍ਰੈਟਸ ਜਿਹੜੇ ਝੁਕਾਅ ਵਾਲੇ ਲੋਕ ਆ, ਉਹ ਆਪਦੇ ਬੈਲਟਸ ਮੰਗਵਾ ਰਹੇ ਨੇ। ਤੇ ਹੁਣ ਪਤਾ ਕੀ ਹੋਇਆ, ਜਿਹੜੇ ਉਹ ਬੈਲਟਸ ਜਾ ਰਹੇ ਨੇ ਜੀ, ਉਹਦੇ ਨਾਲ ਟਰੰਪ ਸਾਹਿਬ ਦਾ ਨਾਲ ਫੋਟੋ ਵਾਲਾ ਕਾਰਡ ਜਾ ਰਿਹਾ। ਤੁਸੀਂ ਇਮੈਜਿਨ ਕਰੋ ਕਿੱਥੇ ਤੱਕ ਗੱਲ ਜਾ ਰਹੀ ਹੈ। ਇਹ ਆਪਾਂ ਇੰਡੀਆ 'ਚੋਂ ਆਏ ਹਾਂ, ਆਪਾਂ ਸਮਝਦੇ ਸੀ ਕਿ ਉੱਥੇ ਬਹੁਤ ਕੁਝ ਹੁੰਦਾ ਹੈ, ਆਹ ਗੱਲਾਂ ਹੋਣੀਆਂ ਇਹ ਐਕਸਪੈਕਟ ਨਹੀਂ ਸੀ ਕਰਦੇ। ਪਰ ਟਰੰਪ ਸਾਹਿਬ ਇਸ ਚੀਜ਼ ਨੂੰ ਇੰਨਾ ਨੀਵਾਂ ਲੈ ਕੇ ਚਲੇ ਗਏ ਨੇ। ਇੱਕ ਜਿਹੜਾ ਕੰਟਰੀ ਆਪਦੇ ਆਪ ਨੂੰ ਸਮਝਦਾ ਕਿ ਅਸੀਂ ਸਾਰੀ ਦੁਨੀਆ ਦੇ ਬਾਦਸ਼ਾਹ, ਉੱਥੇ ਇਹ ਕੁਝ ਹੋ ਰਿਹਾ ਔਰ ਉੱਥੋਂ ਦਾ ਪ੍ਰੈਜ਼ੀਡੈਂਟ ਇਹ ਕਰ ਰਿਹਾ। ਇਹ ਤਾਂ ਹੋ ਨਹੀਂ ਸਕਦਾ, ਪ੍ਰੈਜ਼ੀਡੈਂਟ ਦੀ ਮਰਜ਼ੀ ਬਿਨਾਂ ਹੋ ਰਿਹਾ, ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ। ਔਰ ਜਿਹੜਾ ਇਹ ਹੋਣਾ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਡੈਮੋਕ੍ਰੇਟਸ ਨੇ ਇਸ ਗੱਲ 'ਤੇ ਇਤਰਾਜ਼ ਕੀਤਾ। ਇਹ ਪਤਾ ਨਹੀਂ ਹੁਣ ਗੱਲ ਜਾਵੇਗੀ ਕਿੱਥੇ। ਦਿਨ ਰਹਿੰਦੇ 80 ਹੋਈ, 80 ਜਾਂ 80 ਤੋਂ ਘੱਟ ਰਹਿੰਦੇ ਨੇ ਜੀ। ਉਹਦੇ ਵਿੱਚ ਇਹਨਾਂ ਦੇ ਰਾਜ਼ੀਨਾਮਾ ਕਿਵੇਂ ਹੋਏਗਾ? ਜੇ $25 ਬਿਲੀਅਨ ਰਿਲੀਜ਼ ਨਹੀਂ ਹੁੰਦਾ
ਤਾਂ ਇਹ ਕੋਈ ਕੰਮ ਸੌਖਾ ਨਹੀਂ ਜੀ ਹੋਏਗਾ ਕਿ ਵੋਟਿੰਗ ਸਹੀ ਸਮੇਂ ਤੇ ਹੋਏਗੀ ਜਾਂ ਰਿਗਡ ਵੋਟਿੰਗ ਹੋਏਗੀ। ਸਰ ਡੈਮੋਕ੍ਰੇਟਸ ਨੂੰ ਕੀ ਜਾਣਦੇ ਨੇ ਮਿਸਟਰ ਟਰੰਪ? ਉਹਨਾਂ ਦਾ ਕਹਿਣਾ ਹੈ ਕਿ ਇਸ ਵਕਤ ਇੱਕ ਨਵੀਂ ਉਹਨਾਂ ਨੇ ਟ੍ਰੈਡੀਸ਼ਨ ਬ੍ਰੇਕ ਕੀਤੀ ਹੈ ਕਿ ਡੈਮੋਕ੍ਰੇਟਸ ਦੀ ਕਨਵੈਨਸ਼ਨ ਦੇ ਦੌਰਾਨ ਟਰੰਪ ਸਾਹਿਬ ਜਿਹੜੇ ਆ ਆਪਣੇ ਗੁੱਗੇ ਗਾਉਂਦੇ ਹੋਏ ਨਜ਼ਰ ਆਏ। ਇਹ ਤਰਨ ਦੇਖੋ, ਇਹ 'ਚ ਫਿਰ ਜੈਂਟਲਮੈਨਸ ਵਾਲੀ ਕੋਈ ਗੱਲ ਨਾ ਰਹੇਗੀ। ਇਹ ਸਾਰੀਆਂ ਪਾਰਟੀਆਂ ਇੱਕ ਦੂਜੇ ਦੀ ਰਿਸਪੈਕਟ ਕਰਦੀਆਂ ਨੇ। ਜਦੋਂ ਕਨਵੈਨਸ਼ਨ ਹੁੰਦੀ ਆ ਤਾਂ ਨੈਚੁਰਲੀ ਆ ਉਹਨਾਂ ਨੇ ਫੁੱਲ ਐਕਸਪੋਜ਼ਰ ਦੇਣਾ ਹੁੰਦਾ। ਮੈਂ ਤੁਹਾਨੂੰ ਛੋਟੀ ਜਿਹੀ ਹੋਰ ਐਗਜ਼ਾਮਪਲ ਦਿੰਦਾ ਤਰਨ, ਆਪਣੀ ਈਵਨ ਇੱਥੇ ਨਾ ਜੇ ਨਵਾਂ ਸਟੋਰ ਕੋਈ ਖੁੱਲ੍ਹਦਾ ਤਾਂ ਆਪਣੇ ਇੰਡੀਅਨ ਸਟੋਰਾਂ ਦੇ ਵਿੱਚ ਦੀ ਮੈਂ ਗੱਲ ਕਰਦਾ। ਮੈਂ ਇੱਕ ਵਾਰੀ ਨਵਾਂ ਸਟੋਰ ਖੋਲ੍ਹਿਆ ਸੀ, ਪਹਿਲਾਂ ਐਸਟੈਬਲਿਸ਼ਡ ਜਿਹੜਾ ਜੋ ਸਟੋਰ ਦੇ ਮਾਲਕ ਸੀ, ਮੇਰੀ ਉਹਨਾਂ ਨਾਲ ਗੱਲ ਹੋਈ ਜੀ। ਉਹਨਾਂ ਨੇ ਪਤਾ ਕੀ ਕੀਤਾ, ਜਦੋਂ ਨਵਾਂ ਸਟੋਰ ਖੁੱਲ੍ਹਿਆ ਉਦੋਂ ਉਹਨਾਂ ਨੇ ਸੇਲ ਨਹੀਂ ਲਾਈ, ਸਾਰੀਆਂ ਪ੍ਰਾਈਸਿਸ ਬੈਂਗਲੋਰ ਲੈਂਡ ਦੀਆਂ। ਉਹਨਾਂ ਦੀ ਐਡਵਰਟਾਈਜ਼ਮੈਂਟ ਹੁੰਦੀ ਸੀ, ਉਹਨਾਂ ਨੇ ਕੋਈ ਐਡਵਰਟਾਈਜ਼ਮੈਂਟ ਨਹੀਂ ਦਿੱਤੀ, ਕੁਛ ਨਹੀਂ ਕੀਤਾ। ਮੈਂ ਪੁੱਛਿਆ ਵੀ ਗੱਲ ਕੀ ਹੈ ਤੁਸੀਂ ਇਹ ਕਹਿੰਦੇ ਨਹੀਂ ਜੀ ਨਵਾਂ ਸਟੋਰ ਖੁੱਲ੍ਹ ਰਿਹਾ, ਅਸੀਂ ਉਹਨਾਂ ਨੂੰ ਅਲਾਓ ਕਰਦੇ ਹਾਂ ਵੀ ਉਹ ਆਪਣੀ ਅੱਜ ਐਡਵਰਟਾਈਜ਼ਮੈਂਟ ਕਰਨ ਤੇ ਉਹਨਾਂ ਦਾ ਐਕਸਪੋਜ਼ਰ ਹੋ ਸਕੇ। ਇਹ ਛੋਟੇ ਲੈਵਲ ਦੀ ਗੱਲ ਕਰਦਾ। ਤੇ ਵੱਡੇ ਲੈਵਲ ਦੀ ਗੱਲ, ਟਰੰਪ ਸਾਹਿਬ ਤਾਂ ਹਰ ਚੀਜ਼ ਦੀ ਧੱਜੀਆਂ ਹੀ ਉਡਾਈ ਤੁਰੇ ਜਾ ਰਹੇ ਨੇ। ਡੈਮੋਕ੍ਰੈਟਿਕ ਦੀ ਹੋ ਰਹੀ ਹੈ ਜੀ ਕਨਵੈਨਸ਼ਨ, ਤੇ ਉਹਦੇ ਵਿੱਚ ਰਿਪਬਲਿਕਨਸ ਮੋਸਟਲੀ ਆਮ ਹੁੰਦਾ ਵੀ ਉਨੀ ਦੇਰ ਟਿਕਾ 'ਚ ਰਹਿੰਦੇ ਨੇ। ਜਿਹੜਾ ਦੂਸਰੀ ਪਾਰਟੀ ਹੈ ਉਹ ਜ਼ਿਆਦਾ ਹੂਪ ਹਾਲਾ ਰੌਲਾ ਨਹੀਂ ਪਾਉਂਦੀ ਹੈ, ਪਰ ਟਰੰਪ ਸਾਹਿਬ ਕਹਿੰਦੇ ਨਹੀਂ ਜੀ ਆਪਣਾ ਕੁਛ ਵੀ ਬੰਦ ਨਹੀਂ ਜੀ ਹੋਣਾ, ਇਹਨਾਂ ਦੀ ਉਵੇਂ ਦੀ ਚੱਲ ਰਹੀ ਹੈ, ਕੋਈ ਕਵਰੇਜ ਹੋਣੀ ਇਹਨਾਂ ਨੂੰ ਵੀ ਬਰਾਬਰ ਮਿਲੇਗੀ। ਇਟਸ ਨਾਟ ਨਾਈਸ ਥਿੰਗ। ਠੀਕ ਆ, ਸਿਆਸਤ ਕਰੋ, ਕਰਨੀ ਚਾਹੀਦੀ ਹੈ, ਅਲਾਊਡ ਹੋ ਤੁਸੀਂ, ਪਰ ਕਈ ਐਸੀਆਂ ਟ੍ਰੈਡੀਸ਼ਨ ਹੁੰਦੀਆਂ ਨੇ ਤਰਨ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਕੋਈ ਜੋ ਤੁਸੀਂ ਇੱਕ ਵਾਰੀ ਭੰਨ ਦਿੰਦੇ ਹੋ ਤਾਂ ਅਗਲੇ ਨੂੰ ਉਦੋਂ ਜ਼ਿਆਦਾ ਭਰਨੀ ਹੁੰਦੀ ਹੈ। ਪਰ ਟਰੰਪ ਸਾਹਿਬ ਤਾਂ ਨਵੇਂ ਲੋਸ ਤੇ ਜਾ ਰਹੇ ਨੇ, ਹਾਈਟਸ ਤੇ ਨਹੀਂ ਜਾ ਰਹੇ, ਨਵੇਂ ਲੋਸ ਤੇ ਜਾ ਰਹੇ ਨੇ। ਪਤਾ ਨਹੀਂ ਹੈ ਹਜੇ ਜਿਹੜੇ ਦਿਨ ਰਹਿੰਦੇ ਨੇ ਅੱਗੇ ਵੀ ਕੀ ਹੋਵੇਗਾ। ਜੀ ਬਿਲਕੁਲ, ਟਰੰਪ ਸਾਹਿਬ ਦਾ ਤਾਂ ਇਹ ਆਲਮ ਹੈ ਕਿ ਜਿਹੜਾ ਵੀ ਉਹਨਾਂ ਦੇ ਵਿਰੁੱਧ ਕੁਝ ਬੋਲੇ, ਉਹ ਹਰ ਪਰਸਨ, ਉਹ ਹਰ ਇੰਸਟੀਟਿਊਟ, ਉਹ ਹਰ ਕੋਈ ਫੇਕ ਹੀ ਫੇਕ ਹੈ। ਪਹਿਲਾਂ CNN ਨੂੰ ਇਹ ਫੇਕ ਨਿਊਜ਼ ਚੈਨਲ ਕਹਿੰਦੇ ਸੀ, ਹੁਣ ਸੁਣਨ ਚ ਆਇਆ ਕਿ ਫੌਕਸ ਦੇ ਨਾਲ ਵੀ ਇਹਨਾਂ ਦੀ ਖਿੱਟਪਿੱਟ ਹੋ ਗਈ ਆ। ਲਓ ਜੀ, ਉਹ ਤਾਂ ਹੈਗਾ ਹੀ ਹੈਗਾ ਜੀ। CNN ਤਾਂ ਇਹਨਾਂ ਦਾ 4 ਸਾਲ ਤੋਂ ਫੇਕ ਹੀ ਹੈ ਜੀ। ਹੁਣ ਇਹਨਾਂ ਨੇ ਫੌਕਸ ਨੂੰ ਕਹਿੰਦੇ ਜੀ ਫੇਕ ਨਿਊਜ਼ ਆ ਜੀ, ਪਰ ਫੌਕਸ ਸਾਰਿਆਂ ਨੂੰ ਨਹੀਂ ਕਿਹਾ ਤਰਨ, ਇਕੱਲੇ ਵੀਕਐਂਡ ਵਾਲਿਆਂ ਨੇ ਕਿਹਾ, ਕਿਉਂਕਿ ਜਿਹੜੇ ਵੀਕਐਂਡ ਵਾਲੇ ਇੱਕ ਦੋ ਜਿਹੜੇ ਹੈਗੇ ਨੇ ਹੋਸਟ ਨੇ, ਉਹਨਾਂ ਨੇ ਟਰੰਪ ਸਾਹਿਬ ਦੇ ਹੱਕ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਗੱਲ ਲੈਸੇ ਹੱਕ ਦੀ ਨਹੀਂ ਕੀਤੀ, ਉਹਨਾਂ ਨੇ ਗੱਲ ਸਹੀ ਕੀਤੀ ਆ। ਤੇ ਟਰੰਪ ਸਾਹਿਬ ਨੂੰ ਇਹ ਗੱਲ ਚੰਗੀ ਲੱਗੀ, ਕਹਿੰਦੇ ਉਹ ਫੌਕਸ ਨਿਊਜ਼ ਆ ਫੇਕ ਨਿਊਜ਼ ਆ, ਇਹਨੂੰ ਬਾਈਕਾਟ ਕਰਨਾ ਚਾਹੀਦਾ, ਇਹਨੂੰ ਦੇਖਣਾ ਨਹੀਂ ਚਾਹੀਦਾ। ਫੌਕਸ ਕਹਿੰਦੇ ਨੇ ਫੌਕਸ ਨੂੰ। ਉਹਦੇ ਨਾਲ ਇੱਕ ਹੋਰ ਹੀ ਨੋ ਨੇਮ ਜਿਹਾ ਹੈਗਾ, ਨੋ ਨੇਮ, ਮੈਂ ਥੋੜਾ ਅੱਗੇ ਚਲੇ ਗਿਆ, ਉਹ ਛੋਟਾ ਚੈਨਲ ਆ ਜੀ, ਉਹਨਾਂ ਨੇ ਉਹਨੂੰ ਰਿਕਮੈਂਡ ਕੀਤਾ, OANN ਚੈਨਲ ਆ ਜੀ, ਕਹਿੰਦੇ ਇਹਨੂੰ ਦੇਖਣਾ ਚਾਹੀਦਾ, ਜਿਹੜਾ ਕਿ ਵੈਰੀ ਰਾਈਟ ਵਿੰਗ ਚੈਨਲ ਆ, ਬਹੁਤ ਐਕਸਟ੍ਰੀਮ ਰਾਈਟ ਤੇ ਸੋਚਦਾ। ਕਹਿੰਦੇ ਉਹ ਸਾਰਿਆਂ ਨਾਲੋਂ ਵਧੀਆ ਗੱਲ ਕਰਦਾ, ਕੰਮ ਦੀ ਗੱਲ ਉਹੀ ਕਰਦਾ, ਜਾਇਜ਼ ਗੱਲ ਉਹ ਕਰਦਾ, ਤਾਂ ਤੁਹਾਨੂੰ ਉਹਨੂੰ ਦੇਖਣਾ ਚਾਹੀਦਾ, ਫੌਕਸ ਨੂੰ ਨਹੀਂ ਦੇਖਣਾ ਚਾਹੀਦਾ। ਇਹ ਵੀ ਸਪੋਰਟ ਮਿਲ ਰਹੀ ਹੋਣੀ ਨਾ ਉਸ ਚੈਨਲ ਤੋਂ। ਯੂ ਨੈਵਰ ਨੋ ਜੀ, ਉਸ ਚੈਨਲ ਨੂੰ ਸਮਾਂ ਜ਼ਿਆਦਾ ਸਪੋਰਟ ਮਿਲ ਗਈ ਤਰਨ, ਕਿਉਂਕਿ ਇਹਨਾਂ ਨੇ ਰਿਕਮੈਂਡ ਕਰਤਾ। ਜਿਹਨੇ ਨਹੀਂ, ਅੱਛਾ ਹੁਣ ਆਪਾਂ ਨਾਮ ਵੀ ਲੈਤਾ ਉਹਦਾ, ਜਿਹਨੇ ਨਹੀਂ ਵੀ ਦੇਖਣਾ ਸੀਗਾ ਹੁਣ ਉਹ ਇੱਕ ਵਾਰੀ ਜ਼ਰੂਰ ਲਾ ਕੇ ਦੇਖੇਗਾ ਵੀ ਉੱਥੇ ਹੈ ਕੀ ਹੈ। ਸੋ ਕੁਛ ਨਾ ਕੁਛ ਅਸਰ ਤਾਂ ਪੈਂਦਾ ਤਰਨ। ਬਿਲਕੁਲ, ਹੁਣ ਸੁਣਨ ਚ ਆਇਆ ਕਿ ਟਿਕਟੌਕ ਤੋਂ ਬਾਅਦ ਹੁਣ ਉਹਨਾਂ ਦਾ ਅਗਲਾ ਨਿਸ਼ਾਨਾ ਇਸ ਵਕਤ ਅਲੀਬਾਬਾ ਬਣਿਆ ਹੋਇਆ। ਅਲੀਬਾਬਾ ਬਹੁਤ ਵੱਡਾ ਜਾਇੰਟ ਹੈ ਜੀ, ਜਸਟ ਲਾਈਕ ਐਮਾਜ਼ਨ ਹੈ ਜੀ। ਜਿਵੇਂ ਤੁਸੀਂ ਆਨਲਾਈਨ ਜਾ ਕੇ ਚੀਜ਼ਾਂ ਖਰੀਦ ਸਕਦੇ ਹੋ, ਔਰ ਉਹਨੇ ਵੀ ਥੋੜੀ ਦੇਰ 'ਚ ਬਹੁਤ ਤਰੱਕੀ ਕੀਤੀ ਹੈ ਤਰਨ। ਹੁਣ ਕਿਉਂਕਿ ਉਹ ਚਾਈਨਾ ਦਾ ਜੀ, ਮੈਨੂੰ ਲੱਗਦਾ ਵੀ ਟਰੰਪ ਸਾਹਿਬ ਦਾ ਸਮਾਨ ਉਹ ਨਹੀਂ ਵੇਚਦਾ ਹੋਏਗਾ, ਇਹਦਾ ਇੱਕ ਵੱਡਾ ਰੀਜ਼ਨ ਵੀ ਹੋ ਸਕਦਾ ਹੈਗਾ। ਤੇ ਉਹਨਾਂ ਨੇ ਕਿਹਾ ਜੀ ਅਲੀਬਾਬਾ ਨੂੰ ਟਿਕਟੌਕ ਦੇ ਨਾਲ ਟਿਕਟੌਕ ਨੂੰ ਤਾਂ ਉਹਨਾਂ ਨੇ ਦਿਨ ਹੀ ਥੋੜ੍ਹੇ ਦਿੱਤੇ ਤਰਨ, 45 ਦਿਨ ਹੀ ਦਿੱਤੇ, ਉਹਨਾਂ 'ਚ ਬਹੁਤ ਦਿਨ ਲੰਘ ਚੁੱਕੇ ਨੇ ਹਜੇ। ਪਰ ਇਹਨਾਂ ਨੇ ਅਲੀਬਾਬਾ ਨੂੰ ਵੀ ਇਹ ਥ੍ਰੈਟ ਕਰ ਦਿੱਤਾ ਕਿ ਅਸੀਂ ਉਹਨੂੰ ਵੀ ਬੰਦ ਕਰ ਦੇਂਗੇ। ਚਾਈਨਾ ਦੇ ਹੁਣ ਪਤਾ ਨਹੀਂ ਗੱਲ ਕੀ ਹੈ, ਇੰਨਾ ਕਿਉਂ ਅਗੇਂਸਟ ਹੋਏ ਹੋਏ ਨੇ ਚਾਈਨਾ ਦੇ। ਬਿਲਕੁਲ ਜੀ, ਚਾਈਨਾ ਤੋਂ ਬਾਅਦ ਅਗਲੀ ਖਬਰ ਆਪਾਂ ਹੁਣ ਰੁਕ ਕਰ ਲੈਂਦੇ ਹਾਂ। ਇਸ ਵਕਤ ਜਿਹੜੇ ਡਰਾਈਵਰਸ ਇਸ ਵਕਤ ਓਵਰ ਸਪੀਡਿੰਗ ਕਰ ਰਹੇ ਨੇ, ਕਿਰਪਾ ਕਰਕੇ ਥੋੜਾ ਜਿਹਾ ਧਿਆਨ ਰੱਖੋ, ਕਿਉਂਕਿ ਤੁਸੀਂ ਆਪਦੀ ਜਾਨ ਨੂੰ ਤਾਂ ਖਤਰੇ 'ਚ ਪਾ ਹੀ ਰਹੇ ਹੋ, ਨਾਲ ਹੀ ਦੂਜੀਆਂ ਕੀਮਤੀ ਜਾਨਾਂ ਨੂੰ ਵੀ ਖਤਰੇ 'ਚ ਪਾ ਰਹੇ ਹੋ। ਇਸ ਵਕਤ ਜਿਹੜੀ ਘਟਨਾ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਰਹੀ ਹੈ ਸਰ, ਲੈਂਬਰਗਿਨੀ ਕਹਿੰਦੇ ਸਟਰੀਟਸ ਦੇ ਉੱਤੇ ਰੇਸਿੰਗ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਤਰਨ ਇਹ ਕੈਲਗਰੀ ਦੀ ਗੱਲ ਹੈ ਜੀ, ਜਿਹੜੀ ਕਮਿਊਨਿਟੀ ਹੈਗੀ ਰੈਡਸਟੋਨ ਤੇ ਸਕਾਈ ਵਿਊ ਦਾ ਏਰੀਆ ਹੈਗਾ ਜੀ, ਉਸ ਏਰੀਆ ਦੇ ਵਿੱਚ ਇੱਕ ਲੈਂਬਰਗਿਨੀ ਦੀ ਰਿਪੋਰਟ ਆਈ ਹੈ ਜੀ ਕਿ ਉਹ ਸੜਕ ਦੇ ਉੱਤੇ ਬਹੁਤ ਤੇਜ਼ ਚਲਾ ਰਿਹਾ ਸੀਗਾ, ਔਰ ਉਹਦੇ ਜਿਹਨੇ ਰਿਪੋਰਟ ਕੀਤੀ ਪੁਲਿਸ ਦੇ ਕੋਲੇ, ਉਹ ਕਹਿੰਦੇ ਮੈਂ ਉਹਦੀ ਲਾਇਸੈਂਸ ਪਲੇਟ ਵੀ ਨਹੀਂ ਦੇਖ ਸਕਿਆ। ਸਟਰੀਟ ਦੇ ਉੱਤੇ ਦੀ ਗੱਲ ਹੈ। ਪਰ ਉਹ ਲੈਂਬਰਗਿਨੀ ਅੱਗੇ ਜਾ ਕੇ ਇੱਕ ਘਰ ਦੇ ਵਿੱਚ ਖੜੀ ਸੀਗੀ, ਉਹਨਾਂ ਨੇ ਪੁਲਿਸ ਨੂੰ ਕਾਲ ਕੀਤਾ, ਕਹਿੰਦੇ ਪੁਲਿਸ ਆਈ, ਪੁਲਿਸ ਉਹਦੇ ਕੋਲ ਦੀ ਲੰਘ ਗਈ, ਪੁਲਿਸ ਵਾਲਿਆਂ ਨੇ ਉਹਨੂੰ ਕੁਛ ਨਹੀਂ ਕੀਤਾ। ਇਤਰਾਜ਼ ਕੀਤਾ ਉਹਨਾਂ ਨੇ ਵੀ ਉਹਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਪਰ ਮੇਰਾ ਖਿਆਲ ਹੈ ਜੀ ਪੁਲਿਸ ਉਸੇ ਵੇਲੇ ਕੁਛ ਕਰ ਸਕਦੀ ਹੈ ਜੇ ਕੋਈ ਘਟਨਾ ਵਾਪਰੀ ਹੋਵੇ, ਕੁਛ ਬੰਦੀ ਘਟਨਾ ਵਾਪਰੀ ਹੋਵੇ, ਜਾਂ ਉਸ ਵੇਲੇ ਉਹ ਹਰਕਤ ਕਰ ਰਿਹਾ ਹੋਵੇਗਾ, ਜਾਂ ਕਈ ਵਾਰੀ ਪੁਲਿਸ ਸਿਰਫ ਦੇਖ ਕੇ ਜਾਂਦੀ, ਸ਼ਾਇਦ ਬਾਅਦ 'ਚ ਆਏ ਹੋਣ ਦੁਬਾਰੇ ਫਿਰ ਕੁਛ ਕੀਤਾ ਹੋਵੇ। ਪਰ ਇਸ ਗੱਲ ਦੇ ਵਿੱਚ ਲੋਕਾਂ ਨੂੰ ਇਤਰਾਜ਼ ਬੜਾ ਹੈ ਜੀ। ਉੱਥੇ ਸਾਡੇ ਉਸ ਏਰੀਏ ਦੇ ਵਿੱਚ ਸਾਡੇ ਇੰਡੀਅਨ
ਕਮਿਊਨਿਟੀ ਤੋਂ ਉੱਥੇ ਹੈਗੇ ਨੇ ਜੀ ਕਾਉਂਸਲਰ ਹੈਗੇ ਨੇ ਜੀ, ਉਹਨਾਂ ਨੇ ਵੀ ਇਤਰਾਜ਼ ਕੀਤਾ। ਔਰ ਕਈਆਂ ਸੜਕਾਂ ਦੇ ਉਹ ਕਹਿੰਦੇ ਲੋਕ ਜਿਹੜੇ ਹੈਗੇ ਨੇ ਉਹ ਜਿਹਨੂੰ ਸੂਪ ਕਰ ਦਿੰਦੇ ਕਾਰਾਂ ਨੂੰ, ਉਹ ਕਾਰ ਆਵਾਜ਼ ਜ਼ਿਆਦਾ ਕਰਦੀ ਹੈ, ਟਾਇਰ ਵੱਡੇ ਵੱਡੇ ਪਾਏ, ਕਹਿੰਦੇ ਈਵਨ ਜਿਹੜੀਆਂ ਹੋਂਡਾ ਕਾਰਾਂ ਉਹਨਾਂ ਨੂੰ ਵੀ ਇੰਨਾ ਕੁਛ ਕਰਕੇ ਆਵਾਜ਼ ਬਹੁਤ ਜ਼ਿਆਦਾ ਕਰਦੀਆਂ ਨੇ, ਨੋਇਜ਼ ਕਰਦੀਆਂ ਨੇ। ਇਹ ਕੇਸ ਕੈਲਗਰੀ ਦੇ ਵਿੱਚ ਆਏ ਨੇ ਜੀ, ਤੇ ਇਹਦੇ ਨਾਲ ਤਰਨ ਮੇਰੇ ਖਿਆਲ ਹੋਰ ਤਾਂ ਵੀ ਐਸੀ ਆ। ਹੁਣ ਸਾਡੇ ਦਰਸ਼ਕ ਕਹਿਣਗੇ ਬ੍ਰੈਂਪਟਨ ਦੇ ਮਗਰ ਤੁਸੀਂ ਪੈ ਗਏ, ਪਰ ਬਾਕੀ ਬ੍ਰੈਂਪਟਨ ਦੇ ਵਿੱਚ ਇੱਕ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ, ਕਾਰ ਰੇਸਿੰਗ ਹੋ ਰਹੀ ਹੈ। ਸੋ ਸਾਵਧਾਨ ਰਹੋ, ਗਲੀਆਂ ਵਿੱਚ ਵੀ, ਮੇਨ ਰੋਡਸ ਦੇ ਉੱਤੇ ਵੀ। ਸੋ ਪਲੀਜ਼ ਸਾਵਧਾਨ ਰਹੋ। ਅਜਿਹੇ ਗੱਡੀਆਂ ਦੇ ਸਿਰ ਅੱਜ ਕੱਲ੍ਹ ਇੱਕ ਹੁਜ਼ੂਮ ਹੀ ਬਣ ਚੁੱਕਿਆ, ਇੱਕ ਟ੍ਰੈਂਡ ਬਣ ਚੁੱਕਿਆ। ਖਾਸ ਤੌਰ ਤੇ ਯੂਥ ਜਿਹੜਾ ਇਸ ਚੀਜ਼ ਦੇ ਵਿੱਚ, ਟੀਨਸ ਤੇ ਯੂਥ ਜਿਹੜਾ ਆ ਇਸ ਮਾਮਲੇ ਵਿੱਚ ਜ਼ਿਆਦਾ ਸ਼ਾਮਿਲ ਪਾਏ ਜਾ ਰਹੇ ਨੇ। ਕਾਰਾਂ ਦਾ ਗਰੁੱਪ ਬਣਾਇਆ ਜਾ ਰਿਹਾ, 400 ਤੱਕ ਕਾਰਾਂ ਜਿਹੜੀਆਂ ਪਹੁੰਚ ਰਹੀਆਂ ਨੇ ਉਸ ਇੱਕ ਲੋਕੇਸ਼ਨ ਦੇ ਉੱਤੇ, ਜਿਸ ਤੋਂ ਬਾਅਦ 10-10, 20-20 ਕਾਰਾਂ ਦੀਆਂ ਆਪਸ ਦੇ ਵਿੱਚ ਰੇਸਾਂ ਚੱਲਦੀਆਂ ਨੇ। ਤਰਨ ਅੱਗੇ ਤਾਂ ਆਉਂਦੇ 10-12 ਕਾਰ ਦਾ ਹੁੰਦਾ ਸੀ, ਵੱਧ ਤੋਂ ਵੱਧ 50 ਹੁੰਦੀਆਂ ਸੀ ਜੀ। ਇੱਕ ਤਾਂ ਮੈਂ ਨਾਂ ਦੱਸਦਿਆਂ ਜੀ, ਜਿਹੜਾ ਲਿਟਨ ਬ੍ਰਿਟੇਨ ਦੇ ਉੱਤੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਸੀਗਾ ਜੀ, ਉਹ ਵੀ ਰੇਸਿੰਗ ਕਰ ਰਹੇ ਸੀਗੇ ਜੀ, ਉਹ ਚਾਰਜ ਕੀਤੇ ਗਏ ਨਹੀਂ। ਸੁਖਨਾਲ ਹਰਪ੍ਰੀਤ ਸਿੰਘ ਜੀ ਤੇ ਕਰਨਦੀਪ ਸਰਾਓ ਨੇ ਜੀ, ਇਹਨਾਂ ਦੇ ਦੋਨਾਂ ਦੇ ਨਾਂ ਆਏ ਨੇ ਜੀ, 21 ਸਾਲਾਂ ਦੇ ਦੋਨੇ, ਔਰ ਇਹ ਦੇ ਆਰ ਫੇਸਿੰਗ ਚਾਰਜਸ। ਉਸ ਤੋਂ ਬਿਨਾਂ ਜੀ ਇੱਕ ਜਗ੍ਹਾ ਤੇ ਇਹ 67 ਐਸੇ OPP ਨੇ ਜੀ, 67 ਐਸੇ ਰੇਸਿੰਗ ਚਾਰਜਸ ਲਾਏ ਨੇ ਜੀ, ਜਿਹਦੇ 'ਚ ਲੋਕੀ 200 ਕਿਲੋਮੀਟਰ ਤੋਂ ਉੱਪਰ ਚਲਾ ਰਹੇ ਸੀ। ਪਿਛਲੇ ਕੁਛ ਮਹੀਨਿਆਂ ਦੀ ਗੱਲ ਹੈਗੀ ਆ, ਕਿਉਂਕਿ ਰੋਡਸ ਖਾਲੀ ਪਈਆਂ ਨੇ, ਲੋਕੀ ਸਪੀਡਿੰਗ ਕਰ ਰਹੇ ਨੇ ਜੀ। 22 ਮਈ ਨੂੰ ਤਰਨ ਜਿਹੜਾ ਹਾਰਟਲੈਂਡ ਟਾਊਨ ਸੈਂਟਰ ਹੈ ਜੀ, ਸਾਡੇ ਮਿਸਿਸਾਗਾ ਦੇ ਵਿੱਚ ਆ, 401 ਐਂਡ ਮੇਰਖਾ ਹਾਈਵੇ, ਮੇਵਸ ਰੋਡ ਦੇ ਨੇੜੇ ਹੈ ਜੀ। ਉਸ ਜਗ੍ਹਾ ਦੇ ਉੱਤੇ ਜੀ 400 ਤੋਂ ਉੱਪਰ ਕਾਰਾਂ ਖੜੀਆਂ ਸੀਗੀਆਂ, ਜਿਨ੍ਹਾਂ ਨੂੰ ਕਿ ਕਈ ਦਰਜਨਾਂ ਨੂੰ ਟਿਕਟ ਦਿੱਤੇ ਗਏ ਨੇ ਜੀ। ਉਹ ਰੇਸਾਂ ਦੇਖਣ ਆਏ ਸੀ ਜਾਂ ਰੇਸ ਲਾਉਣ ਆਏ ਹੋਏ ਸੀ। ਪੁਲਿਸ ਨੇ ਹੁਣ ਤੱਕ ਜੀ 614 ਸਟਰੀਟ ਕਾਰ ਰੇਸਿੰਗ ਜਿਹੜੇ ਇੰਸੀਡੈਂਟਸ ਨੇ ਜੀ ਪਿਛਲੇ ਕੁਛ ਮਹੀਨਿਆਂ ਦੇ ਵਿੱਚ, ਜਦੋਂ ਤੱਕ ਕੋਡ ਸ਼ੁਰੂ ਹੋਇਆ ਜੀ, ਇੰਨੇ ਜ਼ਿਆਦਾ ਕੀਤੇ ਨੇ ਜੀ। ਤੇ ਬਰੈਂਪਟਨ ਤੇ ਮਿਸਿਸਾਗਾ ਦੇ ਵਿਚਾਲੇ ਇੰਨੇ ਥਾਵਾਂ ਨੇ ਜਿੱਥੇ ਕਿ ਰੇਸਿੰਗ ਕੀਤੀ ਜਾ ਰਹੀ ਆ। ਪੁਲਿਸ ਨੂੰ ਸਮਝ ਨਹੀਂ ਆਉਂਦੀ ਕਿ ਕੀਤਾ ਕੀ ਜਾ। ਫਰੈਂਕਲੀ ਉਹਨਾਂ ਕੋਲ ਇੰਨੇ ਸੋਰਸਿਸ ਵੀ ਹੈ ਨਹੀਂ ਗਏ ਜਿਹਦੇ ਕਰਕੇ ਇਹ ਕੀਤਾ ਜਾ ਰਿਹਾ। ਕੋਈ ਰਸ਼ ਆਵਰ ਇਸ ਵੇਲੇ ਘਟਿਆ ਹੋਇਆ ਜੀ, ਲੋਕੀ ਸਪੀਡਿੰਗ ਬਹੁਤ ਕਰ ਰਹੀ ਹੈ। ਪਰ ਮੇਰੀ ਸਭ ਨੂੰ ਰਿਕੁਐਸਟ ਹੈ ਜੀ, ਪਲੀਜ਼ ਇਹ ਕੰਮ ਨਾ ਕਰੋ ਜੀ। ਅਖੀਰ ਨੁਕਸਾਨ ਤੁਹਾਡਾ ਵੀ ਹੈ, ਸਮਝਦੇ ਨਹੀਂ ਹੈ। ਕਾਰ ਵੀ ਪਾਊਂਡ ਹੋਣੀ ਆ, ਤੁਹਾਡੀ ਇੰਸ਼ੋਰੈਂਸ ਵੀ ਵੱਧ ਜਾਣੀ ਆ। ਪਹਿਲਾਂ ਕਾਰ ਦੇ ਉੱਤੇ ਵੀ ਨੁਕਸਾਨ ਕੀਤਾ ਹੈ, ਤੁਹਾਨੂੰ ਟਿਕਟ ਵੀ ਮਿਲਣਾ। ਫਿਰ ਵੀ ਮੇਰੇ ਖਿਆਲ ਜਿਹੜੀ ਉਹ ਆਈ ਜਵਾਨੀ ਰੋਪੜ ਜਾਣੀ, ਜਿਉਂ ਹੜ੍ਹਾਂ ਦਾ ਪਾਣੀ ਨਹੀਂ ਸਾਂਭ ਹੁੰਦੀ ਕਈ ਵਾਰੀ, ਫਿਰ ਇਸ ਪਾਸੇ ਨੂੰ ਚੱਲ ਨਹੀਂ ਜੀ ਪੈਂਦੀ ਜਾ ਰਿਹਾ। ਹਾਲਾਂਕਿ ਹਜੇ ਕਈ ਸਟਰੀਟਸ ਦੇ ਉੱਤੇ ਜਿਹੜੇ ਓਵਰ ਸਪੀਡਿੰਗ ਕੈਮਰਾਸ ਲਗਾਏ ਗਏ ਨੇ, ਪਰ ਨਾਲ ਦੀ ਨਾਲ ਜਿਵੇਂ ਤੁਸੀਂ ਸਾਨੂੰ ਦੱਸਿਆ ਸੀ, ਇੱਕ ਵਾਰੀ ਜਾਣਕਾਰੀ ਦਿੱਤੀ ਸੀ ਕਿ ਡਿਵਾਈਸ ਮਿਲ ਜਾਂਦੀ ਹੈ ਜਿਹੜੀ ਡਿਟੈਕਟ ਕਰ ਲੈਂਦੀ ਹੈ ਕੁਝ ਦੂਰੀ ਤੇ ਹੀ ਕਿ ਉੱਥੇ ਅੱਗੇ ਜਾ ਕੇ ਜਿਹੜੇ ਕੈਮਰਾਸ ਲੱਗੇ ਹੋਏ ਨੇ, ਸੋ ਆਪਣੀ ਸਪੀਡ ਨੂੰ ਲਿਮਿਟ 'ਚ ਕਰ ਲਿਆ ਜਾਵੇ। ਸੋ ਮਤਲਬ ਹਰ ਚੀਜ਼ ਦਾ ਤੋੜ ਕੱਢਣਾ ਵੀ ਅੱਜ ਕੱਲ੍ਹ ਸ਼ਾਮਿਲ ਹੋ ਚੁੱਕਾ ਹੈ। ਜੇ ਓਵਰ ਸਪੀਡਿੰਗ ਕੈਮਰਾਸ ਲਗਾਏ ਜਾ ਰਹੇ ਹਨ ਤਾਂ ਉਸ ਡਿਵਾਈਸ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਵੀ ਕਿਤੇ ਅਸੀਂ ਫੜੇ ਨਾ ਜਾਈਏ। ਹਾਂ, ਤਰ੍ਹਾਂ ਡਿਟੈਕਟਰਸ ਹੈਗੇ ਨੇ, ਉਹ ਮਿਲ ਜਾਂਦੇ ਆ ਤੇ ਉਹ ਲੋਕ ਵਰਤਦੇ। ਜੋ ਸਰਟਨ ਸਿਸਟਮਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਉਹ ਕੰਮ ਕਰਦੇ ਨੇ, ਸਰਟਨ ਫ੍ਰੀਕੁਐਂਸੀ 'ਤੇ ਕੰਮ ਕਰਦੇ ਆ ਜੀ, ਕਈ ਲੇਜ਼ਰ 'ਤੇ ਕੰਮ ਕਰਦੇ ਨੇ ਜੀ, ਜਿਹਦੇ ਨਾਲ ਪਤਾ ਲੱਗ ਜਾਂਦਾ। ਬਾਕੀ ਜਿਹੜਾ ਵੇਜ਼ ਹੈਗੀ ਆ ਐਪ ਹੈ ਜੀ, ਉਹ ਹੋਰ ਵੀ ਕਈ ਐਪਸ ਹੈਗੀਆਂ ਨੇ, ਉਹ ਦੱਸਦੀਆਂ ਨੇ ਵੀ ਕਿੱਥੇ ਕੌਪ ਖੜਾ। ਤੁਸੀਂ ਉਹਦੇ ਨਾਲ ਵੀ ਤੁਹਾਨੂੰ ਪਹਿਲਾਂ ਹੀ ਈਵਨ ਉਹ ਕਈ ਐਸੀਆਂ ਹੈਗੀ ਇਨਕਲੂਡਿੰਗ ਜਿਹਦਾ ਮੈਂ ਨਾਂ ਲਿਆ ਜੀ, ਇਹ ਵੀ ਦੱਸਦੀਆਂ ਨੇ ਕਿ ਕਿੱਥੇ ਰਾਈਡ ਲੱਗੀ ਹੋਈ ਹੈ। ਰਾਈਡ ਜਿਹੜੀ ਸ਼ਰਾਬ ਪੀਤੇ ਵਾਲਿਆਂ ਨੂੰ ਰੋਕਦੀ ਹੈ ਜੀ, ਇਹ ਵੀ ਇੱਕ ਦੂਜੇ ਨੂੰ ਇਨਫੋਰਮ ਕਰਦੇ ਆ ਕਿ ਇੱਥੇ ਰਾਈਡ ਲੱਗੀ ਹੋਈ ਹੈ। ਪਰ ਫਿਰ ਵੀ ਬਹੁਤੇ ਨਹੀਂ ਜੀ। ਇੱਕ ਕਾਰ ਤਰਨ 308 ਕਿਲੋਮੀਟਰ ਦੀ ਸਪੀਡ ਤੇ QEW, ਸਾਡੇ QEW ਹਾਈਵੇ ਹੈ ਜੀ, ਫਰੀਵੇ, ਜਿਹਦੀ ਮੈਕਸੀਮਮ ਸਪੀਡ 110 ਆ। ਕੁਛ ਪਾਰਟ ਦੇ ਵਿੱਚ ਵੈਸੇ ਬਹੁਤੇ 100 ਹੀ ਹੈ ਜੀ। 308 ਕਿਲੋਮੀਟਰ ਦੀ ਰਫ਼ਤਾਰ ਤੇ ਜਾ ਰਹੀ ਸੀਗੀ ਜੀ। ਤੇ ਪਤਾ ਨਹੀਂ ਗੱਲ ਕਿੱਧਰ ਨੂੰ ਜਾ ਰਹੀ ਹੈ, ਕਿੱਥੇ ਏਡੀ ਕਿਹੜੀ ਕਾਹਲੀ ਹੋਈ ਹੈ। ਐਕਚੁਅਲੀ ਜਦ ਕਈ ਵਾਰੀ ਕਾਪ ਨੂੰ ਰੋਕਦਾ, ਪਹਿਲਾਂ ਸਪੀਡਿੰਗ ਰੋਕਦਾ, ਪਹਿਲਾਂ ਕਈ ਵਾਰੀ ਕੁਐਸਚਨ ਪਤਾ ਕੀ ਹੁੰਦਾ, ਵੇਅਰ ਇਜ਼ ਦ ਫਾਇਰ, ਵੀ ਅੱਗ ਕਿੱਥੇ ਲੱਗੀ ਜਿਹਨੂੰ ਤੂੰ ਬੁਝਾਉਣ ਚੱਲਿਆ। ਆਪਣੇ ਦੇਸੀ ਜ਼ੁਬਾਨ 'ਚੋਂ ਕਹੀ ਜਾਂਦੀ ਹੈ, ਪਰ ਫਿਰ ਵੀ ਲੋਕੀ ਸਮਝਦੇ ਨਹੀਂ ਹੈ ਜੀ। ਬਿਲਕੁਲ ਜੀ, ਪਰ ਹਮਦਰਦ ਵੀ ਐਵੇਂ ਦੀ ਕਿਸੇ ਵੀ ਡਿਵਾਈਸ ਨੂੰ ਪ੍ਰਮੋਟ ਨਹੀਂ ਕਰਦਾ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਤਰਨ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਨਾਤੀ ਜੀ ਨੂੰ ਬਸ ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਆ ਜਿਹੜੀ ਸਪੀਡ ਬਾਰੇ ਆ, ਇਹ ਤਾਂ ਸਪੀਡ ਕਰਦੇ ਆ ਯੰਗ ਜਨਰੇਸ਼ਨ, ਇਹ ਇੱਕ ਦੂਜੇ ਨੂੰ ਫੋਨਾਂ ਤੇ ਦੱਸ ਦਿੰਦੇ ਆ ਵੀ ਉੱਥੇ ਖੜੇ ਆ, ਕੋਪ ਉੱਥੇ ਖੜੇ ਆ। ਇਹਨਾਂ ਨੂੰ ਤਾਂ ਅੱਗੇ ਵਧਣ, ਫਿਰ ਗਲੀਆਂ ਬਦਲ ਲੈਂਦੇ ਆ, ਇਸ ਤਰ੍ਹਾਂ ਭੱਜਦੇ ਆ। ਨਾਤੀ ਜੀ ਵੀ ਹੱਸਦੇ ਆ, ਕੱਪ ਚਾਹ ਦਾ ਪੀ ਜਾਂਦੇ ਆ। ਓਵਰ ਸਪੀਡਿੰਗ ਦੇ ਮਾਮਲੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਗਲੀਆਂ ਅੱਗੇ ਹੁੰਦਾ ਸੀ ਮੇਨ ਰੋਡਸ ਦੇ ਉੱਤੇ ਰੇਸਾਂ ਲੱਗਦੀਆਂ ਸੀ, ਹੁਣ ਗਲੀਆਂ ਦੇ ਵਿੱਚ ਵੀ ਅੱਜ ਕੱਲ੍ਹ ਬੱਚਿਆਂ ਨੂੰ ਵੀ ਬਾਹਰ ਕੱਢਣਾ ਮੁਸ਼ਕਿਲ ਹੋ ਗਿਆ ਹੈ।
ਹਾਂਜੀ, ਗਲੀਆਂ ਖਾਲੀ ਹੁੰਦੀਆਂ ਨੇ, ਉੱਥੇ ਬੱਚਿਆਂ ਨੂੰ ਕੱਢਣਾ ਮੁਸ਼ਕਿਲ ਹੈ। ਉੱਥੇ ਫਿਰ ਰੇਸਾਂ ਲਾ ਕੇ ਚੀਕਾਂ ਮਾਰ ਕੇ ਜਾਂਦੇ ਆ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਮਾਰ ਕੇ ਵਿਚਾਰ ਜਾਂਦੇ ਸਾਂਝੇ ਆ। ਕਰਨ ਬਹੁਤ ਸੋਹਣੇ ਤੁਸੀਂ ਅੱਜ ਲੱਗਦੇ ਆ, ਪ੍ਰੋਗਰਾਮ ਵੀ ਤੁਹਾਡਾ ਵਧੀਆ ਮਜ਼ੇਦਾਰ ਹੁੰਦਾ ਵਾ। Thank you. ਥੈਂਕ ਯੂ ਸਭ। ਥੈਂਕ ਯੂ ਜੀ। ਤਰਨ, ਮੈਂ ਇੱਕ ਗੱਲ ਹੋਰ ਕਰ ਦਿਆਂ, ਜਿਹੜਾ ਇੱਥੋਂ ਦਾ ਸਿਸਟਮ ਹੈ ਨਾ ਤਰਨ, ਬੱਚੇ ਸਟਰੀਟ ਤੇ ਹੈਵੀ ਖੇਡਦੇ ਆ, ਉਹਦਾ ਰੀਜ਼ਨ ਹੈ ਬੱਚੇ ਛੋਟੇ ਨੇ। ਅਸੀਂ ਨੇੜੇ ਤੇੜੇ ਕੋਈ ਗਰਾਊਂਡ ਹੈ ਨਹੀਂ ਗੀ, ਆਮ ਬੱਚੇ ਤੁਸੀਂ ਇੱਥੇ ਨੋਟ ਕਰੋਗੇ ਹਾਕੀ ਵਗੈਰਾ ਜਿਹੜੀ ਬਾਲ ਹਾਕੀ ਆ ਉਹ ਸਟਰੀਟ ਦੇ ਉੱਤੇ ਖੇਡਦੇ ਆ। ਔਰ ਕਈ ਨੂੰ ਇਸ ਗੱਲ ਦਾ ਇਤਰਾਜ਼ ਹੁੰਦਾ ਵੀ ਬੱਚੇ ਕਿਉਂ ਖੇਡਦੇ ਆ। ਨਹੀਂ ਜੀ, ਤੁਸੀਂ ਇਤਰਾਜ਼ ਨਹੀਂ ਜੀ ਕਰ ਸਕਦੇ, ਇਹ ਬਰੈਂਪਟਨ ਦੇ ਵਿੱਚ ਅਲਾਊਡ ਹੈ ਜੀ। ਬੱਚਾ ਬਾਹਰ ਖੇਡੇਗਾ, ਜੇ ਤੁਹਾਡੀ ਕਾਰ ਜਾ ਰਹੀ ਹੈ, ਇਹ ਤੁਸੀਂ ਨੇਬਰਹੁੱਡ ਵਿੱਚ ਦੇਖ ਕੇ ਚੱਲਣਾ, ਸਲੋ ਕਰਨਾ। ਔਰ ਜੇ ਬੱਚੇ ਖੇਡ ਰਹੇ ਥਾਂ ਤੁਹਾਨੂੰ ਰਾਹ ਦੇਣਗੇ ਬੱਚੇ, ਚਾਹੇ ਉਹਨਾਂ ਨੈਟ, ਤੁਹਾਨੂੰ ਲੱਗਦਾ ਵੀ ਇਹਦਾ ਨੈਟ ਕਿਉਂ ਸੜਕ ਦੇ ਵਿਚਾਲੇ ਰੱਖਿਆ, ਸੜਕ ਕਿਉਂ ਬਲੌਕ, ਨਹੀਂ ਜੀ, ਦੇ ਆਰ ਅਲਾਊਡ ਟੂ ਪਲੇ। ਈਵਨ ਜੇ ਤੁਸੀਂ ਪੁਲਿਸ ਨੂੰ ਵੀ ਸਦੋਗੇ ਨਾ, ਪੁਲਿਸ ਵਾਲੇ ਆ ਕੇ, ਮੈਂ ਆਪਣੀ ਗੱਲ ਕਰਦਾ ਜੀ, ਸਾਡੇ ਮੇਰੇ ਬੱਚੇ ਛੋਟੇ ਸੀਗੇ ਜੀ, ਅਸੀਂ ਅਜਿਹੀ ਗੱਲ ਸੀ, ਸਾਡੀ ਸਟਰੀਟ ਉੱਤੇ ਬੱਚੇ ਖੇਡਦੇ ਸੀਗੇ, ਕਿਸੇ ਨੇ ਫੋਨ ਕਰਤਾ ਜੀ, ਪੁਲਿਸ ਆ ਗਈ ਜੀ, ਪੁਲਿਸ ਬੱਚਿਆਂ ਨੂੰ ਕੁਛ ਨਹੀਂ ਕਹਿ ਕੇ ਗਈ ਜੀ, ਈਵਨ ਪੁਲਿਸ ਵਾਲਾ ਨਾਲ ਖੇਡ ਕੇ ਗਿਆ ਜੀ। ਤੁਸੀਂ ਇਮੈਜਿਨ ਕਰੋ। ਸੋ ਬੱਚੇ ਹੋਰ ਜਾਣ ਕਿੱਥੇ ਕਿੱਥੇ ਖੇਡਣ ਵਾਸਤੇ ਜਾਣ, ਸੋ ਸਟਰੀਟ ਦੇ ਉੱਤੇ ਖੇਡਣਾ ਜੀ, ਸੋ ਅਲਾਊਡ ਆ। ਪਲੀਜ਼ ਕਾਰਾਂ ਹੌਲੀ ਚਲਾਇਆ ਕਰੋ, ਸਟਰੀਟ ਤੇ ਚਲਾਉਂਦੇ ਹੋ ਤਾਂ ਫੋਨ ਤੋਂ ਥੋੜਾ ਜਿਹਾ ਪਰੇ ਵੀ ਰਿਹਾ ਕਰੋ। ਬਿਲਕੁਲ ਸਰ, ਅੱਜ ਕੱਲ੍ਹ ਪੇਰੈਂਟਸ ਦੀ ਵੀ ਇਹੀ ਕੰਪਲੇਂਟ ਹੈ ਕਿ ਗਰਮੀਆਂ ਦੇ ਮੌਸਮ 'ਚ ਮਸਾਂ ਬੱਚਿਆਂ ਨੂੰ ਨਿਕਲਣ ਲਈ ਬਾਹਰ ਸਮਾਂ ਮਿਲਦਾ ਹੈ, ਤੇ ਅਜਿਹੇ ਵਿੱਚ ਜਿਸ ਤਰੀਕੇ ਨਾਲ ਅੱਜ ਕੱਲ੍ਹ ਐਕਸੀਡੈਂਟਸ ਤੇ ਮੈਟਰ ਹੋ ਰਿਹਾ, ਓਵਰ ਸਪੀਡਿੰਗ ਹੋ ਰਹੀ ਹੈ, ਖਾਸ ਤੌਰ ਤੇ ਗਲੀਆਂ ਦੇ ਵਿੱਚ, ਇਸ ਦੇ ਬਾਵਜੂਦ ਬੱਚਿਆਂ ਨੂੰ ਹੁਣ ਬਾਹਰ ਕੱਢਣਾ ਉਹਨਾਂ ਨੂੰ ਲੱਗਦਾ ਕਿ ਸੇਫ ਨਹੀਂ ਹੈਗਾ। ਬੱਚਾ ਛੋਟਾ, ਤੁਸੀਂ ਉਹ ਦੇਖੋ ਤਰਨ, ਘਰ ਦੇ ਡਰਾਈਵ ਵਿੱਚ ਬੱਚਾ ਖੜਾ, ਘਰ ਦੇ ਡਰਾਈਵ ਵਿੱਚ ਦੋ ਕਾਰਾਂ ਖੜੀਆਂ ਨੇ, ਬੱਚਾ ਉਹਨਾਂ ਦੇ ਵਿਚਾਲੇ ਖੜਾ, ਬੱਚੇ ਦੀ ਬਾਲ ਰੁੜ ਕੇ ਸੜਕ ਤੇ ਚਲੀ ਗਈ ਹੈ, ਬੱਚੇ ਨੇ ਆਸੇ ਪਾਸੇ ਨਹੀਂ ਦੇਖਣਾ, ਬੱਚੇ ਦਾ ਗੋਲੀਆਂ ਵਾਂਗੂ ਨਿਕਲਣਾ, ਜੇ ਤੁਸੀਂ ਉੱਥੇ ਤੇਜ਼ ਆ ਰਹੇ ਹੋ, ਇਮੈਜਿਨ ਕਰੋ ਕੀ ਹੋਏਗਾ। ਸੋ ਬੀ ਕੇਅਰਫੁਲ, ਖਾਸ ਕਰਕੇ ਸਾਈਡ ਸਟਰੀਟ ਸੇ ਪਲੀਜ਼ ਸਪੀਡਿੰਗ ਨਾ ਕਰੋ। ਬਿਲਕੁਲ ਜੀ, ਅਗਲੀ ਖਬਰ ਬਾਅਦ ਅਸੀਂ ਰੁਕ ਕਰਦੇ ਹਾਂ ਸਰ। ਅਗਲੀ ਖਬਰ ਹੈ ਜੀ ਵੈਨਕੂਵਰ ਆਈਲੈਂਡ ਤੋਂ, ਜਿੱਥੇ ਕਿ ਇੱਕ ਵੱਡੀ ਗਿਣਤੀ ਵਿੱਚ ਲੋਕੀ ਪਹੁੰਚੇ ਹੋਏ ਸੀ, ਪਾਰਟੀ ਹੋਈ, ਪੂਰਾ ਇੰਜੋਏ ਕੀਤਾ, ਪਰ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਗਈ। ਇਹ ਜੀ ਨਾਰਥਰਿਜ ਐਲੀਮੈਂਟਰੀ ਸਕੂਲ ਦੇ ਵਿੱਚ ਇਹ ਕੁਝ ਹੋਇਆ ਜੀ। ਉਹਦੇ ਵਿੱਚ ਬੱਚੇ ਇਕੱਠੇ ਹੋਏ ਸੀਗੇ ਤੇ ਉਸ ਮਗਰੋਂ ਬੱਚੇ ਬਾਹਰ ਆ ਗਏ ਜੀ, ਰੋਡ ਦੇ ਉੱਤੇ ਤੁਰੇ ਫਿਰਦੇ ਆ, 100 ਤੋਂ ਉੱਪਰ ਬੱਚਾ ਜੀ। ਇਸ ਵੇਲੇ ਤਰਨ ਜਿਹੜੇ ਕੋਵਿਡ-19 ਦੇ ਕੇਸਿਸ ਵੱਧ ਰਹੇ ਆ, ਬਹੁਤੇ ਕੇਸਿਸ ਦੇ ਵਿੱਚ ਇਹੀ ਆ ਰਿਹਾ ਕਿ ਯੂਥ ਕੋਲੇ ਇਹ ਕੇਸਿਸ ਹੈਗੇ ਨੇ। ਯੂਥ ਅੱਗੇ ਉਹਨਾਂ ਤੋਂ, ਯੂਥ ਨੂੰ ਕੁਝ ਨਹੀਂ ਹੁੰਦਾ ਬਹੁਤਿਆਂ ਨੂੰ, ਪਰ ਉਹ ਕੈਰੀਅਰ ਤਾਂ ਹੈਗੇ ਨਾ, ਜੇ ਅੱਗੇ ਜਾ ਕੇ ਕਿਸੇ ਨੂੰ ਜਿਹਦਾ ਇਮਿਊਨ ਸਿਸਟਮ ਮਾੜਾ ਜੀ, ਉਹਨੂੰ ਕੀ ਕਰੋਗੇ। ਪਰ ਇਹ ਬਹੁਤ ਮੰਦ ਭਾਗੀ ਘਟਨਾਵਾਂ ਵਾਪਰੀਆਂ ਨੇ, ਜਿਹੜਾ ਇੰਨੇ 100 ਤੋਂ ਉੱਪਰ ਬੱਚੇ, ਔਰ ਕਈ ਕੈਮਰੇ ਦੇ ਮੂਹਰੇ ਆ ਕੇ ਵੀ ਕਹਿ ਰਹੇ ਆ ਵੀ ਮੇਰੀ ਵੀਡੀਓ ਬਣਾਓ। ਮੈਂ ਇਹ ਕਰਨਾ ਚਾਹੁੰਦਾ, ਇਹਦੇ 'ਚ ਕੋਈ ਬਹਾਦਰੀ ਨਹੀਂ ਹੈ, ਪਰ ਹਾਂ ਇੰਨਾ ਕੁ ਦੱਸਦਾ ਜੀ, ਉਹ 'ਚ ਸਾਰੇ ਸਾਡੀ ਕਮਿਊਨਿਟੀ 'ਚੋਂ ਬਹੁਤ ਘੱਟ ਬੱਚੇ ਹੋਣਗੇ, ਬਹੁਤੇ ਪਛਾਣ 'ਚ ਨਹੀਂ ਜੀ ਆਉਂਦੇ, ਸਾਡੀ ਕਮਿਊਨਿਟੀ 'ਚ ਬੱਚੇ ਬਹੁਤ ਘੱਟ ਨੇ ਜਿਹੜੇ, ਜਿੰਨੇ ਕੁ ਦੇਖੇ ਜਾਏ ਮੈਂ ਉਹਦੇ ਵਿੱਚ ਹੈਗੇ ਨੇ। ਕਈ ਵਾਰੀ ਸਾਨੂੰ ਆਉਂਦੇ ਸਾਡੇ ਬੱਚੇ ਕਰਦੇ, ਨਹੀਂ ਜੀ ਇਹ ਦੂਸਰੇ ਬੱਚੇ ਨੇ, ਪਰ ਇਹ ਇੰਨੇ ਬੱਚੇ ਉੱਥੇ ਸੜਕ ਦੇ ਵਿਚਾਲੇ ਤੁਰੇ ਫਿਰਨਾ, ਵੀਡੀਓ ਵੀ ਬਣਾਉਣੀਆਂ, ਪਤਾ ਨਹੀਂ ਕਦੋਂ ਲੋਕ ਸਮਝਣਗੇ ਕਿ ਭਾਈ ਇਹਦੀ ਹਲੇ ਵੈਕਸੀਨ ਨਹੀਂ ਆਇਆ, ਇਹਦੀ ਦਵਾਈ ਅਜੇ ਨਹੀਂ ਆਈ ਹੈ, ਦਵਾਈ ਨਹੀਂ ਬਣੀ ਹੈ, ਪਲੀਜ਼ ਬੀ ਕੇਅਰਫੁਲ। ਬਿਲਕੁਲ ਜੀ ਸਰ, ਅਗਲੀ ਖਬਰ ਰੁਕ ਕਰ ਰਹੀ ਹੈ ਇਸ ਵਕਤ ਓਨਟਾਰੀਓ ਦੀ। ਮਿਸਟਰ ਫੋਰਡ ਨੇ ਇੱਕ ਵਾਰ ਫਿਰ ਟੀਚਰ ਯੂਨੀਅਨਸ ਦੇ ਉੱਤੇ ਕਾਫੀ ਆਪਣਾ ਗੁੱਸਾ ਕੱਢਿਆ ਵਾ। ਉਹਨਾਂ ਦਾ ਕਹਿਣਾ ਹੈ ਕਿ ਜੋ ਇਸ ਵਕਤ ਪ੍ਰੋਬਲਮ ਹੋ ਰਹੀ ਹੈ ਉਹਦੇ ਵਿੱਚ ਟੀਚਰਸ ਯੂਨੀਅਨ ਦਾ ਵੀ ਖਾਤਾ ਹੈ, ਕਿਉਂਕਿ ਆਪਾਂ ਨੂੰ ਪਤਾ ਸਰ, ਆਪਾਂ ਨਵੰਬਰ ਦਸੰਬਰ ਦੀ ਗੱਲ ਕਰੀਏ, ਉਸ ਵਕਤ ਵੀ ਟੀਚਰ ਸਟ੍ਰਾਈਕ ਤੇ ਸੀਗੀਆਂ, ਉਹਨਾਂ ਦੀਆਂ ਕੁਝ ਮੰਗਾਂ ਸੀਗੀਆਂ ਜਿਹੜੀਆਂ ਮੰਨਣ ਲਈ ਸਰਕਾਰ ਦੇ ਉੱਤੇ ਲਗਾਤਾਰ ਦਬਾਅ ਬਣਾ ਰਹੇ ਸੀ। ਉਸ ਵਕਤ ਵੀ ਐਜੂਕੇਸ਼ਨ ਮਿਨਿਸਟਰ ਦੇ ਵੱਲੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਸੀ, ਪਰ ਹੁਣ ਕਰੋਨਾ ਵਾਇਰਸ ਤੋਂ ਬਾਅਦ ਜਦੋਂ ਲਗਭਗ 6 ਮਹੀਨਿਆਂ ਬਾਅਦ ਹੁਣ ਵਾਪਸ ਸਕੂਲ ਖੋਲਣ ਦੀ ਕਗਾਰ ਤੇ ਨੇ, ਤਾਂ ਟੀਚਰ ਯੂਨੀਅਨਸ ਦੇ ਨਾਲ ਮਿਸਟਰ ਫੋਰਡ ਦੀ ਇੱਕ ਵਾਰ ਫਿਰ ਤੋਂ ਅਣਬਣ ਸਾਹਮਣੇ ਆਈ ਹੈ। ਦੇਖੋ ਜੀ, ਆਮ ਨਾਟ ਅਗੇਂਸਟ ਟੀਚਰਸ, ਆਮ ਨਾਟ ਇਨ ਫੇਵਰ ਆਫ ਮਿਸਟਰ ਫੋਰਡ, ਪਰ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ, ਜੇ ਕੋਈ ਟੀਚਰ ਹੈ ਕਿ ਸਾਨੂੰ ਫੋਨ ਕਰਨਾ ਚਾਹੁੰਦਾ, ਪਲੀਜ਼ ਯੂ ਆਰ ਵੈਲਕਮ। ਟੀਚਰਸ ਦਾ ਹੀ ਰੌਲਾ ਕਿਉਂ ਰਹਿੰਦਾ, ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ। ਹਮੇਸ਼ਾ ਤੁਸੀਂ ਪਹਿਲਾਂ ਕਰੀਏ ਗੱਲ ਕਿ ਨਵੰਬਰ ਵਿੱਚ ਵੀ ਇਹ ਕੁਛ ਸੀਗਾ, ਹਰ ਸਾਲ ਕਿਸੇ ਨਾ ਕਿਸੇ ਟੀਚਰ ਯੂਨੀਅਨ ਦਾ ਕੋਈ ਨਾ ਕੋਈ ਪੰਗਾ ਰਹਿੰਦਾ ਹੀ ਰਹਿੰਦਾ। ਇੰਨੇ ਤੁਸੀਂ ਅਨਸੈਟਿਸਫਾਈਡ ਹੋ, ਐਸੀ ਕਿਹੜੀ ਗੱਲ ਹੈਗੀ ਆ ਕਿ ਤੁਸੀਂ 2 ਸਾਲ 4 ਸਾਲ ਲਗਾਤਾਰ ਕਿਉਂ ਨਹੀਂ ਕੱਟ ਸਕਦੇ? ਤੁਹਾਡੀ ਕਦੇ ਕ੍ਰਿਸਚੀਅਨ ਸਕੂਲ ਵਾਲਿਆਂ ਦਾ ਹੋ ਗਿਆ, ਕਿਸੇ ਦੂਸਰਿਆਂ ਦਾ ਹੋ ਗਿਆ, ਕਦੇ TDSP ਟੋਰਾਂਟੋ ਵਾਲਾ ਦਾ ਹੋ ਗਿਆ, ਕਿਤੇ ਕਿਸੇ ਹੋਰ ਦਾ ਹੋ ਗਿਆ। ਟੀਚਰਸ ਦਾ ਹੀ ਰੌਲਾ ਕਿਉਂ ਰਹਿੰਦਾ? ਤੁਸੀਂ ਇੰਨੇ ਅਨਸੈਟਿਸਫਾਈਡ ਲੋਕ ਕਿਉਂ ਐਸੀ ਗੱਲ ਹੋਵੇ? ਹਾਲਾਂਕਿ ਤੁਹਾਨੂੰ ਗੁੱਸਾ ਨਾ ਕਰਿਓ, ਛੁੱਟੀਆਂ ਹੀ ਬਹੁਤ ਨੇ। ਤੁਸੀਂ ਕਹਿੰਦੇ ਹੋ ਅਸੀਂ ਘਰੇ ਹੁੰਦੇ ਸਾਨੂੰ ਤਾਂ ਵੀ ਕੰਮ ਕਰਨਾ ਪੈਂਦਾ। ਭਾਈ ਦਿਸ ਇਜ਼ ਯੋਰ ਜੌਬ, ਤੁਸੀਂ ਚੂਜ਼ ਕੀਤਾ ਟੂ ਬੀ ਅ ਟੀਚਰ, ਦਿਸ ਇਜ਼ ਯੋਰ ਪ੍ਰੋਫੈਸ਼ਨ, ਯੂ ਚੋਜ਼ ਇਟ। ਜਾਂ ਤਾਂ ਤੁਹਾਨੂੰ ਕਿਸੇ ਨੇ ਫੜ ਕੇ ਕਿਹਾ ਹੋਵੇ ਭਾਈ ਆਹ ਤਾਂ ਟੀਚਰ ਬਣਨਾ, ਤੂੰ ਟੀਚਰ ਇਹ ਕੰਮ ਕਰਨਾ, ਨੋ, ਤੁਹਾਡੀ ਆਪਦੀ ਚੋਇਸ ਸੀਗੀ, ਤੁਸੀਂ ਇਹ ਕੰਮ ਕੀਤਾ। ਤੁਸੀਂ ਹਮੇਸ਼ਾ ਸਟੂਡੈਂਟਸ ਨੂੰ ਹੋਈ ਕਿਉਂ ਬਲੀ ਦਾ ਬੱਕਰਾ ਬਣਾਉਣਾ? ਉਹੋ ਜਿਹਾ ਹਾਲ ਗੌਰਮੈਂਟ ਦਾ। ਗੌਰਮੈਂਟ ਐਸਾ ਕਿਉਂ ਨਹੀਂ ਕਰ ਸਕਦੀ?
ਤੁਸੀਂ ਕਿਉਂ ਇਹਨਾਂ ਨਾਲ ਲੰਬੇ ਸਮਝੌਤੇ ਕਿਉਂ ਨਹੀਂ ਕਰ ਸਕਦੇ ਵੀ ਜਿਹਦੇ ਨਾਲ ਕੁਛ ਚਾਹੇ 2 ਸਾਲ 4 ਸਾਲ 5 ਸਾਲ ਲਗਾਤਾਰ ਕੁਛ ਤਾਂ ਹੋ ਸਕੇ ਜਿਹਦੇ ਨਾਲ ਇਹ ਲਗਾਤਾਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਬਰੀ ਦੇ ਬੱਕਰੇ ਬੱਚੇ ਨਾ ਸਰਕਾਰ ਕੁਛ ਕਰਦੀ ਹੈ ਨਾ ਟੀਚਰ ਕੁਛ ਕਰਦੇ ਆ, ਉਹ ਕੁਛ ਤਾਂ ਸਮਝੋ। ਉਹਨੇ ਹੁਣ ਇਹਨੂੰ ਕਿਹਾ ਜੀ ਟੀਚਰਸ ਨੂੰ ਵੀ ਦੇਖੋ ਸਾਰੀਆਂ ਤਰ੍ਹਾਂ ਜੋ ਵੀ ਲੋਕ ਹੈਗੇ ਨੇ ਬਾਕੀ ਕੰਮਾਂ ਦੇ ਵਿੱਚ ਹਰੇਕ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਕੋਵਿਡ-19 ਚੱਲ ਰਿਹਾ, ਇਹਦੇ ਵਾਸਤੇ ਕੁਛ ਨਾ ਕੁਛ ਆਪਾਂ ਪਲੈਨਿੰਗ ਕਰੀਏ, ਰਲ ਮਿਲ ਕੇ ਚੱਲਿਆ ਜਾਵੇ। ਟੀਚਰਸ ਨੇ ਫਿਰ ਦਿੱਤੀ ਹੈ ਅਲਟੀਮੇਟਮ ਦੇ ਦਿੱਤਾ ਜੀ ਅਸੀਂ ਸਟ੍ਰਾਈਕ ਤੇ ਜਾਵਾਂਗੇ, ਪਲੀਜ਼ ਬੱਚਿਆਂ ਦਾ ਵੀ ਖਿਆਲ ਕਰੋ। ਠੀਕ ਆ, ਤੁਹਾਨੂੰ ਤਨਖਾਹਾਂ ਚਾਹੀਦੀਆਂ ਨੇ, ਤੁਹਾਡੇ ਕੋਲ ਜੌਬਸ ਤਾਂ ਹੈਗੀਆਂ ਨੇ, ਬਹੁਤ ਲੋਕ ਇਸ ਵੇਲੇ ਐਸੇ ਨੇ ਜਿਨ੍ਹਾਂ ਕੋਲ ਜੌਬਸ ਹੈ ਨਹੀਂ ਗਿਆ। ਠੀਕ ਆ, ਤੁਸੀਂ ਕਹਿੰਦੇ ਹੋ ਜੀ ਪੈਸੇ ਘੱਟ ਮਿਲਦੇ ਜੀ, ਸਾਰਿਆਂ ਨੂੰ ਨਹੀਂ ਘੱਟ ਮਿਲਦੇ। ਐਵਰੇਜ ਮੇਰੇ ਖਿਆਲ ਟੀਚਰਸ ਦੀ 82,000 ਹੈ ਜੀ ਅੰਟਾਰੀਓ ਦੇ ਵਿੱਚ ਪੇ, ਜੇ ਮੈਂ ਗਲਤ ਨਹੀਂ ਹੈਗਾ, ਮੈਂ ਐਵਰੇਜ ਦੀ ਗੱਲ ਕਰ ਰਿਹਾ, ਹੋ ਸਕਦਾ ਘੱਟ ਵੀ ਹੋਵੇ, ਹੋ ਸਕਦਾ ਵੱਧ ਵੀ ਹੋਵੇ। ਇੰਨੇ ਪੈਸੇ ਨਾਲ ਆਮ ਤਾਂ ਐਵਰੇਜ $4 ਨਾਲ ਕਿੰਨੇ ਕੁ ਪੈਸੇ ਬਣਦੇ ਆ ਜੀ। ਫਿਰ ਕਰਨ ਛੁੱਟੀਆਂ ਬਹੁਤ ਨੇ, ਕ੍ਰਿਸਮਸ ਦੀਆਂ ਛੁੱਟੀਆਂ ਆ ਗਈਆਂ, ਸਮਰ ਦੀਆਂ ਛੁੱਟੀਆਂ ਆ ਗਈਆਂ, ਮਾਰਚ ਬ੍ਰੇਕ ਆ ਗਈ, ਛੁੱਟੀਆਂ ਤੇ ਛੁੱਟੀਆਂ ਤੁਹਾਨੂੰ ਉਹਦੇ ਵੀ ਪੈਸੇ ਮਿਲਦੇ ਆ, ਫਿਰ ਵੀ ਕੁਛ ਨਹੀਂ। ਆਈ ਗੈਸ ਦੇਰ ਇਜ਼ ਸਮਥਿੰਗ ਰੋਂਗ ਵਿਦ ਦ ਸਿਸਟਮ, ਦ ਗਵਰਨਮੈਂਟ ਐਜ਼ ਵੈਲ। ਗਵਰਨਮੈਂਟ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ, ਪਰ ਇਹ ਹਾਲਾਤ ਹੁਣ ਬੱਚਿਆਂ ਦੀ ਫੇਰ ਬਰੀ ਦੇਣ ਵਾਲੀ ਆ, ਬੱਚੇ ਤਾਂ ਅੱਗੇ ਸਕੂਲ ਨਹੀਂ ਜਾ ਸਕਦੇ, ਤੁਸੀਂ ਫੇਰ ਰੌਲਾ ਪਾਉਣ ਨੂੰ ਫਿਰਦੇ ਹੋ। ਬਿਲਕੁਲ, ਜਦੋਂ ਕਲਾਸਿਸ ਦੇ ਸਾਈਜ਼ ਵਧਾਉਣ ਦੀ ਗੱਲ ਹੋਈ ਸੀ ਉਦੋਂ ਵੀ ਬਹੁਤ ਜ਼ਿਆਦਾ ਪ੍ਰੋਟੈਸਟ ਹੋਇਆ ਸੀ ਕਿ ਸਾਈਜ਼ ਜੇ ਵਧਾਇਆ ਜਾਂਦਾ, ਇੱਕ ਪਾਸੇ ਕੁਝ ਜੌਬਸ ਜਾਣਗੀਆਂ ਤਾਂ ਦੂਜੇ ਪਾਸੇ ਟੀਚਰਸ ਦੇ ਉੱਤੇ ਵੀ ਫਾਲਤੂ ਦਾ ਬਰਡਨ ਪਏਗਾ। ਪਰ ਕਲਾਸ ਦੇ ਵਿੱਚ 7 ਤੋਂ 8 ਸਟੂਡੈਂਟਸ ਜਿਹੜਾ ਵੱਧ ਇਨਕਲੂਡ ਕੀਤੇ ਜਾ ਰਹੇ ਸੀ, ਉਸ ਵਕਤ ਵੀ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਸੀ। ਤਰਨ I have nothing to say. ਬਿਲਕੁਲ ਜੀ, ਅਗਰੋਹ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵੱਲ, ਆਸਟ੍ਰੇਲੀਆ ਦੇ ਵਿੱਚ ਸਰ ਕੈਸ਼ਲੈਸ ਸੋਸਾਇਟੀ ਬਣਨ ਦੇ ਵੱਲ ਅੱਗੇ ਕਦਮ ਵਧਾ ਰਿਹਾ ਆਸਟ੍ਰੇਲੀਆ। ਕਹਿੰਦੇ ਕਈ ਉੱਥੋਂ ਦੀਆਂ 4 ਜਿਹੜੀਆਂ ਵੱਡੀਆਂ ਬੈਂਕਸ ਨੇ, ਕਈ ਥਾਵਾਂ ਦੇ ਉੱਤੇ ਉਹਨਾਂ ਨੇ ਆਪਣੇ ATMs ਦੀਆਂ ਬ੍ਰਾਂਚਾਂ ਨੇ ਉਹ ਬੰਦ ਕਰ ਦਿੱਤੀਆਂ ਨੇ, ਤੇ ਕਈ ਥਾਵਾਂ ਦੇ ਉੱਤੇ ਆਪਣੇ ਬੈਂਕਸ ਦੀਆਂ ਬ੍ਰਾਂਚਾਂ ਨੇ ਉਹ ਬੰਦ ਕਰ ਦਿੱਤੀਆਂ। ਕੁੱਲ ਜੇ ਗਿਣਤੀ ਕਰਾਂ ਤਾਂ 1 ਸਾਲ ਦੇ ਵਿੱਚ 175 ਬ੍ਰਾਂਚਾਂ ਬੰਦ ਹੋਈਆਂ ਨੇ ਤੇ 2150 ਦੇ ਕਰੀਬ ਜਿਹੜੇ ਆ ATMs ਬੰਦ ਹੋਏ ਨੇ। ਬਿਲਕੁਲ ਜੀ, 25,720 ਬ੍ਰਾਂਚਿਸ ਹੀ ਰਹਿ ਗਈਆਂ ਨੇ ਪਿਛਲੇ 12 ਸਾਲਾਂ ਦੇ ਵਿੱਚ ਜੀ। ਇਹ ਇਸ ਗੱਲ ਤੇ ਆ ਚੁੱਕਾ ਜੀ ਸਾਰੇ ANZ, ਕਾਮਨਵੈਲਥ, ਵੈਸਟਪੈਕ ਤੇ NAB, ਇਹ ਤਿੰਨਾਂ ਨੇ ਜੀ ਆਪਣੀਆਂ ਬਹੁਤ ਸਾਰੀਆਂ ਬ੍ਰਾਂਚਿਸ ਬੰਦ ਕਰਤੇ ਨੇ ਔਰ ਚਾਹੁੰਦੇ ਨੇ ਕਿ ਅਸੀਂ ਕੈਸ਼ਲੈਸ ਸੋਸਾਇਟੀ ਬਣਾਉਣੀ ਹੈ। ਪਰ ਕੋ ਟੀਚਰਸ ਦੇ ਬਾਰੇ ਹੋਏਗਾ ਜ਼ਰੂਰ ਆਪਾਂ ਗੱਲ ਕਰਨੀ ਚਾਹਾਂਗੇ। ਬਿਲਕੁਲ ਜੀ, ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਜੀ ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਜੀ ਸਰ, ਦੱਸੋ ਕੀ ਕਹਿਣਾ? ਮੈਂ ਪੁੱਛਣਾ ਸੀ ਜੀ, ਬ੍ਰੈਂਪਟਨ ਦੇ ਵਿੱਚ ਕਿੰਨੇ ਪਰਸਨਸ ਅਲਾਉਡ ਨੇ ਘਰਾਂ ਦੇ ਵਿੱਚ ਅੱਜ ਕੱਲ੍ਹ? ਘਰਾਂ ਦੇ ਵਿੱਚ ਸਰ ਇਕੱਠ ਲਈ, ਰਹਿਣ ਲਈ, ਕਿਸ ਚੀਜ਼ ਲਈ ਪੁੱਛ ਰਹੇ ਹੋ ਤੁਸੀਂ? ਹਾਂਜੀ, ਜਦੋਂ ਪਾਰਟੀ ਕਰਨੀ ਹੋਵੇ ਜੀ। ਪਾਰਟੀ ਦੇ ਲਈ ਜੀ, ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਇਟਸ ਅ ਵੈਰੀ ਗੁੱਡ ਕੁਐਸਚਨ ਜੀ, ਐਂਡ ਇਟਸ ਅ ਵੈਰੀ ਕਨਫਿਊਜ਼ਿੰਗ ਕੁਐਸਚਨ। ਬਟ ਮੈਂ ਜਿੰਨਾ ਕੁ ਪੜ੍ਹਿਆ ਜੀ ਉਹਦੇ ਮੁਤਾਬਕ ਘਰ ਦੇ ਅੰਦਰ 10 ਬੰਦੇ ਅਲਾਉਡ ਆ ਜੀ, ਜਿਹੜੇ ਤੁਸੀਂ ਇੱਕ ਬਬਲ ਦੇ ਵਿੱਚ ਰਹਿ ਰਹੇ ਹੋ, ਤੁਸੀਂ ਉਸ ਤੋਂ ਵੱਧ ਨਹੀਂ ਇਕੱਠੇ ਹੋ ਸਕਦੇ। ਇੱਕ ਜਿਹੜਾ ਗੱਲ ਇਹ ਕੀਤੀ ਜਾ ਰਹੀ ਹੈ ਕਿ 50 ਬੰਦੇ ਅਲਾਉਡ ਨੇ ਇਨਡੋਰ। ਜਿੱਥੇ ਤੱਕ ਮੇਰੀ ਨੌਲੇਜ ਆ, ਜਿੰਨਾ ਕੁ ਮੈਂ ਉਹਦੀ ਇੰਟਰਪ੍ਰੀਟੇਸ਼ਨ ਪੜ੍ਹੀ ਆ, ਉਹਦੇ ਮੁਤਾਬਕ ਇਨਡੋਰ ਘਰ ਇਨਡੋਰ ਨਹੀਂ ਹੈ ਜੀ, ਘਰ ਹਾਊਸ ਹੈ। ਇਨਡੋਰ ਕੋਈ ਹੋਰ ਜਗ੍ਹਾ ਹੈਗੀ ਹੈ ਜਿਹੜੀ ਕਿਤੇ ਪਬਲਿਕ ਪਲੇਸ ਵਰਗੀ ਹੋਏ, ਉਸ ਜਗ੍ਹਾ ਦੇ ਉੱਤੇ 50 ਅਲਾਉਡ ਨੇ ਜੀ। ਆਊਟਡੋਰ 100 ਬੰਦਾ ਅਲਾਉਡ ਹੈ ਜੀ। ਤੇ ਜਿੰਨੀਆਂ ਵੀ ਧਾਰਮਿਕ ਸਥਾਨ ਨੇ ਉਹਦੇ 'ਚ ਧਾਰਮਿਕ ਸਥਾਨ ਦੀ ਕਪੈਸਿਟੀ ਦੇ 30% ਅਲਾਉਡ ਨੇ ਜੀ। ਜਿੰਨਾ ਕੁ ਮੈਨੂੰ ਸਮਝ ਆਈ ਹੈ ਜੀ, ਜੇ ਇਸ ਦੀ ਕੋਈ ਹੋਰ ਇੰਟਰਪ੍ਰੀਟੇਸ਼ਨ ਹੈਗੀ ਆ ਤਾਂ ਆਈ ਵਿਲ ਗਲੈਡ ਟੂ ਹੀਅਰ ਦੈਟ ਐਜ਼ ਵੈਲ ਜੀ। ਬਿਲਕੁਲ ਜੀ, ਤੇ ਇਸ ਤੋਂ ਬਾਅਦ ਸਰ ਅਗਲੀ ਖਬਰ ਵੱਲ ਰੁਕ ਕਰ ਲਈਏ, ਜਿਹੜੀ ਆ ਕਿ ਗੂਗਲ ਜਿਹੜਾ ਆਸਟ੍ਰੇਲੀਅਨਸ ਜਿਹੜੇ ਆ ਹੁਣ ਫ੍ਰੀ ਸਰਚ ਸਰਵਿਸਿਜ਼ ਦਾ ਫਾਇਦਾ ਜ਼ਿਆਦਾ ਸਮੇਂ ਲਈ ਭਵਿੱਖ ਵਿੱਚ ਨਹੀਂ ਚੁੱਕ ਸਕਦੇ। ਤਰਨ ਗੱਲ ਇਉਂ ਹੈ ਵੀ ਜਿਹੜੇ ਗੂਗਲ ਹੈਗੇ ਆ ਤੇ ਫੇਸਬੁੱਕ ਹੈਗੇ ਆ, ਇੱਕੋ ਹੀ ਕੰਪਨੀ ਹੈ ਜੀ। ਇਹਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਜੀ, ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈਗੀ ਆ, ਇਹਨਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇ ਤੁਸੀਂ ਕਿਸੇ ਹੋਰ ਸੋਰਸਿਸ ਤੋਂ ਖਬਰਾਂ ਲੈ ਰਹੇ ਹੋ ਤਾਂ ਅਸੀਂ ਤੁਹਾਨੂੰ ਉਹਦੇ ਪੈਸੇ ਚਾਰਜ ਕਰਨ ਲੱਗਾਂਗੇ। ਦਿਸ ਇਜ਼ ਇੰਟਰਪ੍ਰੀਟੇਸ਼ਨ ਆਫ ਗੂਗਲ, ਜਿਹੜੇ ਕਿ ਗੂਗਲ ਦੇ ਵਿੱਚ ਜਿਹੜੇ ਗੂਗਲ ਵਾਸਤੇ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈ ਉਹ ਕਹਿੰਦੇ ਇਹ ਗਲਤ ਇੰਟਰਪ੍ਰੀਟੇਸ਼ਨ ਆ, ਇਹ ਨਹੀਂ ਹੈਗੀ। ਗੂਗਲ ਕਹਿੰਦਾ ਜੀ ਜੇ ਸਾਨੂੰ ਸਰਕਾਰ ਚਾਰਜ ਕਰਦੀ ਹੈ ਤਾਂ ਅਸੀਂ ਜਿਹੜੀ ਤੁਹਾਨੂੰ ਗੂਗਲ ਦੇ ਉੱਤੇ ਸਰਚ ਇੰਜਨ ਹੈਗਾ, ਜੇ ਤੁਸੀਂ ਉਹਨੂੰ ਵਰਤੋਗੇ ਤਾਂ ਅਸੀਂ ਉਹਦੀ ਫੀਸ ਚਾਰਜ ਕਰਿਆ ਕਰਾਂਗੇ। ਦੈਟਸ ਵਾਟ ਦ ਗੂਗਲ ਐਂਡ ਫੇਸਬੁੱਕ ਸੇ। ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈਗੀ ਆ ਉਹ ਕਹਿੰਦੇ ਜੀ ਅਸੀਂ ਇਹ ਗੱਲ ਨਹੀਂ ਕਹਿੰਦੇ। ਸੋ ਸਮਥਿੰਗ ਇਜ਼ ਗੋਇੰਗ ਔਨ, ਸਮਥਿੰਗ ਇਜ਼ ਬਰੂਇੰਗ। ਮੇਰੇ ਖਿਆਲ ਅਗਲੇ ਆਉਣ ਵਾਲੇ ਕੁਝ ਦਿਨਾਂ 'ਚ ਪਤਾ ਲੱਗ ਜਾਏਗਾ ਕਿ ਗੱਲ ਐਕਚੁਅਲੀ ਹੈ ਕੀ ਹੈ। ਬਿਲਕੁਲ ਜੀ, ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਕਰਨ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਗਰਾਮ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ?
ਨੱਥ ਸਾਹਿਬ, ਮੈਂ ਤਾਂ ਇੱਕ ਗੱਲ ਸੋਚ ਕੇ ਬੜਾ ਹੈਰਾਨ ਆ ਵੀ ਜਦੋਂ ਅਸੀਂ ਇੰਡੀਆ ਹੁੰਦੇ ਸੀ ਤਾਂ ਅਸੀਂ ਸੋਚਦੇ ਸੀ ਸਾਰਿਆਂ ਨਾਲੋਂ ਵਧੀਆ ਜੋਬ ਟੀਚਰ ਦੀ ਹੈ। ਹਾਂਜੀ, ਛੁੱਟੀਆਂ ਹੀ ਛੁੱਟੀਆਂ ਨੇ। ਦੇਖੋ ਜੀ, ਅਸੀਂ ਇਹ ਸੋਚਦੇ ਸੀ ਵੀ 365 ਦਿਨ ਚੋਂ 165 ਦਿਨ ਟੀਚਰ ਕੰਮ ਕਰਦੇ ਰਹੇ। ਠੀਕ ਹੈ ਜੀ। ਪਰ ਜੇ ਕਿਸੇ ਟੀਚਰ ਨੂੰ ਇਹ ਗੱਲ ਕਹਿੰਦੇ ਸੀ ਤਾਂ ਉਹਦਾ ਉਹ ਸਮਝ ਲਓ ਵੀ ਬੰਦੂਕ ਲੈ ਕੇ ਆ ਜਾਂਦਾ ਸੀ ਵੀ ਤੁਸੀਂ ਸਾਡੇ ਤੇ ਇਸ ਤਰ੍ਹਾਂ ਦੀ ਗੱਲ ਕਿਵੇਂ ਕਰਦੇ ਹੋ, ਸਾਨੂੰ ਤਾਂ ਕੰਮ ਹੀ ਬਹੁਤ ਕਰਨਾ ਪੈਂਦਾ ਹੈ। ਹਾਂਜੀ, ਤੇ ਪਰ ਅੱਜ ਉਰੇ ਵੀ ਇਹ ਤੁਹਾਡੇ ਮੂੰਹ ਤੋਂ ਇਸ ਗੱਲ ਸੁਣ ਕੇ ਬੜਾ ਅਜੀਬ ਲੱਗਿਆ ਵੀ ਉਰੇ ਵੀ ਟੀਚਰ ਜਿਸ ਤਰ੍ਹਾਂ ਦੀਆਂ ਸਟ੍ਰਾਈਕਸ ਕਰਦੇ ਨੇ ਤੇ ਟੀਚਰਸ ਨੂੰ ਉਰੇ ਛੁੱਟੀਆਂ ਵੀ ਬਹੁਤ ਨੇ। ਤੇ ਮੈਨੂੰ ਇਹ ਲੱਗਦਾ ਵੀ ਟੀਚਰਸ ਦਾ ਸਾਰੇ ਕਿਤੇ ਸੇਮ ਹੀ ਸਿਸਟਮ ਹੈ ਜੀ। ਸਹੀ ਗੱਲ ਹੈ ਜੀ, ਕਿਉਂਕਿ ਮੈਂ ਇਸੇ ਕਰਕੇ ਜੀ ਐਕਚੁਅਲੀ ਮੈਂ ਇਉਂ ਨਹੀਂ ਕਹਿੰਦਾ ਆਮ ਰਾਈਟ, ਪਰ ਮੈਨੂੰ ਜ਼ਰੂਰ ਮੈਂ ਸਮਝਦਾ ਸੀ ਕਿ ਸ਼ਾਇਦ ਕੋਈ ਟੀਚਰਸ ਵੱਲੋਂ ਕੋਈ ਇਸ ਗੱਲ ਦਾ ਫੋਨ ਆਵੇਗਾ ਜੀ ਕਿ ਦੇ ਕੈਨ ਐਕਸਪਲੇਨ ਦੇਅਰ ਸਾਈਡ, ਕਿਉਂਕਿ ਜਿਹੜੀ ਇਸ ਵੇਲੇ ਦੀ ਹਾਲਾਤ ਹੈਗੇ ਆ ਜੀ, ਇਹ ਹਾਲਾਤ ਵਿੱਚ ਲੱਗਦਾ ਇਉਂ ਹੀ ਹੈ ਕਿ ਟੀਚਰਸ ਇੱਕ ਐਸਾ ਮਹਿਕਮਾ ਜਿਹੜਾ ਖੁਸ਼ ਨਹੀਂ ਹੈ, ਜਿਹੜਾ ਕੁਛ ਨਾ ਕੁਛ ਟਰਬਲ ਰਹਿੰਦੀ ਹੈ ਇਸ ਮਹਿਕਮੇ ਦੇ ਵਿੱਚ। ਜੇ ਖੁਸ਼ ਨਹੀਂ ਹੈ ਤਾਂ ਹੋ ਸਕਦਾ ਸਰਕਾਰ ਇਹਨੂੰ ਖੁਸ਼ ਨਹੀਂ ਕਰ ਸਕਦੀ, ਨਹੀਂ ਰੱਖ ਸਕਦੀ ਜਾਂ ਨਹੀਂ ਕਰ ਸਕਦੀ। ਇਹ ਵੀ ਗੱਲ ਹੈਗੀ ਆ, ਕਿਉਂਕਿ ਕੁਛ ਨਾ ਕੁਛ ਹਮੇਸ਼ਾ ਮੈਨੂੰ ਇੱਥੇ ਆਏ ਨੂੰ ਬਹੁਤ ਸਾਲ ਹੋ ਗਏ ਨੇ ਜੀ, ਔਰ ਹਮੇਸ਼ਾ ਹਰ ਸਾਲ 2 ਸਾਲ ਇਹ ਕੰਮ ਹੁੰਦਾ ਹੀ ਹੈ। ਮੈਨੂੰ ਸਰਕਾਰ ਤੇ ਵੀ ਇਸ ਗੱਲ ਦਾ ਜ਼ਰੂਰ ਹੈ ਕਿ ਤੁਸੀਂ ਲੌਂਗ ਟਰਮ ਕੰਟਰੈਕਟ ਕਿਉਂ ਨਹੀਂ ਕਰਦੇ, ਕਿਉਂ ਨਹੀਂ ਕਹਿੰਦੇ 10 ਸਾਲ ਤੁਹਾਨੂੰ ਇੰਨੀ ਤਨਖਾਹ ਇੰਨੇ % ਤੁਹਾਨੂੰ ਵਾਧਾ ਹੁੰਦਾ ਤੁਰਿਆ ਜਾਵੇਗਾ। ਹੁਣ ਇੰਡੀਆ 'ਚ ਤਾਂ ਜਿਵੇਂ ਕਾਲਜਿਸ ਦੇ ਵਿੱਚ ਹੋ ਗਿਆ ਵੀ ਜਿਹੜੇ ਪ੍ਰੋਫੈਸਰਸ ਆ ਰਹੇ ਨੇ ਉਹਨਾਂ ਨੂੰ ਜਿਹੜੀ ਸੈਲਰੀ ਮਿਲ ਰਹੀ ਹੈ ਅਕੋਰਡਿੰਗ ਟੂ ਉਹਨਾਂ ਦੇ ਲੈਕਚਰਸ ਮਿਲ ਰਹੀ ਹੈ ਜੀ। ਬਿਲਕੁਲ ਜੀ, ਪਰ ਇੱਥੇ ਡਿਫਰੈਂਟ ਹੈ ਜੀ। ਹਾਂ, ਤੇ ਉਹ ਜਿਹੜੇ ਨਵੇਂ ਪ੍ਰੋਫੈਸਰ ਆ ਰਹੇ ਨੇ, ਕੋਈ 10,000 ਕਮਾ ਰਿਹਾ, ਕੋਈ 12,000 ਕਮਾ ਰਿਹਾ, ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਉਹਨਾਂ ਦੇ ਮਨ 'ਚ ਹੈ ਵੀ ਜਿਹੜੇ ਪੁਰਾਣੇ ਪ੍ਰੋਫੈਸਰ ਸੀ ਉਹਨਾਂ ਦੀ ਲੱਖ ਰੁਪਏ ਸੈਲਰੀ ਸੀ, ਅਸੀਂ 10 15,000 ਦੀ ਰਹਿ ਗਈ। ਬਿਲਕੁਲ ਜੀ, ਸਹੀ ਗੱਲ ਹੈ ਜੀ, ਪਰ ਇੱਥੇ ਸਿਸਟਮ ਹੋ ਰਿਹਾ ਜੀ ਕਿਉਂਕਿ ਯੂਨੀਅਨਾਈਜ਼ਡ ਕੰਮ ਹੈ ਜੀ। ਸੋ ਯੂਨੀਅਨ ਦੇ ਵਿੱਚ ਤੁਸੀਂ, ਮੈਂ ਉਹ ਨਹੀਂ ਕਹਿੰਦਾ ਯੂਨੀਅਨਸ ਮਾੜੀਆਂ ਹੁੰਦੀਆਂ ਨੇ, ਪਰ ਕਈ ਵਾਰੀ ਯੂਨੀਅਨ ਲੋੜੋਂ ਵੱਧ ਐਡਵਾਂਟੇਜ ਲੈਂਦੀ ਹੈ ਤੇ ਅਖੀਰ ਉਹ ਸਮਾਂ ਘੱਟ ਹੈ। ਬਸ ਮੇਰੀ ਤਾਂ ਐਂਡ 'ਚ ਗੱਲ ਇਹੀ ਹੈ ਵੀ ਟੀਚਰ ਉਰੇ ਵੀ ਦੁਖੀ ਨੇ ਜੀ, ਉੱਥੇ ਵੀ ਦੁਖੀ ਨੇ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਥੈਂਕ ਯੂ, ਥੈਂਕਸ ਫॉर ਕਾਲਿੰਗ। ਟੀਚਰਸ ਦਾ ਇਸ਼ੂ ਜਿਹੜਾ ਹੈ ਸਭ ਪਾਸੇ ਸੇਮ ਹੀ ਰਹਿੰਦਾ ਹੈ। ਉਦੋਂ ਲਾਸਟ ਟਾਈਮ ਵੀ ਜਦੋਂ ਅਸੀਂ ਕਵਰ ਕਰਨ ਗਏ ਸੀ ਉਹਨਾਂ ਦਾ ਵੀ ਇਹੀ ਮੁੱਦਾ ਸੀ, ਕਿਉਂਕਿ ਹਾਲਾਂਕਿ ਸਰਕਾਰ ਨੇ ਉਹਨਾਂ ਦੀਆਂ ਕਈ ਮੰਗਾਂ ਮੰਨ ਲਈਆਂ ਸੀ, ਇੱਕ ਅੱਧੀ ਮੰਗ ਰਹਿ ਗਈ ਸੀ, ਉਹਨਾਂ ਨੂੰ ਵੀ ਕੰਪਰੋਮਾਈਜ਼ ਕਰਨਾ ਚਾਹੀਦਾ ਸੀਗਾ, ਪਰ ਨਹੀਂ ਹੋਇਆ ਕੰਪਰੋਮਾਈਜ਼। ਸਟੂਡੈਂਟਸ ਨੂੰ ਵੀ ਇਹਦੇ ਲਈ ਭੁਗਤਣਾ ਪੈਂਦਾ, ਸਟੂਡੈਂਟਸ ਨੂੰ ਘਰੇ ਰਹਿਣਾ ਪੈਂਦਾ ਹੈ। ਹਾਲਾਂਕਿ ਸਰਕਾਰ ਨੇ ਕਿਹਾ ਸੀ ਜੇ ਸਟੂਡੈਂਟਸ ਨੂੰ ਬੱਚੇ ਪੇਰੈਂਟਸ ਜਿਹੜੇ ਆ ਕੇਅਰ ਹੋਮਸ 'ਚ ਛੱਡ ਕੇ ਆਉਂਦੇ ਤਾਂ ਉਹਦੇ ਲਈ ਪੇ ਕਰਨਾ ਸਰਕਾਰ ਨੇ ਸਟਾਰਟ ਕਰ ਦਿੱਤਾ ਸੀ ਉਸ ਵੇਲੇ। ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਹਜੇ ਕਈ ਗੱਲਾਂ ਜਿਹੜੀਆਂ ਸਾਡੀਆਂ ਡਿਸਕਸ ਕਰਨੀਆਂ ਬਾਕੀ ਰਹਿ ਗਈਆਂ ਸੀ, ਕਈ ਖਬਰਾਂ ਰਹਿੰਦੀਆਂ ਸੀ, ਪਰ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ। ਜਾਣ ਤੋਂ ਪਹਿਲਾਂ ਸਰ ਅੱਜ ਕਿਸ ਚੀਜ਼ ਦੇ ਬਾਰੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰ ਰਹੇ ਹਾਂ? ਤਰਨ ਇਹ ਐਕਟਰ ਨੇ ਜੀ, ਇਹਨਾਂ ਨੇ ਲੇਡੀ ਹੈ, ਇਹਨਾਂ ਨੇ ਬਹੁਤ ਫਿਲਮਾਂ 'ਚ ਕੰਮ ਕੀਤਾ ਜੀ। 1 ਅਗਸਤ 1933 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ ਜੀ। 38 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ, ਮੁੰਬਈ ਦੇ ਵਿੱਚ ਹੋਈ ਸੀਗੀ ਜੀ। ਇਹਨਾਂ ਨੇ ਬਹੁਤ ਫਿਲਮਾਂ 'ਚ ਕੰਮ ਕੀਤਾ ਜੀ। ਇਹ ਕੀ ਕੁਛ ਕਹਾਂ ਮੈਨੂੰ ਸਮਝ ਨਹੀਂ ਆਉਂਦੀ। ਇਹਨਾਂ ਦਾ ਇਹ ਲਿਖਾਰੀ ਵੀ ਸੀ ਜੀ, ਔਰ ਇਹਨਾਂ ਦਾ ਜਿਹੜਾ ਪੈਨ ਨੇਮ ਸੀਗਾ ਨਾਜ਼ ਦੇ ਅੰਡਰ ਕੰਮ ਲਿਖਦੇ ਸੀਗੇ ਜੀ। ਇਹਨਾਂ ਨੇ 4 ਫਿਲਮਫੇਅਰ ਅਵਾਰਡਸ ਜਿੱਤੇ ਨੇ। ਇਹ ਸਭ ਤੋਂ ਪਹਿਲਾ ਜਿਹੜਾ ਫਿਲਮਫੇਅਰ ਅਵਾਰਡ ਸੀਗਾ ਜੀ ਇਹਨਾਂ ਨੇ 1954 ਦੇ ਵਿੱਚ ਜਿੱਤਿਆ ਗਿਆ ਸੀ, ਸਭ ਤੋਂ ਪਹਿਲਾ ਹੀ ਅਵਾਰਡ ਸੀਗਾ, ਤੇ 1955 'ਚ ਫਿਰ ਜਿੱਤਿਆ ਜੀ। ਇਹਨਾਂ ਦੀ ਜਿਹੜੀ ਰਵਿੰਦਰਨਾਥ ਟੈਗੋਰ ਆ ਉਹਨਾਂ ਨਾਲ ਵੀ ਰਿਸ਼ਤਾ ਜੀ। ਇਹਨਾਂ ਦੀ ਜਿਹੜੀ ਭੂਆ ਸੀ ਸ਼ਾਇਦ ਜੀ, ਉਹ ਰਵਿੰਦਰਨਾਥ ਟੈਗੋਰ ਦੀ ਭਤੀਜੀ ਸੀ ਜੀ। ਉਹਨਾਂ ਦੀ ਅੱਗੇ ਉਸੋਂ ਔਲਾਦ ਹੈਗੀ ਹੈ ਜੀ। ਇਹਨਾਂ ਨੇ ਵਿਆਹ ਵੀ ਹੋ ਗਿਆ ਸੀਗਾ ਜੀ, ਔਰ ਜਿਹੜਾ ਵਿਆਹ 18 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀਗਾ। ਬਾਅਦ ਵਿੱਚ ਇਹਨਾਂ ਦਾ ਆਪਦੇ ਹਸਬੈਂਡ ਨਾਲ ਤਲਾਕ ਹੋ ਗਿਆ ਸੀ, ਕਿਉਂਕਿ ਇਹਨਾਂ ਦਾ ਹਸਬੈਂਡ ਬੜਾ ਕੰਟਰੋਲਿੰਗ ਸੀਗਾ। ਟ੍ਰੈਜਡੀ ਕੁਈਨ ਕਿਹਾ ਜਾਂਦਾ ਜੀ ਇਹਨਾਂ ਨੂੰ। ਇਹਨਾਂ ਦੇ ਫਿਲਮਾਂ ਬਹੁਤ ਨੇ ਜੀ, ਮੈਂ ਹੁਣ ਕਿਹੜੀ ਤੁਹਾਨੂੰ ਫਿਲਮ ਦੱਸਾਂ, ਫਿਰ ਤੁਹਾਨੂੰ ਪਤਾ ਲੱਗ ਜਾਣਾ ਜੀ ਜਦ ਹੀ। ਬਹੁਤ ਫਿਲਮਾਂ 'ਚ ਇਹਨਾਂ ਨੇ ਕੰਮ ਕੀਤਾ ਜੀ। ਅਖੀਰ ਇਹਨਾਂ ਦੀ ਡੈਥ ਹੋ ਗਈ ਸੀ। ਹਾਂ, ਇੱਕ ਇਹਨਾਂ ਦੀ ਹੋਰ ਗੱਲ ਦੱਸਾਂ ਜੀ, ਇਹਨਾਂ ਦੇ ਖੱਬੇ ਹੱਥ ਦੀ ਮੇਰੇ ਖਿਆਲ ਚੀਚੀ ਹੈ ਜੀ। ਹਾਂ, ਖੱਬਾ ਹੱਥ ਹੈ ਸ਼ਾਇਦ, ਚੀਚੀ ਹੈ ਜੀ। ਉਹ ਕਦੇ ਵੀ ਇਹਨਾਂ ਨੇ ਦਿਖਾਈ ਨਹੀਂ ਸੀਗੀ, ਕਿਉਂਕਿ ਉਹ 'ਤੇ ਇੱਕ ਵਾਰੀ ਸੱਟ ਲੱਗ ਗਈ ਸੀਗੀ। ਤੁਸੀਂ ਕੋਈ ਫਿਲਮਾਂ 'ਚ ਜਿਨ੍ਹਾਂ ਦੇ ਹੱਥ ਦੇਖੇ ਨੇ ਜੀ, ਤਾਂ ਉਸ ਚੀਚੀ ਨੂੰ ਰੈਪ ਕੀਤਾ ਹੁੰਦਾ ਸੀ, ਕਿ ਦੁਪੱਟੇ ਦੇ ਵਿੱਚ ਰੈਪ ਕੀਤਾ ਹੁੰਦਾ ਸੀ। ਬੜੀਆਂ ਤਗੜੀਆਂ ਫਿਲਮਾਂ ਆਈਆਂ ਸੀ ਜੀ ਇਹਨਾਂ ਦੀਆਂ। ਜੇ ਕੁਛ ਮੈਨੂੰ ਦੱਸ ਸਕਦੇ ਹੋ ਸਕਦਾ ਹੈ। ਭੁਪੇਸ਼ ਗੋਇਲ ਕਹਿ ਰਹੇ ਨੇ ਸਮਿਤਾ ਪਾਟਿਲ ਨੂੰ। ਨਹੀਂ ਜੀ, ਇਹਨਾਂ ਦਾ ਜਿਹੜਾ ਜਨਮ ਹੈ ਜੀ, ਤੁਸੀਂ ਉਹ ਦੇਖੋ ਨਾ, ਮੈਂ ਡੇਟ ਦੱਸੀ ਸੀਗੀ 1 ਅਗਸਤ 1900। ਮੀਨਾ ਕੁਮਾਰੀ। ਬਿਲਕੁਲ ਜੀ, ਮੀਨਾ ਕੁਮਾਰੀ ਹੈ ਜੀ, ਟ੍ਰੈਜਡੀ ਕੁਈਨ ਹੈ ਜੀ। ਇਹਨਾਂ ਦਾ ਜਿਹੜਾ ਬੜੇ ਨਵਿਆਂ ਨੂੰ ਵੀ ਇਹਨਾਂ ਨੇ ਬ੍ਰੇਕ ਦਿੱਤੀ ਜੀ। ਧਰਮਿੰਦਰ ਇਹਨਾਂ ਦੇ ਨਾਲ ਜਦੋਂ ਅਦਾਕਾਰੀ ਕੀਤੀ ਜੀ ਫੂਲ ਔਰ ਪੱਥਰ ਦੇ ਵਿੱਚ, ਉਸ ਤੋਂ ਮਗਰੋਂ ਧਰਮਿੰਦਰ ਨੂੰ ਬਹੁਤ ਵੱਡੀ ਬ੍ਰੇਕ ਮਿਲੀ ਹੈ। ਸਾਹਿਬ ਬੀਵੀ ਔਰ ਗੁਲਾਮ, ਫੂਲ ਔਰ ਪੱਥਰ, ਪਾਕਿਜ਼ਾ ਬੜੀ ਤਕੜੀ ਫਿਲਮ ਸੀ। ਪਾਕਿਜ਼ਾ ਵੇਲੇ ਬਿਮਾਰ ਸੀਗੇ ਜੀ, ਔਰ
ਫਿਲਮ ਕਈਆਂ ਸਾਲਾਂ 'ਚ ਪੂਰੀ ਹੋਈ ਆ। ਇਹਨਾਂ ਦੇ ਹਸਬੈਂਡ ਨੇ ਉਸੇ ਡਿਵੋਰਸ ਹੋ ਗਿਆ ਸੀਗਾ ਕਮਾਲ ਅਮਰੋਹੀ, ਪਰ ਉਹ ਫਿਲਮ ਨੂੰ ਇਹਨੇ ਪੂਰਾ ਕੀਤਾ ਜੀ। ਫਿਲਮ ਪੂਰੀ ਹੋਣ ਤੋਂ 3 ਹਫ਼ਤੇ ਬਾਅਦ ਮੇਰੇ ਖਿਆਲ ਇਹਨਾਂ ਦੀ ਡੈਥ ਹੋ ਗਈ ਸੀ। ਕੁਝ ਜਿਹੜੇ ਸੀਨ ਨੇ ਫਿਲਮ ਦੇ ਵਿੱਚ ਇਹਨੇ ਬੈਠ ਕੇ ਕੀਤੇ ਨੇ, ਹਾਲਾਂਕਿ ਚਲਤੇ ਚਲਤੇ ਜਿਹੜਾ ਗਾਣਾ ਮੁਝੇ ਕੋਈ ਮਿਲ ਗਿਆ ਥਾ ਉਹਦੇ 'ਚ ਇਹਨੇ ਡਾਂਸ ਕਰਨਾ ਸੀਗਾ। ਇਹਦੀ ਹਾਲਤ ਬਹੁਤੀ ਚੰਗੀ ਨਹੀਂ ਸੀ, ਸੋ ਤੋਂ ਸਾਈਡ ਤੇ 2 ਲੜਕੀਆਂ ਡਾਂਸ ਕਰਦੀਆਂ ਨੇ ਜੀ। ਉਹਦੇ 'ਚ ਇਹਦੀ ਆਵਾਜ਼ ਚਲੀ ਗਈ ਸੀ ਔਰ ਇਹਦੀ ਆਵਾਜ਼ ਨੂੰ ਕਿਸੇ ਹੋਰ ਨੇ ਸਰਟਨ ਸੀਨਸ ਦੇ ਵਿੱਚ ਕਿਸੇ ਹੋਰ ਲੜਕੀ ਨੇ ਆਵਾਜ਼ ਦਿੱਤੀ ਹੈ ਜੀ। ਤੁਹਾਨੂੰ ਪਰ ਫਰਕ ਦਾ ਪਤਾ ਨਹੀਂ ਲੱਗਦਾ ਜੀ। मीना कुमारी तो सही कह बिल्कुल जी। भूपेश गोयल, विंकी, रुपिंदर बाजवा, गुररहमत सिंह ते हरप्रीत कौर सब का कहना है कि मीना कुमारी। थैंक यू जी, बहुत चंगा लग्या तुसीं पार्टिसिपेट करते हो। सो नाइस ऑफ यू। अज इन्ने काफ़ी जी, कल फिर मिलांगे। सत श्री अकाल जी। बिल्कुल, बहुत बहुत शुक्रिया तुहाडा ते अपने दर्शकों को जरूर दस के खास तौर पर जिहड़े ब्रैम्पटन के रहने वाले ने सूरजदीप सिंह, जिन्हां दी कि 21 साला सूरजदीप सिंह जिहड़े कि गुरुद्वारा साहब तो आउंदे होए जिन्हां दा कि कुछ 2 अणपछाते नौजवानों वालों चाकू मार के कतल कर दिता गया सी। उन्हां दी याद दे विच जी भाईचारे वालों 22 अगस्त यानी कि दिन शनिवार नूं कैंडल विजल जिहड़ा है ओह कीता जा रहा है। तुहानूं दस दईए कि समा होएगा 6 तो लैके 8 बजे तक शाम नूं। तो 7 बजे जी वो प्रेयर्स होणगियां। सो जेकर तुसीं उहदे विच अपनी शमूलीयत करना चाहुंदे हो, उहदे विच शामिल होना चाहुंदे हो, तो 22 अगस्त दिन शनिवार नूं शाम 6 तो लैके 8 बजे दे विच विच कैंडल लाइट विजन होएगा। तुसीं इत्थे पहुंच सकदे हो जी। प्लेस है जी 155159 क्वीन मैरी ड्राइव। तो इत्थे पहुंचो, पर नाल दी नाल सोशल डिस्टेंसिंग का पूरा ध्यान रखियो ते मास्क जरूरी ने, मास्क जरूर पहन के आयो। इस दे नाल ही फिलहाल दे इजाजत। देखदे रहो हमदर्द टीवी। सत श्री अकाल।